ਅਮੈ ਦ੍ਰਿਸ਼ਟ ਸੁਭ ਕਰੈ, ਹਰੈ ਆਗੁ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਊ, ਜਨਮ ਹਮ ਕਾਲੁਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਧਨਾਸਰੀ ਮਹਲਾ ਪੰਜਵਾਂ, ਘਰ ਬਾਰਵਾਂ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਰਹਾਉ ਵੱਡੈ ਭਾਗ ਭੇਟੈ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੀ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਵੇਰ ਵੇਲੇ ਦੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਹੋਣਾ ਦੇ ਜਥੇ ਪਾਸੋਂ ਬਹੁਤ ਪਿਆਰ ਨਾਲ ਆਸਾ ਕੀ ਵਾਰ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ। ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਆਪਾਂ ਸਾਰਿਆਂ ਨੇ ਹੀ ਬੜੇ ਟਿਕਾਅ ਵਿੱਚ ਬੈਠ ਕੇ ਪਾਠ ਸਰਵਣ ਕੀਤਾ ਹੈ। ਆਓ ਇਹ ਪਾਵਨ ਸ਼ਬਦ ਰਾਗ ਧਨਾਸਰੀ ਵਿੱਚ ਘਰ 12ਵੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 683 ਅਤੇ 84 ਅੰਕ ਦੇ ਉੱਪਰ ਸੁਭਾਈਮਾਨ ਹੈ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਅਸੀਂ ਮੁੱਖ ਵਾਕ ਲੈਂਦੇ ਹਾਂ ਅਰਦਾਸ ਤੋਂ ਬਾਅਦ,
ਤਾਂ ਇਹ ਹੁਕਮਨਾਮਾ ਵੀ ਹੈ। ਵੈਸੇ ਤਾਂ ਸਿੱਖ ਵਾਸਤੇ ਸਾਰੀ ਬਾਣੀ ਹੀ ਇੰਜ ਕਹਿ ਸਕਦੇ ਹਾਂ ਕਿ ਉਸ ਅਕਾਲ ਪੁਰਖ ਦਾ ਹੁਕਮ ਹੈ, ਪਰ ਇੱਕ ਵਿਧੀ ਵਿਧਾਨ ਹੈ ਕਿ ਜਦੋਂ ਅਸੀਂ ਦੀਵਾਨ ਦੀ ਸਮਾਪਤੀ ਕਰਦੇ ਹਾਂ, ਅਰਦਾਸ ਹੁੰਦੀ ਹੈ, ਜਿਹੜਾ ਉਸ ਤੋਂ ਬਾਅਦ ਸ਼ਬਦ ਪੜ੍ਹਿਆ ਜਾਂਦਾ ਹੈ ਉਸ ਨੂੰ ਅਸੀਂ ਮੁੱਖ ਵਾਕ ਕਹਿ ਦਿੰਦੇ ਹਾਂ ਜਾਂ ਹੁਕਮਨਾਮਾ ਹੈ। ਇਹ ਜਿਹੜੇ ਸ਼ਬਦ ਨੇ, ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਹਾਜ਼ਰੀ ਭਰਦੇ ਹਾਂ, ਗਾਹੇ ਬਗਾਹੇ ਜਦੋਂ ਸਮਾਗਮਾਂ ਵਿੱਚ ਆਉਂਦੇ ਹਾਂ, ਤਾਂ ਇਹ ਉਹ ਸ਼ਬਦ ਨੇ ਜਿਹੜੇ ਲਗਭਗ ਸਾਨੂੰ ਸੁਣ ਸੁਣ ਕੇ ਸਾਰਿਆਂ ਨੂੰ ਯਾਦ ਹੋ ਜਾਂਦੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਐਸੇ ਸ਼ਬਦ ਨੇ ਜਿਹੜੇ ਅਸੀਂ ਕੰਨਾਂ ਨਾਲ ਨਹੀਂ ਸੁਣੇ ਹੁੰਦੇ, ਪੜ੍ਹੇ ਨਹੀਂ ਹੁੰਦੇ, ਇਸ ਕਰਕੇ ਸਾਨੂੰ ਉਹ ਸ਼ਬਦ ਯਾਦ ਨਹੀਂ ਹੁੰਦੇ। ਪਰ ਇਹ ਉਹ ਸ਼ਬਦ ਨੇ ਜਿਹੜੇ ਅਸੀਂ ਗੁਰਦੁਆਰਾ ਸਾਹਿਬ ਜਦੋਂ ਆਉਂਦੇ ਹਾਂ, ਹਾਜ਼ਰੀ ਭਰਦੇ ਹਾਂ, ਭਾਵੇਂ ਅਸੀਂ ਨਹੀਂ ਵੀ ਬਾਣੀ ਪੜ੍ਹੀ, ਪਰ ਜਦੋਂ ਕੰਨਾਂ ਨਾਲ ਅਸੀਂ ਸ਼ਬਦ ਨੂੰ ਸੁਣਦੇ ਹਾਂ, ਕਿਤੇ ਨਾ ਕਿਤੇ ਸਾਡੇ ਜ਼ਿਹਨ ਦੇ ਵਿੱਚ ਉਹ ਸ਼ਬਦ ਦੀਆਂ ਪੰਕਤੀਆਂ ਬੈਠੀਆਂ ਹੁੰਦੀਆਂ ਨੇ। ਅਤੇ ਸੁਭਾਵਿਕ ਹੈ ਜਦੋਂ ਅਸੀਂ ਪਾਠ ਕਰਦੇ, ਹੁਣ ਤੁਸੀਂ ਇੱਕ ਪਾਠ ਯਾਦ ਕਰਦੇ ਹੋ, ਇਹ ਹੈ ਵੀ ਤੁਸੀਂ ਸੁਣ ਸੁਣ ਕੇ ਵੀ ਤੁਹਾਨੂੰ ਗੁਰਬਾਣੀ ਜਿਹੜੀ ਹੈ ਉਹ ਯਾਦ ਹੋ ਜਾਂਦੀ। ਹੁਣ ਜਿਨ੍ਹਾਂ ਨੂੰ ਕੀਰਤਨ ਸੁਣਨ ਦਾ ਸ਼ੌਂਕ ਹੈ, ਚਾਹ ਹੁੰਦਾ ਹੈ, ਉਹਨਾਂ ਨੇ ਉਹ ਸੁਣ ਸੁਣ ਕੇ ਉਹਨਾਂ ਨੂੰ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਠ ਹੋ ਜਾਂਦੇ ਨੇ, ਕਿਉਂਕਿ ਇਹ ਬੜਾ ਡੂੰਘਾ ਨਾਤਾ ਹੈ ਕੰਨਾਂ ਅਤੇ ਜ਼ੁਬਾਨ ਦਾ। ਕੰਨ ਸੁਣਦੇ ਨੇ, ਜ਼ੁਬਾਨ ਬੋਲਦੀ ਹੈ। ਗੁਰੂ ਅਮਰਦਾਸ ਜੀ ਦਾ ਵਾਕ ਹੈ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਕੰਨਾਂ ਨੇ ਸੁਣਨਾ ਹੈ, ਅਸਰ ਮਨ ਦੇ ਉੱਤੇ ਵੀ ਪੈਣਾ ਅਤੇ ਅਸਰ ਤਨ ਦੇ ਉੱਤੇ ਵੀ ਪੈਣਾ। ਪਹਿਲਾਂ ਮਨ 'ਤੇ ਪੈਣਾ, ਫਿਰ ਤਨ 'ਤੇ ਪੈਣਾ, ਕਿਉਂਕਿ ਮਨ ਨੇ ਹੀ ਤਨ ਦੀ ਅਗਵਾਈ ਕਰਨੀ ਹੈ। ਜਦੋਂ ਮਨ ਸ਼ਬਦ ਵਰਤਿਆ ਉਹਦਾ ਮਤਲਬ ਹੀ ਇਹ ਹੈ ਕਿ ਜਦੋਂ ਮਨ ਵਿੱਚ ਵਸਿਆ ਅਤੇ ਮਨ ਨੇ ਹੀ ਦੱਸਣਾ ਹੱਥਾਂ ਨੂੰ ਕਿ ਤੁਸੀਂ ਚੰਗਾ ਕੰਮ ਕਰਨਾ ਹੈ ਕਿ ਮਾੜਾ ਕਰਨਾ ਹੈ। ਮਨ ਨੇ ਹੀ ਪੈਰਾਂ ਨੂੰ ਦੱਸਣਾ ਹੈ ਕਿ ਤੁਸੀਂ ਗਲਤ ਰਸਤੇ ਤੁਰਨਾ ਹੈ ਕਿ ਸਹੀ ਰਸਤੇ 'ਤੇ ਤੁਰਨਾ ਹੈ। ਤੋ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ। ਤੁਹਾਨੂੰ ਸਰੀਰ ਨਾਲ ਕਿਸ ਵਾਸਤੇ ਲਾਇਆ ਗਿਆ? ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੁਣਿਆ ਕੰਨਾਂ ਨੇ ਹੈ ਅਤੇ ਰਸ ਰਸਨਾ 'ਚ ਆ ਗਿਆ। ਇਹ ਹੁਣ ਕੰਨਾਂ ਨੇ ਕੀ ਸੁਣਿਆ? ਜੇ ਝੂਠ ਸੁਣਨਗੇ ਕੰਨ ਅਤੇ ਜ਼ੁਬਾਨ ਵੀ ਝੂਠ ਬੋਲੇਗੀ, ਜੇ ਕੰਨ ਸੱਚ ਸੁਣਨਗੇ ਅਤੇ ਜ਼ੁਬਾਨ ਵੀ ਸੱਚ ਬੋਲੇਗੀ। ਹੁਣ ਜੋ ਤੁਸੀਂ ਭਾਂਡੇ 'ਚ ਵਸਤੂ ਪਾਈ ਹੈ, ਨਿਕਲਣੀ ਵੀ ਤਾਂ ਉਹੀ ਹੈ ਨਾ। ਹੁਣ ਤੁਸੀਂ ਕਿਸੇ ਬਰਤਨ ਵਿੱਚ ਦੁੱਧ ਪਾਇਆ, ਤੁਸੀਂ ਕਹੋ ਇਹਦੇ ਵਿੱਚੋਂ ਹੁਣ ਲੱਸੀ ਨਿਕਲੇ ਜਾਂ ਇਹਦੇ ਵਿੱਚੋਂ ਚਾਹ ਨਿਕਲਾਵੇ, ਹੋਣਾ ਹੀ ਨਹੀਂ। ਜੋ ਵਸਤੂ ਤੁਸੀਂ ਕਿਸੇ ਭਾਂਡੇ 'ਚ ਪਾਈ ਹੈ, ਇੱਦਾਂ ਹੀ ਇਹ ਸਰੀਰਕ ਬਰਤਨ ਹੈ, ਜੋ ਇਹਦੇ ਵਿੱਚ ਪਾਇਆ ਜਾ ਰਿਹਾ ਨਿਕਲਣਾ ਵੀ ਉਹੋ ਹੀ ਹੈ। ਇਹਨੂੰ ਬਾਣੀ 'ਚ ਇੰਝ ਵੀ ਲਿਖਿਆ, ਸਰੀਰਕ ਜ਼ਮੀਨ ਹੈ, ਜਿੱਦਾਂ ਦਾ ਤੁਸੀਂ ਇਹ 'ਚ ਬੀਜ ਪਾਓਗੇ ਉਹੋ ਜਿਹਾ ਉਗਣਾ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਜਿੱਦਾਂ ਦਾ ਤੁਸੀਂ ਬੀਜ ਪਾਇਆ ਉੱਦਾਂ ਦਾ ਹੀ ਬੀਜ ਇਹਦੇ ਵਿੱਚੋਂ ਉਗਣਾ। ਆਓ ਗੁਰੂ ਬਖਸ਼ਿਸ਼ ਕਰੇ। ਗੁਰੂ ਪੰਜਵੇਂ ਪਾਤਸ਼ਾਹ ਦਾ ਪਾਵਨ ਵਾਕ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ। ਰਾਗ ਧਨਾਸਰੀ ਵਿੱਚ ਇਹ ਪਾਵਨ ਸ਼ਬਦ ਹੈ। 83 ਅੰਕ ਤੋਂ ਸ਼ੁਰੂ ਹੈ ਅਤੇ 84 ਅੰਕ 'ਤੇ ਇਹ ਪਾਵਨ ਸ਼ਬਦ ਸਮਾਪਤ ਹੁੰਦਾ ਹੈ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਾਣੇ ਹਾਜ਼ਰੀ ਲਵਾਓ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਬੰਦਨਾ ਹਰ ਬੰਦਨਾ, ਬੰਦਨਾ ਹਰ ਬੰਦਨਾ, ਸਾਰੇ ਕਿਰਪਾ ਕਰੋ ਜੀ। ਬੜਾ ਸੌਖਾ ਸ਼ਬਦ ਹੈ ਅਤੇ ਯਾਦ ਵੀ ਹੈ ਸਾਨੂੰ। ਬੰਦਨਾ ਹਰ ਬੰਦਨਾ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ। ਵਾਹ ਵਾਹ। ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਭੇਟੇ ਗੁਰਦੇਵਾ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਭੇਟੇ ਗੁਰਦੇਵਾ।
ਕੋਟ ਅਪਰਾਧ ਮਿਟੇ ਹਰ ਸੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਕੋਟ ਅਪਰਾਧ ਮਿਟੇ ਹਰ ਸੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਚਰਨ ਕਮਲ ਜਾ ਕਾ ਮਨ ਰਾਪੈ। ਸੋਗ ਅਗਨ ਤਿਸ ਜਨ ਨਾ ਬਿਆਪੈ, ਸੋਗ ਅਗਨ ਤਿਸ ਜਨ ਨਾ ਬਿਆਪੈ। ਵਾਹ ਵਾਹ। ਸਾਗਰ ਤਰਿਆ ਸਾਧੂ ਸੰਗੇ, ਸਾਗਰ ਤਰਿਆ ਸਾਧੂ ਸੰਗੇ। ਨਿਰਭਉ ਨਾਮ ਜਪੋ ਹਰ ਰੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਤਨ ਦੋ ਕਿਛ ਪਾਪ ਨਾ ਫੇੜੇ, ਪਰ ਤਨ ਦੋਖ ਕਿਛ ਪਾਪ ਨਾ ਫੇੜੇ। ਜਮ ਜੰਦਾਰ ਨ ਆਵੈ ਨੇੜੇ, ਜਮ ਜੰਦਾਰ ਨ ਆਵੈ ਨੇੜੇ। ਵਾਹ ਵਾਹ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਨਾਨਕ ਉਦਰੇ ਪ੍ਰਭ ਸ਼ਰਨਾਈ, ਨਾਨਕ ਉਦਰੇ ਪ੍ਰਭ ਸ਼ਰਨਾਈ। ਬੰਦਨਾ ਹਰ ਬੰਦਨਾ, ਬੰਦਨਾ ਹਰ ਬੰਦਨਾ। ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ। ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਪਾਵਨ ਵਾਕ ਆਪਾਂ ਸਾਰਿਆਂ ਨੇ ਹੀ ਬਹੁਤ ਪਿਆਰ ਨਾਲ ਗਾਇਨ ਕੀਤਾ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਬੰਦਨਾ ਹਰ ਬੰਦਨਾ, ਬੰਦਨਾ ਦਾ ਅਰਥ ਹੁੰਦਾ ਹੈ ਨਮਸਕਾਰ। ਕਹਿੰਦੇ ਨਮਸਕਾਰ ਕਰਨੀ ਹੈ, ਪਰ ਕਿਹਨੂੰ ਕਰਨੀ ਹੈ? ਹਰ ਨੂੰ। ਹਰ ਸ਼ਬਦ ਵਿੱਚ ਕਹਾਇਆ ਹੈ ਬੰਦਨਾ ਹਰ ਬੰਦਨਾ। ਤੇ ਅਗਲੀ ਪੰਕਤੀ ਹੈ ਗੁਣ ਗਾਵੋ ਗੋਪਾਲ ਰਾਏ। ਗੋ ਦਾ ਅਰਥ ਹੈ ਧਰਤੀ, ਤੇ ਪਾਲ ਦਾ ਅਰਥ ਹੈ ਧਰਤੀ ਨੂੰ ਪਾਲਣ ਵਾਲਾ। ਗੋਪਾਲ ਸ਼ਬਦ ਪੂਰੀ ਕਾਇਨਾਤ ਦੀ ਪਰਵਰਿਸ਼ ਕਰਨ ਵਾਲਾ, ਪਰਵਰਦਗਾਰ ਜਿਹਨੂੰ ਆਪਾਂ ਸ਼ਬਦ ਬੋਲਦੇ ਹਾਂ, ਉਹ ਗੋਪਾਲ, ਉਹਦੇ ਗੁਣ ਗਾਉਣੇ ਨੇ। ਹੁਣ ਧਿਆਨ ਨਾਲ ਸੁਣਿਓ ਸਾਧ ਸੰਗਤ। ਰਾਤ ਵੀ ਜ਼ਿਕਰ ਕੀਤਾ ਸੀ ਸਤਿਕਾਰਯੋਗ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ ਜਦੋਂ ਅਸੀਂ ਵਾਰਾਂ ਦਾ ਪਾਠ ਕਰਦੇ ਹਾਂ ਤਾਂ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਜਦੋਂ ਆਰੰਭ ਹੁੰਦੀ ਹੈ, ਤੇ ਪਹਿਲੀ ਵਾਰ ਦੀ ਪਹਿਲੀ ਪੌੜੀ ਜਿਨ੍ਹਾਂ ਘਰਾਂ 'ਚ ਹੈਗੀਆਂ ਜਾ ਕੇ ਤੁਸੀਂ ਆਪ ਇੱਕ ਵਾਰ ਖੁਦ ਪੜ੍ਹ ਕੇ ਵੇਖਿਓ। ਅੱਜ ਕੱਲ੍ਹ ਤਾਂ ਵੈਸੇ ਮੋਬਾਇਲ ਵਿੱਚ ਵੀ ਹੈ, ਇੰਟਰਨੈਟ 'ਤੇ ਹਰ ਇੱਕ ਚੀਜ਼ ਦੀ ਸਾਡੇ ਕੋਲ ਸੁਵਿਧਾ ਹੈ, ਪਰ ਸ਼ੌਂਕ ਚਾਹੀਦਾ ਉਹਨੂੰ ਪੜ੍ਹਨ ਦਾ। ਉਹਦੀ ਪਹਿਲੀ ਪੰਕਤੀ, ਪਹਿਲੀ ਵਾਰ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਭਾਈ ਗੁਰਦਾਸ ਜੀ ਨੇ ਬਹੁਤ ਪਿਆਰਾ ਬਚਨ ਕੀਤਾ ਹੈ, ਨਮਸਕਾਰ ਗੁਰਦੇਵ ਕੋ। ਕਹਿੰਦੇ ਜਿਹੜੀ ਮੇਰੀ ਨਮਸਕਾਰ ਹੈ ਉਹ ਆਪਣੇ ਗੁਰਦੇਵ ਨੂੰ ਆ, ਉਸ ਅਕਾਲ ਪੁਰਖ ਵਾਹਿਗੁਰੂ ਨਹੀਂ ਹੈ। ਪੁੱਛੋ ਕਿਉਂ? ਕਹਿੰਦੇ ਸੱਚ ਨਾਮ ਜਿਸ ਮੰਤਰ ਸੁਣਾਇਆ, ਜਿਹਨੇ ਮੈਨੂੰ ਸੱਚ ਦਾ ਮੰਤਰ ਦਿੱਤਾ ਹੈ, ਸੱਚ ਦੀ ਸਲਾਹ। ਮੰਤਰ ਦਾ ਹੁੰਦਾ ਸਲਾਹ, ਸਲਾਹਕਾਰ। ਜਿਵੇਂ ਆਪਾਂ ਕਹਿੰਦੇ ਮੈਂ ਗੁਰ ਮੰਤਰ ਲੈ ਲਿਆ, ਭਾਵ ਮੈਂ ਆਪਣੀ ਜ਼ਿੰਦਗੀ ਜਿਉਣ ਦੀ ਸਲਾਹ ਆਪਣੇ ਗੁਰੂ ਕੋਲ ਲੈ ਕੇ ਤੁਰਦਾ। ਹੁਣ ਜਿਵੇਂ ਕੋਈ ਬੰਦਾ ਕਹਿੰਦਾ ਜੀ ਮੈਂ ਗੁਰ ਮੰਤਰ ਦਾ ਪਾਠ ਕਰਦਾ, ਹੁਣ ਇਹ ਸੇਮ ਇੱਦਾਂ ਵਾ, ਤੁਹਾਡੇ ਕੋਲੋਂ ਕੋਈ ਬੰਦਾ ਸਲਾਹ ਲੈ ਕੇ ਜਾਵੇ ਪਰ ਕੰਮ ਆਪਣੀ ਮਰਜ਼ੀ ਨਾਲ ਕਰੇ, ਤੇ ਤੁਹਾਡੇ ਮਨ 'ਚ ਆਏਗਾ ਵੀ ਇਹ ਰੋਜ਼ ਸਲਾਹ ਮੇਰੇ ਕੋਲ ਲੈ ਕੇ ਜਾਂਦਾ, ਤੇ ਮੰਨਦਾ ਮੇਰੀ ਹੈ ਕੋਈ ਨਹੀਂ।
ਤੇ ਬੰਦਾ ਵੱਧ ਤੋਂ ਵੱਧ 1 ਵਾਰ ਸਲਾਹ ਦਊ, 2 ਵਾਰ ਸਲਾਹ ਦਊ, ਹੱਦ 3 ਵਾਰ ਦੇ ਦਊ, 10 ਵਾਰ 15-20 ਵਾਰ ਬੰਦਾ ਕਿਸੇ ਨੂੰ ਸਲਾਹ ਦੇਣ ਤੋਂ ਬਾਅਦ 1 ਵਾਰ ਤੇ ਪੁੱਛੇਗਾ ਹੀ ਨਾ ਵੀ ਜੇ ਤੂੰ ਮੇਰੀ ਸਲਾਹ ਨੂੰ ਮੰਨਣਾ ਹੀ ਨਹੀਂ ਤੇ ਮੇਰੇ ਕੋਲੋਂ ਸਲਾਹ ਲੈਣ ਦਾ, ਬੋਲੋ ਸਾਧ ਸੰਗਤ ਜੀ, ਕਹਿ ਸਕਦਾ ਹੈ ਨਾ। ਈਵਨ ਇੱਥੋਂ ਤੱਕ ਜੇ ਸਾਡਾ ਪੁੱਤਰ ਧੀ ਵੀ ਮਾਂ ਬਾਪ ਕੋਲੋਂ, ਵੱਡਿਆਂ ਕੋਲੋਂ ਸਲਾਹ ਲਵੇ ਪਰ ਕੰਮ ਸਾਡੇ ਸਲਾਹ ਮੁਤਾਬਕ ਨਾ ਕਰੇ, ਤੇ ਮਾਂ ਬਾਪ ਦੇ ਦਿਮਾਗ 'ਚ ਵੀ ਇਹ ਕਹੂਗਾ ਵੀ ਬੱਚਿਆ ਜੇ ਤੂੰ ਮਰਜ਼ੀ ਫਿਰ ਆਪਣੀ ਕਰਨੀ ਆ ਤੇ ਮੇਰੀ ਸਲਾਹ ਲੈਣ ਦਾ ਫਾਇਦਾ ਕੀ। ਕਹਿ ਸਕਦਾ ਹੈ ਨਾ ਜੀ, ਉਹਦੇ ਕੋਲ ਹੱਕ ਹੈ। ਸੇਮ ਇੱਦਾਂ ਹੀ ਹੈ। ਹੁਣ ਜਦੋਂ ਮੈਂ ਕਹਿੰਦਾ ਮੈਂ ਗੁਰੂ ਕੋਲੋਂ ਸਲਾਹ ਲੈਣਾ, ਜਿਹੜਾ ਮੈਂ ਪਾਠ ਕਰਦਾ, ਬਾਣੀ ਪੜ੍ਹਦਾ, ਇਹਦਾ ਮਤਲਬ ਹੈ ਮੈਂ ਆਪਣੇ ਦਿਨ ਦੀ ਜਦੋਂ ਸ਼ੁਰੂਆਤ ਕਰਦਾ, ਮੈਂ ਕੋਈ ਵੀ ਕੰਮ ਕਰਨਾ ਤੇ ਮੈਂ ਆਪਣੇ ਗੁਰੂ ਕੋਲੋਂ ਸਲਾਹ ਲੈਣਾ। ਹੁਣ ਜੇ ਮੈਂ ਸਲਾਹ ਰੋਜ਼ ਲਵਾਂ, ਮੈਂ ਇੱਦਾਂ ਕਹਾਂ ਜੀ ਮੈਂ ਤਾਂ ਗੁਰਮੰਤਰ ਪੜ੍ਹਦਾ, ਮੈਂ ਤਾਂ ਰੋਜ਼ ਬਾਣੀ ਪੜ੍ਹਦਾ, ਅਤੇ ਕੰਮ ਮੈਂ ਆਪਣੀ ਮਰਜ਼ੀ ਮੁਤਾਬਕ ਕਰਾਂ, ਅਤੇ ਗੁਰੂ ਸਾਹਿਬ ਵੀ ਕਹਿ ਸਕਦੇ ਨੇ ਵੀ ਭਲਿਆ ਜੇ ਤੂੰ ਮੇਰੀ ਸਲਾਹ ਹੀ ਨਹੀਂ ਲੈਣੀ, ਤੂੰ ਮੇਰੀ ਮੰਨਣੀ ਨਹੀਂ, ਅਤੇ ਆਪਣਾ ਤੇ ਮੇਰਾ ਸਮਾਂ ਖਰਾਬ ਕਿਉਂ ਕਰਦਾ। ਹੁਣ ਵਾਕ ਸੁਣ ਲਿਓ, ਬਾਣੀ 'ਚ ਕੀ ਲਿਖਿਆ, ਸੇਵਕ ਸਿੱਖ ਪੂਜਣ ਸਭ ਆਵੈ। ਸਾਰੇ ਪੜ੍ਹੋ ਇੱਕ ਵਾਰ, ਸੇਵਕ ਸਿੱਖ ਪੂਜਣ ਸਭ ਆਵੈ, ਕੀ ਕਰ, ਸਭ ਗਾਵੈ ਹਰ ਹਰਿ ਉਤਮ ਬਾਣੀ। ਸਾਰੇ ਗਾਉਂਦੇ ਨੇ ਉਤਮ ਬਾਣੀ, ਪਰ ਪ੍ਰਵਾਨ ਕਿਹਨਾਂ ਦੀ ਹੋਈ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ। ਅੱਗੇ ਜੀ, ਜਿਨ ਸਤਿਗੁਰ ਕੀ ਆਗਿਆ ਸਤ ਸਤ ਘਰ ਮਾਨੀ। ਗਾਉਣਾ ਤੇ ਸੁਣਨਾ ਪ੍ਰਵਾਨ ਉਹਦਾ ਹੋਇਆ ਜਿਹਨੇ ਆਗਿਆ ਮੰਨੀ। ਹੁਣ ਮਾਂ ਬਾਪ ਕੋਲੋਂ 2 ਬੱਚਿਆਂ ਸਲਾਹ ਲੈ ਲਈ, ਇੱਕ ਨੇ ਸਲਾਹ 2 ਵਾਰ ਲਈ, ਇੱਕ ਨੇ ਸਲਾਹ 10-15 ਵਾਰ ਲਈ, ਤੇ ਪਿਓ ਨੇ ਹੱਸ ਕੇ ਕਹਿ ਦਿੱਤਾ, ਕਹਿੰਦਾ ਪੁੱਤਰਾ ਵੇਖ ਲਾ ਇਹਦੇ ਵੱਲ, ਇਹ ਸਲਾਹ ਇੱਕੇ ਵਾਰੀ ਲੈਂਦਾ ਪਰ ਮੰਨ ਲੈਂਦਾ, ਤੂੰ ਸਲਾਹਾਂ ਮੇਰੇ ਕੋਲ ਲਈ ਜਾਣਾ ਪਰ ਤੂੰ ਮੇਰੀ ਸਲਾਹ ਕਦੀ ਮੰਨੀ ਕੋਈ ਨਹੀਂ। ਇੱਥੇ ਮੈਂ ਕਿੰਨਾ ਗਾਉਣਾ ਵਾਂ, ਕਿੰਨਾ ਚਿਰ ਬੈਠਦਾ ਵਾਂ, ਇਹ ਨਹੀਂ ਵੇਖਿਆ ਜਾਣਾ, ਮੈਂ ਮੰਨਦਾ ਕਿੰਨਾ ਇਹ ਵੇਖਿਆ ਜਾਣਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਭਾਣੈ ਵਿੱਚ ਆਵੈ। ਅੱਜ ਜਿੰਨੇ ਵੀ ਸਮਾਜ ਚੋਟਾਂ ਖਾ ਰਿਹਾ ਨਾ, ਉਹ ਗੁਰੂ ਦੇ ਭਾਣੇ 'ਚ ਨਹੀਂ ਖਾ ਰਿਹਾ, ਆਪਣੇ ਭਾਣੇ 'ਚ ਖਾ ਰਿਹਾ। ਜੇ ਦੁਨੀਆ ਦੁਖੀ ਆ ਤੇ ਮੈਂ ਆਪਣੇ ਮਨ ਦੀ ਮਰਜ਼ੀ ਕਰਕੇ ਦੁਖੀ ਹਾਂ, ਮੈਨੂੰ ਕਿਸੇ ਨੇ ਥੋੜ੍ਹਾ ਦੁਖੀ ਕੀਤਾ। ਜੇ ਮੈਂ ਗੁਰੂ ਦੇ ਭਾਣੇ 'ਚ ਰਵਾਂਗਾ ਫਿਰ ਤਾਂ ਸੁੱਖ ਹੈ, ਜਦੋਂ ਮੈਂ ਆਪਣੇ ਮਰਜ਼ੀ ਦੇ ਮੁਤਾਬਕ ਤੁਰਦਾ ਫਿਰ ਦੁੱਖ ਹੈ। ਸੋ ਸਿੱਖ, ਸਾਰੇ ਬੋਲੋ ਨਾਲ ਨਾਲ ਬਾਣੀ ਜੀ, ਸੋ ਸਿੱਖ ਸਖਾ। ਹੁਣ ਵੇਖੋ ਕਿੱਡੀ ਪਿਆਰੀ ਗੱਲ ਹੈ, ਗੁਰੂ ਨਾਲ ਸਾਡਾ ਨਾਤਾ ਕੀ ਹੈ, ਵਿਚਾਰਧਾਰਾ ਦਾ। ਵੇਖੋ 2 ਕੁੱਲਾਂ ਹੁੰਦੀਆਂ ਨੇ, ਇੱਕ ਕੁੱਲ ਹੁੰਦੀ ਹੈ ਤੁਹਾਡੀ ਬੋਡੀ ਦੀ, ਜਿਸਮ ਦੀ, ਇੱਕ ਕੁੱਲ ਹੁੰਦੀ ਹੈ ਤੁਹਾਡੀ ਵਿਚਾਰਧਾਰਾ ਦੀ। ਐਗਜ਼ਾਮਪਲ ਦੇਵਾਂ ਸੌਖੀ ਜੀ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਪਰਿਵਾਰਕ ਕੁੱਲ ਆ ਉਹ ਸ੍ਰੀ ਚੰਦ ਆ, ਪਰ ਜਿਹੜੀ ਗੁਰੂ ਤੇ ਸਿੱਖ ਦੀ ਕੁੱਲ ਆ ਉਹ ਬਾਬਾ ਲਹਿਣਾ ਤੇ ਗੁਰੂ ਅੰਗਦ ਸਾਹਿਬ। ਇਹ ਦੋਵੇਂ ਅਲੱਗ-ਅਲੱਗ ਚੀਜ਼ਾਂ ਨੇ। ਜਦੋਂ ਪਰਿਵਾਰ ਦੀ ਗੱਲ ਆਏ ਕਿ ਉਹਨਾਂ ਦਾ ਪੁੱਤਰ ਸ੍ਰੀ ਚੰਦ ਹੀ ਰਹਿਣਾ ਸਰੀਰਕ ਤੌਰ 'ਤੇ, ਪਰ ਜਦੋਂ ਗੁਰੂ ਤੇ ਸਿੱਖ ਦੀ ਗੱਲ ਆਏਗੀ, ਗੁਰੂ ਤੇ ਸਿੱਖ ਦੀ ਗੱਲ ਆਏਗੀ, ਉਦੋਂ ਫਿਰ ਬਾਬਾ ਲਹਿਣਾ ਹੀ ਗੁਰੂ ਨਾਨਕ ਸਾਹਿਬ ਦਾ ਪੁੱਤਰ ਖਵਾਏਗਾ, ਉਦੋਂ ਸ੍ਰੀ ਚੰਦ ਨਹੀਂ ਖਵਾ ਸਕਦਾ। ਐਗਜ਼ਾਮਪਲ ਦੇਣਾ ਸੌਖੀ ਜੀ, ਸਕੂਲ 'ਚ ਪ੍ਰਿੰਸੀਪਲ ਇੱਕ ਸਕੂਲ 'ਚ ਟੀਚਰ ਪੜ੍ਹਾਉਂਦਾ ਹੈ, ਬਿੰਦੀ ਤੌਰ 'ਤੇ ਬਿੰਦੀ ਪੁੱਤਰ ਉਹਦੇ ਆਪਣੇ ਰਹਿਣੇ ਨੇ, ਉਹਦੀ ਧੀ ਹੈ, ਉਹਦਾ ਪੁੱਤ ਹੈ, ਪਰ ਐਜੂਕੇਸ਼ਨ ਦੇ ਪੱਖੋਂ ਉਹਦੀ ਔਲਾਦ ਉਹੋ ਹੀ ਅਖਵਾਉਣੀ ਆ ਜਿਹੜਾ ਉਹਦੇ ਕੋਲੋਂ ਪੜ੍ਹਦਾ ਧਿਆਨ ਨਾਲ। ਪੀਐਨ ਦਾ ਬੱਚਾ ਵੀ ਜੇ ਸਕੂਲ 'ਚੋਂ ਟੌਪ ਕਰ ਜਾਏ ਨਾ, ਪ੍ਰਿੰਸੀਪਲ ਅਤੇ ਟੀਚਰ ਦੀ ਮਜਬੂਰੀ ਬਣ ਜਾਂਦੀ ਉਹਦੇ ਨਾਲ ਫੋਟੋ ਲਵਾਉਣੀ। ਉਹ ਚਾਹੁੰਦਾ ਕਿ ਅੱਜ ਪੇਪਰ 'ਚ ਫੋਟੋ ਆਉਣੀ ਹੈ, ਇਹ ਸਾਡੇ ਸਕੂਲ ਦਾ ਪੜ੍ਹਿਆ ਹੋਇਆ ਬੱਚਾ। ਉੱਥੇ ਬੱਚਾ ਨਹੀਂ ਕਹਿ ਸਕਦਾ ਡੈਡੀ ਮੇਰੇ ਨਾਲ ਵੀ ਫੋਟੋ ਲਵਾਓ, ਉਹ ਕਹਿ ਸਕਦਾ ਤੇਰਾ ਬਾਪ ਹੈਗਾ ਮੈਂ, ਇਹ ਅਲੱਗ ਵਿਸ਼ਾ, ਪਰ ਅੱਜ ਮੈਂ ਇਸ ਸਕੂਲ ਦਾ ਟੀਚਰ ਵਾਂ, ਅੱਜ ਮੈਂ ਇਸ ਸਕੂਲ ਦਾ ਟਰਸਟੀ ਹਾਂ, ਇੱਥੇ ਮੈਂ ਪੜ੍ਹਾਉਂਦਾ ਰਿਹਾ ਵਾਂ, ਅਤੇ ਇੱਥੇ ਮੇਰਾ ਫਰਜ਼ ਬਣਦਾ ਕਿ ਜਿਹੜਾ ਮੇਰੇ ਸਕੂਲ ਦਾ, ਮੇਰੇ ਕਾਲਜ ਦਾ, ਮੇਰੀ ਯੂਨੀਵਰਸਿਟੀ ਦਾ ਬੱਚਾ ਟੌਪ ਕੀਤਾ, ਅੱਜ ਉਹਦੇ ਨਾਲ ਮੇਰੀ ਫੋਟੋ ਲਵਾ ਕੇ ਮੈਂ ਵੀ ਮਾਣ ਮਹਿਸੂਸ ਕਰਾਂ ਵੀ ਇਹ ਬੱਚਾ ਸਾਡੇ, ਬੋਲੋ ਜੀ, ਸਕੂਲ ਦਾ ਪੜ੍ਹਿਆ। 2 ਕੁੱਲਾਂ ਹੋ ਗਈਆਂ ਨਾ, ਬੋਡੀ ਦੀ ਕੁੱਲ, ਸਰੀਰ ਦੀ ਕੁੱਲ, ਉਹਦੇ ਬੱਚੇ ਰਹਿਣੇ ਨੇ, ਪਰ ਐਜੂਕੇਸ਼ਨ ਦੀ ਕੁੱਲ ਉਹ ਬੱਚਾ ਥਾਂ ਲੈ ਗਿਆ। ਉੱਥੇ ਸਿਫਾਰਸ਼ ਨਾਲ ਨਹੀਂ ਵੀ ਮੇਰੀ ਡੈਡੀ ਜੀ ਮੇਰੀ ਫੋਟੋ ਲਵਾਓ। ਹੁਣ ਜਿਹੜੀ ਵਿਚਾਰਧਾਰਾ ਦੀ ਕੁੱਲ ਉਹ ਬਾਬਾ ਲਹਿਣਾ ਹੈ,
ਉੱਥੇ ਸ੍ਰੀ ਚੰਦ ਜਗ੍ਹਾ ਨਹੀਂ ਲੈ ਸਕਿਆ। ਇਹ ਭਾਈ ਗੁਰਦਾਸ ਜੀ ਨੇ ਵੀ ਵਾਂ ਸ਼ਬਦ ਤਾਂ ਹੀ ਵਰਤਿਆ ਸੀ ਕਿ ਬਾਲ ਜਤੀ ਹੈ ਸ੍ਰੀ ਚੰਦ, ਬਾਹ ਬਾਣਾ ਦਿਉਰਾ ਬਣਾਇਆ। ਉਹ ਵੱਖਰੀ ਗੱਲ ਹੈ, ਅਸੀਂ ਅਗਿਆਨਤਾ ਵਸ ਅਸੀਂ ਉਸ ਰਸਤੇ ਤੁਰ ਪਏ ਹਾਂ ਅਤੇ ਸਾਹਿਬਜ਼ਾਦਿਆਂ ਦੇ ਬਰਾਬਰ ਲਿਆ ਕੇ ਖੜਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਸੰਬੰਧ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਹੈ। ਹੁਣ ਇੱਥੇ ਸ਼ਬਦ ਬੜਾ ਪਿਆਰਾ ਵਰਤਿਆ ਵੀ ਸੋ ਸਿੱਖ ਸਖਾ, ਉਹੋ ਹੀ ਸਖਾ ਸਿੱਖ ਹੈ। ਬੰਧਪ ਹੈ ਭਾਈ, ਬੰਧਪ ਕਹਿੰਦੇ ਰਿਸ਼ਤੇਦਾਰ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣਾ, ਭਾਣਾ ਕਹਿੰਦੇ ਨੇ ਮਰਿਆਦਾ ਨੂੰ, ਭਾਣਾ ਕਹਿੰਦੇ ਨੇ ਹੁਕਮ ਨੂੰ। ਜਿਹੜਾ ਗੁਰੂ ਦੇ ਭਾਣੇ 'ਚ ਤੁਰਦਾ ਉਹ ਗੁਰੂ ਦਾ ਸਿੱਖ ਵੀ ਹੈ, ਸਖਾ ਵੀ ਹੈ, ਰਿਸ਼ਤੇਦਾਰ ਵੀ ਹੈ। ਅਤੇ ਜਿਹੜਾ ਆਪਣੇ ਭਾਣੇ ਤੁਰਦਾ, ਆਪਣੇ ਭਾਣੇ ਜੋ ਚੱਲੇ ਭਾਈ, ਸਾਰੇ ਬੋਲੋ ਆਪਣੇ ਭਾਣੇ ਜੋ ਅੱਗੇ ਵਿਛੜ। ਹੁਣ ਇਮਾਨਦਾਰੀ ਨਾਲ ਸੋਚਿਓ, ਅੱਜ ਸਮਾਜ ਦਾ ਬਹੁਤ ਵੱਡਾ ਹਿੱਸਾ ਆਪਣੇ ਮਨ ਦੀ ਮਰਜ਼ੀ ਨਾਲ ਤੁਰਦਾ ਕਿ ਗੁਰੂ ਦੀ ਮਰਜ਼ੀ ਨਾਲ? ਬੋਲ ਕੇ ਦੱਸਿਓ ਜੀ। ਤੇ ਫਿਰ ਜੇ ਦੁਖੀ ਹੋ ਰਿਹਾ, ਫਿਰ ਇਹ 'ਚ ਕਸੂਰਵਾਰ ਕੋਈ ਦੂਜਾ ਹੈ? ਫਿਰ ਤਾਂ ਕੋਈ ਕਿਸੇ ਦੇ ਬਲੇਮ ਲਾ ਨਹੀਂ ਸਕਦਾ, ਕਿਉਂਕਿ ਤੂੰ ਤੇ ਆਪਣੀ ਮਰਜ਼ੀ ਕੀਤੀ ਸੀ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਤੂੰ ਵਿਛੜ ਕੇ ਚੋਟ ਖਾਧੀ, ਆਪਣੇ ਭਾਣੇ 'ਚੋਂ ਚੱਲਿਆ, ਤੂੰ ਮੇਰੀ ਗੱਲ ਜੋ ਨਹੀਂ ਮੰਨੀ। ਤੂੰ ਹੁਣ ਤੂੰ ਮੇਰੀ ਮਰਜ਼ੀ ਅਨੁਸਾਰ ਨਹੀਂ ਤੁਰਿਆ ਤਾਂ ਚੋਟ ਖਾ। ਇਸੇ ਲਿਖ ਦਿੱਤਾ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ। ਸਾਰੇ ਬੋਲੋ ਜੋ ਮੈਂ ਕੀਆ ਦੋਸ਼ ਨਾ ਦੀਜੈ। ਅਵਰ ਜਨਾ, ਮੈਨੂੰ ਮੈਂ ਦੂਜੇ ਨੂੰ ਦੋਸ਼ ਕਿਉਂ ਦੇ ਰਿਹਾ? ਜੇ ਅੱਜ ਮੈਂ ਇਸ ਜਗ੍ਹਾ 'ਤੇ ਪਹੁੰਚਿਆ ਵਾਂ ਤਾਂ ਇਹਦਾ ਜ਼ਿੰਮੇਵਾਰ ਮੈਂ ਖੁਦ ਆਪ ਹਾਂ। ਰੱਖ ਲਵੋ ਹਮ ਤੇ ਬਿਗੜੀ, ਰੱਖ ਲਵੋ ਬਿਗੜੀ ਮੇਰੇ ਕੋਲੋਂ ਜ਼ਿੰਦਗੀ। ਜ਼ਿੰਦਗੀ ਮੈਂ ਵਿਗਾੜੀ ਆ, ਤੁਸੀਂ ਥੋੜ੍ਹਾ ਵਿਗਾੜੀ ਆ, ਤੁਸੀਂ ਤਾਂ ਮੈਨੂੰ ਜਨਮ ਦੇ ਦਿੱਤਾ। ਰੱਖ ਲਵੋ ਹਮ ਤੇ, ਤੁਮ ਤੇ ਨਹੀਂ ਕਿਹਾ ਵੀ ਤੂੰ ਵਿਗਾੜ ਦਿੱਤੀ ਹੈ। ਰਾਖ ਲਵੋ ਹਮ ਤੇ ਬਿਗੜੀ। ਅੱਛਾ ਵਿਗੜੀ ਕਿਉਂ ਆ ਇਹ ਵੀ ਸੁਣ ਲਓ। ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗੜੀ। ਟੇਢ ਕਹਿੰਦੇ ਟੇਢੀ, ਪਗੜੀ ਮੈਨੂੰ ਫੜ ਲਈ, ਰਸਤਾ ਫੜ ਲਿਆ, ਮੈਂ ਤਾਂ ਟੇਢੇ ਰਸਤੇ ਤੁਰ ਪਿਆ, ਮੈਂ ਤਾਂ ਤੁਹਾਡੀ ਗੱਲ ਮੰਨੀ ਕੋਈ ਨਹੀਂ। ਸੀਲ, ਸੀਲ ਕਹਿੰਦੇ ਮਿੱਠਾ ਸੁਭਾਅ। ਮੇਰੇ ਕੋਲ ਸੁਭਾਅ ਮਿੱਠਾ ਨਹੀਂ ਹੈਗਾ, ਮੇਰਾ ਨੇਚਰ ਚੰਗਾ ਨਹੀਂ, ਮੇਰੀ ਸੋਚ ਚੰਗੀ ਨਹੀਂ। ਅਤੇ ਸੁਭਾਅ ਇੱਕ ਐਸੀ ਚੀਜ਼ ਆ ਜਿਹੜੀ ਇੱਕ ਦੂਜੇ ਦਾ ਇੱਕ ਦੂਜਾ ਚੇਂਜ ਨਹੀਂ ਕਰ ਸਕਦਾ। ਬੰਦਾ ਆਪਣਾ ਸੁਭਾਅ, ਆਪਣਾ ਨੇਚਰ ਖੁਦ ਬਦਲ ਸਕਦਾ, ਦੂਜਾ ਨਹੀਂ ਬਦਲ ਸਕਦਾ ਨਾ। ਦੂਜਾ ਕਿਸੇ ਨੂੰ ਕੱਪੜੇ ਲੈ ਕੇ ਦੇ ਸਕਦਾ, ਦੂਜਾ ਕਿਸੇ ਨੂੰ ਘਰ ਬਣਾ ਕੇ ਦੇ ਸਕਦਾ, ਪਰ ਆਪਣਾ ਸੁਭਾਅ, ਆਪਣੀ ਸੋਚ ਦੂਜਾ ਨਹੀਂ ਚੇਂਜ ਕਰ ਸਕਦਾ, ਉਹ ਆਪ ਬਦਲਣਾ ਪੈਣਾ। ਹੁਣ ਇੱਥੇ ਗੁਰਦੇਵ ਕਿੰਨੀ ਪਿਆਰੀ ਗੱਲ ਕਰ ਰਹੇ ਨੇ, ਕਿੰਨੀ ਪਿਆਰੀ ਵਿਚਾਰ ਦੇ ਰਹੇ ਨੇ ਸਾਨੂੰ। ਹੁਣ ਭਗਤ ਕਬੀਰ ਜੀ ਦਾ ਪਾਵਨ ਵਾਕ ਪੜ੍ਹਿਆ ਆਪਾਂ। ਰਾਖ ਲਵੋ, ਸਾਰੇ ਬੋਲੋ ਰਾਖ ਲਵੋ ਹਮ ਤੇ। ਰੱਖ ਲਵੋ ਵਿਗੜ ਗਈ ਹੈ ਮੇਰੇ ਕੋਲੋਂ। ਕੀ ਵਿਗੜ ਗਈ ਆ? ਜ਼ਿੰਦਗੀ। ਕੀ ਵਿਗੜ ਗਈ ਹੈ ਜੀ? ਜ਼ਿੰਦਗੀ। ਮੈਂ ਆਪਣਾ ਜੀਵਨ ਵਿਗਾੜ ਲਿਆ ਵਾ। ਕਿੱਦਾਂ ਵਿਗਾੜ ਲਿਆ ਵਾ? ਸੀਲ ਮਿੱਠਾ ਸੁਭਾਅ, ਧਰਮ ਮੇਰੇ ਕੋਲ ਧਰਮ ਹੈ ਨਹੀਂ। ਧਰਮ ਕੀ ਹੁੰਦਾ? ਤੁਸੀਂ ਅੱਜ ਵੇਖਿਓ ਆਮ ਨਾ ਇੱਕ ਸਾਡੇ ਸਮਾਜ 'ਚ ਇੱਕ ਕੁਐਸਚਨ ਬਹੁਤ ਦੌੜਦਾ ਕਿ ਧਰਮ ਜ਼ਰੂਰੀ ਹੈ। ਜਿਹੜਾ ਇਨਸਾਨ ਇਹ ਕੁਐਸਚਨ ਕਰਦਾ ਨਾ ਵੀ ਧਰਮ ਜ਼ਰੂਰੀ ਹੈ, ਇਹਦਾ ਮਤਲਬ ਉਹਨੂੰ ਧਰਮ ਦੀ ਅਸਲੀ ਡੈਫੀਨੇਸ਼ਨ ਦਾ ਨਹੀਂ ਪਤਾ ਵੀ ਧਰਮ ਦਾ ਮੀਨਿੰਗ ਕੀ ਹੈ। ਉਹਦੇ ਮੁਤਾਬਕ ਧਰਮ ਹੈ ਕੋਈ ਚਿੰਨ੍ਹ ਧਾਰਨ ਕਰਨੇ, ਕੋਈ ਪਹਿਰਾਵਾ ਪਾਉਣਾ, ਧਰਮੀ ਹੋਣਾ। ਨਹੀਂ ਨਹੀਂ ਨਹੀਂ, ਧਰਮ ਇਹ ਨਹੀਂ ਹੈ। ਹੁਣ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹੋ ਧਰਮ ਕੀ ਹੈ। ਸਗਲ ਧਰਮ ਮੈਂ, ਸਾਰੇ ਬੋਲੋ ਸਗਲ ਧਰਮ ਮੈਂ ਹਰ ਕੋ ਨਾਮ ਜਪ। ਹੁਣ ਆਪਾਂ ਸਾਰੇ ਗ੍ਰਸਤੀ ਬੈਠੇ ਹਾਂ। ਕੀ ਮਾਂ ਬਾਪ ਚਾਹੁੰਦੇ ਨੇ ਸਾਡਾ ਬੱਚਾ ਲਾਲਚੀ ਹੋਵੇ ਕਿ ਸਬਰ ਵਾਲਾ ਹੋਵੇ? ਇਮਾਨਦਾਰੀ ਨਾਲ ਸੋਚੋ, ਕੀ ਚਾਹੁੰਦੇ ਜੀ ਮਾਂ ਬਾਪ? ਲਾਲਚੀ ਹੋਵੇ ਕਿ ਸੰਤੋਖ ਵਾਲਾ ਹੋਵੇ? ਓਕੇ। ਕੀ ਮਾਂ ਬਾਪ ਇਹ ਚਾਹੁੰਦੇ ਸਾਡਾ ਬੱਚਾ ਕ੍ਰੋਧੀ ਹੋਵੇ ਕਿ ਨਿਮਰਤਾ ਵਾਲਾ ਹੋਵੇ? ਸਾਡੇ ਬੱਚੇ ਵਿੱਚ ਕਠੋਰਤਾ ਹੋਵੇ ਕਿ ਦਇਆ ਹੋਵੇ? ਦਇਆ ਹੋਵੇ।
ਸਾਡਾ ਬੱਚਾ ਲੋਕਾਂ ਨਾਲ ਠੱਗੀਆਂ ਮਾਰ ਕੇ ਲੈ ਕੇ ਆਵੇ ਕਿ ਨਹੀਂ, ਕਿਸੇ ਦਾ ਭਲਾ ਕਰੇ, ਮੈਨੂੰ ਖੁਸ਼ੀ ਹੁੰਦੀ ਹੈ, ਭਲਾ ਕਰੇ। ਅਤੇ ਆਹ ਜਿਹੜੇ ਤੁਸੀਂ ਗੁਣ ਆਪੇ ਕਹਿੰਦੇ ਹੋ ਇਹ ਚਾਹੀਦੇ, ਇਹੋ ਹੀ ਧਰਮ ਹੈ। ਹੁਣ ਕੋਈ ਨਹੀਂ ਚਾਹੁੰਦਾ ਇਹ ਚੀਜ਼ ਕਿ ਮੇਰੇ ਬੱਚੇ 'ਚ ਨਾ ਹੋਵੇ। ਤੁਸੀਂ ਆਪਣੇ ਬੱਚੇ ਨੂੰ ਪੋਕਟ ਮਨੀ ਦਿੱਤੀ ਵੀ ਪੁੱਤ ਆਹ 2000 4000 5000 ਆਪਣੇ ਕੋਲ ਰੱਖ, ਤੁਹਾਨੂੰ ਆਣ ਕੇ ਤੁਹਾਡੇ ਬੱਚੇ ਨੇ ਆਪੇ ਦੱਸਿਆ ਆਪਣੇ ਮੂੰਹ ਵੀ ਡੈਡੀ ਮੇਰਾ ਦੋਸਤ ਸੀ, ਉਹਦਾ ਪਿਤਾ ਬਿਮਾਰ ਸੀ, ਮੈਂ ਉਹਦੇ ਵਾਸਤੇ 1500 2000 ਦੀ ਮੈਡੀਸਨ ਲੈ ਕੇ ਦਿੱਤੀ ਹੈ। ਤੁਹਾਡਾ ਮੱਥਾ ਚੁੰਮਣ ਨੂੰ ਜੀ ਨਹੀਂ ਕਰੂਗਾ ਆਪਣੇ ਪੁੱਤ ਦਾ? ਤੁਹਾਡਾ ਦਿਲ ਨਹੀਂ ਕਰੂਗਾ ਕਿ ਮੈਂ ਘੁੱਟ ਕੇ ਆਪਣੇ ਪੁੱਤ ਨੂੰ ਜੱਫੀ ਪਾਵਾਂ, ਉਹ ਮੇਰਾ ਬੱਚਿਆ ਤੂੰ ਤਾਂ ਕਮਾਲ ਦਾ ਕੰਮ ਕਰ ਦਿੱਤਾ ਅੱਜ। ਤੁਸੀਂ ਇੱਕ ਨੀਂਹ ਲਾਤੀ, ਤੁਸੀਂ ਇੱਕ ਪੌਦਾ ਲਾ ਦਿੱਤਾ, ਇੱਕ ਬੂਟਾ ਲਾ ਦਿੱਤਾ, ਇੱਕ ਬੀਜ ਦਿੱਤਾ ਕਿ ਤੁਹਾਡਾ ਬੱਚਾ ਅੱਜ ਚੰਗੇ ਸੰਸਕਾਰ ਲੈ ਕੇ ਪੜ੍ਹ ਰਿਹਾ। ਉਹਨੂੰ ਪਤਾ, ਉਹਨੂੰ ਇੰਨੀ ਸੈਂਸ ਹੈ ਕਿ ਜੇ ਮੇਰੇ ਦੋਸਤ ਦਾ ਬਾਪ ਬਿਮਾਰ ਹੈ, ਉਹ ਮਾਤੜ ਹੈ, ਗਰੀਬ ਹੈ, ਅਤੇ ਮੈਂ ਉਹਨੂੰ ਕਿਹਾ ਲੈ ਤੂੰ ਮੈਡੀਸਨ ਦਾ ਪ੍ਰਬੰਧ। ਮੇਰਾ ਦੋਸਤ ਸੀ, ਨਾਲ ਪੜ੍ਹਦਾ ਸੀ, ਉਹਦੇ ਕੋਲ 2 ਕਿਤਾਬਾਂ ਘੱਟ ਸੀ, ਮੈਂ ਕਿਹਾ ਲੈ ਆ ਤੂੰ, ਮੈਂ ਆਪਣੀ ਪੋਕਟ ਮਨੀ ਵਿੱਚੋਂ ਉਹਨੂੰ 2 ਕਿਤਾਬਾਂ ਲੈ ਕੇ ਦਿੱਤੀਆਂ। ਕਿਤੇ ਕਿਤਾਬਾਂ ਦੇ ਕਾਰਨ, ਕਿਸੇ ਕਾਪੀ ਡਾਇਰੀ ਦੇ ਕਾਰਨ ਤੂੰ ਸਬਜੈਕਟ ਵਿੱਚੋਂ ਪਿੱਛੇ ਨਾ ਰਹਿ ਜਾਏ। ਤੁਹਾਨੂੰ ਖੁਸ਼ੀ ਹੋਏਗੀ ਨਾ, ਬੋਲ ਕੇ ਦੱਸਿਓ ਜੀ। ਉਹ ਜਿਹੜੀ ਖੁਸ਼ੀ ਤੁਹਾਨੂੰ ਉਸ ਵਕਤ ਹੋਣੀ ਹੈ ਨਾ, ਤੁਸੀਂ ਸ਼ਿਮਲੇ ਘੁੰਮ ਆਓ, ਤੁਸੀਂ ਡੈਲੋਜੀ ਚਲੇ ਜਾਓ, ਤੁਸੀਂ ਜਿੱਥੇ ਮਰਜ਼ੀ ਘੁੰਮ ਆਓ, ਉਹ ਸਕੂਨ ਤੁਹਾਨੂੰ ਉੱਥੇ ਜਾ ਕੇ ਪ੍ਰਾਪਤ ਨਹੀਂ ਹੋਣਾ ਜਿਹੜਾ ਤੁਹਾਡੇ ਜ਼ਿੰਦਗੀ 'ਚ ਤੁਹਾਡੇ ਪੁੱਤ ਨੇ, ਤੁਹਾਡੀ ਧੀ ਨੇ ਹੀ ਤੁਹਾਨੂੰ ਆਣ ਕੇ ਘਰ ਦੱਸਿਆ ਕਿ ਮੰਮੀ ਜੀ ਤੁਸੀਂ ਜਿਹੜਾ ਮੈਨੂੰ ਹੋਸਟਲ 'ਚ ਪੜ੍ਹਦਿਆਂ ਖਰਚਾ ਦਿੱਤਾ ਸੀ, ਉਹਦੇ ਵਿੱਚੋਂ ਮੇਰੀ ਇੱਕ ਫਰੈਂਡ ਸੀ, ਪੜ੍ਹਨਾ ਚਾਹੁੰਦੀ ਸੀ ਪਰ ਉਹਦੇ ਮਾਂ-ਬਾਪ ਕੋਲ ਇਹਦੀ ਸਮਰੱਥਾ ਨਹੀਂ ਸੀ, ਮੈਂ ਇਸ ਵਾਰ ਇਸ ਸਬਜੈਕਟ ਦੀਆਂ ਉਹਨੂੰ 2-4000 ਦੀਆਂ ਕਿਤਾਬਾਂ ਲੈ ਕੇ ਦਿੱਤੀਆਂ ਨੇ। ਤੁਹਾਡੇ ਧੁਰ ਅੰਦਰੋਂ ਤੱਕ ਤੁਹਾਨੂੰ ਖੁਸ਼ੀ ਹੋਏਗੀ ਕਿ ਮੈਂ ਚੰਗੇ ਸੰਸਕਾਰ ਦੇ ਕੇ ਆਪਣੇ ਬੱਚਿਆਂ ਨੂੰ ਪਾਲ ਰਿਹਾ। ਚੰਗੇ ਸੰਸਕਾਰ ਦੇ ਕੇ ਬੱਚਿਆਂ ਨੂੰ ਪਾਲਣ ਵਾਲਾ ਇਨਸਾਨ ਦੁਨੀਆ ਦਾ ਸਭ ਤੋਂ ਅਮੀਰ, ਜਦੋਂ ਦੁਨੀਆ 'ਤੇ ਅਮੀਰੀ ਦੀ ਗੱਲ ਆਏਗੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਕਿਸੇ ਦਾ ਕੱਦ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਕਾਬਲੇ ਦਾ ਕੱਦ ਸੰਸਾਰ 'ਤੇ ਤੁਹਾਨੂੰ ਕਿਸੇ ਬਾਪ ਦੇ ਕੋਲੋਂ ਨਹੀਂ ਮਿਲੇਗਾ ਕਿ ਇਹਨੇ ਕਮਾਲ ਦੇ ਸੰਸਕਾਰ, ਇਹਨੇ ਕਮਾਲ ਦੀ ਉਹਨਾਂ ਨੂੰ ਗੁੜਤੀ ਦਿੱਤੀ। ਤੁਸੀਂ ਬੱਚੇ ਨੇ ਤੁਹਾਡੇ ਕੋਲ ਜਿੱਦ ਕੀਤੀ ਡੈਡੀ ਮੈਂ ਮੋਬਾਈਲ ਲੈਣਾ, ਤੁਸੀਂ ਕਿਹਾ ਮੈਂ ਪੁੱਤਰ ਆਪੇ ਲੈਣਾ, ਪੈਸੇ ਦਿੱਤੇ, ਬੱਚੇ ਨੇ ਥੋੜ੍ਹਾ ਜਿਹਾ ਸਸਤਾ ਮੋਬਾਈਲ ਲੈ ਲਿਆ ਪਰ ਉਸ ਪੈਸੇ ਨਾਲ ਉਹਨੇ ਕਿਸੇ ਲੋੜਵੰਦ ਦੀ ਹੈਲਪ ਕਰ ਦਿੱਤੀ, ਤੁਹਾਨੂੰ ਅੰਦਰੋਂ ਧੁਰ ਤਾਂ ਖੁਸ਼ੀ ਹੋਏਗੀ। ਇਹ ਬੀਜਣ ਦੀ ਲੋੜ ਹੈ ਸਾਨੂੰ ਸਮਾਜ ਦੇ ਵਿੱਚ ਕਿ ਬੰਦਾ ਦੁਨੀਆ ਤੋਂ ਚਲਾ ਜਾਏ, ਲੋਕ ਮਾਣ ਕਰਨ ਇਹ ਫਲਾਣੇ ਦਾ ਪੁੱਤਰ ਹੈ ਬਈ, ਇਹ ਫਲਾਣੇ ਦੀ ਪੋਤਰੀ ਹੈ ਬਈ। ਬੰਦਾ ਜਿਉਂਦਾ ਦੋਨਾਂ ਕੰਮਾਂ ਕਰਕੇ, ਚੰਗੇ ਕੰਮਾਂ ਨਾਲ ਵੀ ਜਿਉਂਦਾ ਹੈ। ਯਾਦ ਦੁਨੀਆ ਚੰਗਿਆਂ ਕੰਮਾਂ ਨੂੰ ਵੀ ਕਰਦੀ ਹੈ, ਯਾਦ ਲੋਕ ਮਾੜਿਆਂ ਕੰਮਾਂ ਨੂੰ ਵੀ ਕਰਦੀ। ਮੈਂ ਕਿੰਨਾ 'ਚ ਆਪਣਾ ਨਾਮ ਲਿਖਾਉਣਾ ਇਹ ਮੇਰੇ ਕੋਲ, ਮੇਰੇ ਮਨ ਦੀ ਆਪਣੀ ਮਰਜ਼ੀ ਹੈ। ਹੁਣ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਰਾਖ ਲੇਵੋ, ਰੱਖ ਲਵੋ, ਇਹ ਨਹੀਂ ਕਿਹਾ ਤੁਸੀਂ ਵਿਗਾੜ ਦਿੱਤੀ। ਅੱਜ ਤੇ ਬਲੇਮ ਕੀਤਾ ਜਾ ਰਿਹਾ, ਬੱਚਾ ਕਹਿੰਦਾ ਮਾਂ ਬਾਪ ਨੂੰ ਤੁਸੀਂ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਔਰਤ ਮਰਦ ਨੂੰ ਕਹਿ ਰਹੀ ਹੈ, ਮਰਦ ਔਰਤ ਨੂੰ ਕਹਿ ਰਿਹਾ, ਭਰਾ ਭਰਾ ਨੂੰ ਕਹਿ ਰਿਹਾ। ਨਾ 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 ਜੀ, ਕੌਣ ਕਿਸੇ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ? ਜ਼ਿੰਮੇਵਾਰ ਤੂੰ ਖੁਦ ਆਪ ਹੈ। ਕਈ ਵਾਰੀ ਸਟੂਡੈਂਟ ਕਹਿੰਦਾ ਟੀਚਰ ਨੂੰ ਤੁਸੀਂ ਮੇਰੀ ਜ਼ਿੰਦਗੀ ਤਬਾਹ ਕਰਤੀ ਹੈ, ਤੇ ਲਾਗੇ ਬੈਠਾ ਇੱਕ ਸਟੂਡੈਂਟ ਉਹ ਉਸੇ ਸਕੂਲ 'ਚ ਪੜ੍ਹ ਕੇ ਹੀ ਟੌਪ ਕਰ ਰਿਹਾ, ਉਹਨੇ ਕਿੱਦਾਂ ਆਪਣੀ ਜ਼ਿੰਦਗੀ ਸਵਾਰ ਲਈ ਜੀ? ਵਾਸਤਵ ਇਹ ਸੀ ਉਹ ਪੜ੍ਹਨਾ ਚਾਹੁੰਦਾ ਸੀ, ਤੂੰ ਪੜ੍ਹਨਾ ਨਹੀਂ ਸੀ ਚਾਹੁੰਦਾ। ਜਿਨ੍ਹਾਂ ਨੇ ਪੜ੍ਹਨਾ ਹੁੰਦਾ, ਜਿਨ੍ਹਾਂ ਸਿੱਖਣਾ ਹੁੰਦਾ, ਬੁੱਤ ਬਣਾ ਕੇ ਵੀ ਸ਼ਾਸਤਰ ਵਿੱਦਿਆ ਸਿੱਖ ਲੈਂਦੇ ਨੇ। ਜਿਨ੍ਹਾਂ ਕੁਝ ਸਿੱਖਣਾ ਹੁੰਦਾ ਉਹ ਟੀਚਰ ਨੂੰ ਸਾਹਮਣੇ ਬਿਠਾ ਕੇ ਦੂਰ ਬੈਠੇ ਵੀ, ਜਿਨ੍ਹਾਂ ਨੇ ਤੁਸੀਂ ਵੇਖੋ ਆ ਕਲਾਸਾਂ ਵਿੱਚ ਜਿਨ੍ਹਾਂ ਪੜ੍ਹਨਾ ਹੁੰਦਾ, ਇੱਕ 10 ਮਿੰਟ ਕਿਤੇ ਟੀਚਰ ਲੇਟ ਹੋ ਜਾਏ, ਇੱਕ ਸਟੂਡੈਂਟ ਆਪਣੀ ਉਹਨਾਂ 10 ਮਿੰਟਾਂ 'ਚ ਵੀ ਸਟੱਡੀ ਕਰ ਰਿਹਾ, ਦੂਜਾ ਬਹਾਨਾ ਮਾਰਦਾ ਜੀ ਉਹ ਤਾਂ ਟੀਚਰ ਨਹੀਂ ਆਇਆ, ਉਹਨੇ ਸਬਜੈਕਟ ਮੈਨੂੰ ਪੜ੍ਹਾਇਆ ਹੀ ਨਹੀਂ। ਇਹ ਤਾਂ ਆਪਣੇ ਆਪ 'ਤੇ ਡਿਪੈਂਡ ਕਰਦਾ ਮੈਂ ਕੀ ਕਰਨਾ ਚਾਹੁੰਦਾ। ਜਿਹਨੇ ਪੜ੍ਹਨਾ, ਪੁਰਾਣੇ ਸਮੇਂ 'ਚ ਲਾਈਟ ਤੇ ਕੱਲ੍ਹ ਦੀਆਂ ਗੱਲਾਂ ਨੇ, 1960 ਦੀ ਗੱਲ ਹੈ ਜਦੋਂ ਲਾਈਟ, ਉਹ ਤੋਂ ਪਹਿਲਾਂ ਦੀਆਂ ਗੱਲਾਂ ਕਰੋ ਤੁਸੀਂ, ਜਦੋਂ ਦੀਵੇ ਬਾਲ ਕੇ ਲੋਕ ਪੜ੍ਹਦੇ ਸੀ। ਬਜ਼ੁਰਗਾਂ ਨੂੰ ਤਾਂ ਪਤਾ ਹੈ ਨਾਸਾਂ ਕਾਲੀਆਂ ਹੋ ਜਾਂਦੀਆਂ ਸੀ, ਜਿਹੜੇ ਪੁਰਾਣੇ ਬਜ਼ੁਰਗ ਆਪਣੇ ਪੜ੍ਹੇ ਨੇ, ਜਿਨ੍ਹਾਂ ਨੇ ਮਿਹਨਤ ਕਰਕੇ ਵੀ। ਤੁਸੀਂ ਕਈ ਸਧਾਰਨ ਪਰਿਵਾਰਾਂ ਦੇ ਬੱਚੇ ਵੇਖੇ ਹੋਣੇ ਨੇ, ਨਾਲ ਬਾਪੂ ਨਾਲ ਖੇਤਾਂ 'ਚ ਕੰਮ ਵੀ ਕਰਾਉਣਾ ਹੈ। ਐਸੀਆਂ ਧੀਆਂ ਜਿਹੜੀਆਂ ਆਪਣੀ ਮਾਂ ਦੇ ਨਾਲ ਲੋਕਾਂ ਦੇ ਘਰ ਸਫਾਈਆਂ ਕਰਨ ਵੀ ਜਾਂਦੀ ਹੈ ਅਤੇ ਘਰ ਆਣ ਕੇ ਪੜ੍ਹਦੀ ਵੀ ਹੈ, ਅਗਲੀ IPS ਕਲੀਅਰ ਕਰ ਗਈ ਹੈ। ਅਤੇ ਇੱਕ ਉਹ ਬੱਚੇ ਜਿਨ੍ਹਾਂ ਨੂੰ ਅਸੀਂ ਫੁੱਲ ਸਹੂਲਤਾਂ ਦਿੰਦੇ ਹਾਂ, ਉਹਨਾਂ ਨੂੰ ਅਸੀਂ AC ਲਾ ਕੇ ਦਿੰਦੇ, ਅਸੀਂ ਉਹਨਾਂ ਨੂੰ ਕਿਤਾਬਾਂ ਲੈ ਕੇ ਦਿੰਦੇ, ਅਸੀਂ ਫੁੱਲ ਸਹੂਲਤਾਂ ਦਿੰਦੇ। ਇਹ ਗੱਲ ਬੰਦੇ ਆ ਤੇਰੇ ਆਪ ਇੱਦਾਂ ਹੀ ਸੇਮ ਜ਼ਿੰਦਗੀ ਹੈ। ਜਿਹਨੇ ਨਹੀਂ ਚੰਗੇ ਕੰਮ ਕਰਨੇ
ਉਹਨੇ ਚੰਗੀਆਂ ਸਹੂਲਤਾਂ ਵਿੱਚ ਵੀ ਨਹੀਂ ਕਰਨੇ। ਜਿਨ੍ਹਾਂ ਨੂੰ ਚੰਗੇ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ, ਹੱਥ 'ਤੇ 2 ਪ੍ਰਸ਼ਾਦੇ ਹੋਣ, ਉਹ 'ਚੋਂ ਵੀ ਉਹ ਦੂਜੇ ਨੂੰ ਖਵਾ ਕੇ ਖੁਸ਼ੀ ਮਹਿਸੂਸ ਲੈ ਜਾਂਦਾ ਹੈ। ਲੰਗਰ ਦਾ ਅਰਥ ਕਿਤੇ ਖੀਰਾਂ ਪ੍ਰਸ਼ਾਦੇ ਥੋੜ੍ਹਾ ਹੁੰਦੇ ਨੇ। ਕਿਸਾਨੀ ਅੰਦੋਲਨ ਦੀ ਇੱਕ ਘਟਨਾ ਦੱਸਦਾ, ਤੁਸੀਂ ਹੈਰਾਨ ਹੋ ਜਾਓਗੇ। ਦਰਬਾਰ ਸਾਹਿਬ ਦੇ ਰਾਗੀ ਸਾਰੇ ਇਕੱਠੇ ਹੋ ਕੇ ਜਦੋਂ ਕਿਸਾਨੀ ਅੰਦੋਲਨ 'ਚ ਆਪਣੀ ਹਾਜ਼ਰੀ ਲਵਾਉਣ ਆਏ, ਸੰਯੁਕਤ ਮੋਰਚੇ ਦੀ ਸਟੇਜ 'ਤੇ ਜਦੋਂ ਪਹੁੰਚੇ, ਤੇ ਉਹਨਾਂ ਸੰਯੁਕਤ ਮੋਰਚੇ ਦੀ ਸਟੇਜ ਤੋਂ ਪਹੁੰਚਣ ਤੋਂ ਪਹਿਲਾਂ ਇੱਕ ਪਾਣੀਪਤ ਸੋਨੀਪਤ ਦੇ ਲਾਗੇ ਇੱਕ ਘਟਨਾ ਵਾਪਰੀ ਉਹਨਾਂ ਨਾਲ, ਜਿਹੜੀ ਉਹਨਾਂ ਨੇ ਸਟੇਜ 'ਤੇ ਸੁਣਾਈ, ਬਾ ਕਮਾਲ। ਇੱਕ ਬਜ਼ੁਰਗ ਹਰਿਆਣੇ ਦਾ ਮਾਤੜ ਜਿਹਾ ਬੰਦਾ 2-2.5 ਕਿਲੋ ਮੂੰਗਫਲੀਆਂ ਲੈ ਕੇ ਨਾ ਇੱਦਾਂ ਰੋਡ 'ਤੇ ਖਲੋਤਾ ਹੈ, ਅਤੇ ਇਹਨਾਂ ਦੀ ਗਾੜੀ ਹੱਥ ਕਰ ਰਿਹਾ ਇੱਦਾਂ ਵੀ ਗੱਡੀਆਂ ਖਿਲਾਰੋ। ਇਹ ਸਾਰੇ ਇਕੱਠੇ ਹੋ ਕੇ ਜਦੋਂ ਜਾ ਰਹੇ ਸੀ ਹਾਜ਼ਰੀ ਲਵਾਉਣ, ਤਾਂ ਉਹਨਾਂ ਪੁੱਛਿਆ, ਬਾਪੂ ਜੀ ਇਹ ਕੀ ਹੈ? ਕਹਿੰਦੇ ਮੂੰਗਫਲੀ ਦਾ ਲੰਗਰ ਹੈ। ਬਾਪੂ ਜੀ ਤਾਂ ਥੋੜ੍ਹੀ ਜਿਹੀ ਹੈ। ਕਹਿੰਦਾ ਮੇਰੇ ਕੋਲ ਪੈਸੇ ਇੰਨੇ ਸੀ। ਅਗਲੇ ਦੀ ਸਮਰੱਥਾ ਵੇਖੋ, ਸ਼ਰਧਾ ਵੇਖੋ। 2-2.5 ਕਿਲੋ ਮੂੰਗਫਲੀ ਬਾਜ਼ਾਰੋਂ ਲੈ ਕੇ, ਅਤੇ ਉਹ ਇਹ ਕਹਿੰਦਾ, ਮੈਂ ਜਿਹੜੇ ਇੱਥੇ ਕਿਸਾਨੀ ਅੰਦੋਲਨ 'ਚ ਹਾਜ਼ਰੀ ਲਵਾਉਣ ਆ ਰਹੇ, ਮੈਂ ਉਹਨਾਂ ਵਾਸਤੇ, ਬੋਲੋ ਸਾਰੇ ਜੀ, ਲੰਗਰ ਲਾ ਕੇ ਬੈਠਾ। ਹੁਣ ਜੋ ਉਹਦੇ ਕੋਲ ਹੈਗਾ ਸੀ ਉਹਨੇ ਲਾਤਾ। ਗੱਲ ਤਾਂ ਆਹ ਸੀ ਨਾ। ਅਤੇ ਕਈ ਵਾਰੀ ਬੰਦੇ ਕੋਲ ਸਭ ਕੁਝ ਹੋਣ ਤੋਂ ਬਾਅਦ ਵੀ, ਕਈ ਵਾਰੀ ਬੰਦੇ ਦੇ ਘਰ ਗੱਡੀਆਂ ਖਲੋਤੀਆਂ ਹੁੰਦੀਆਂ ਨੇ। ਕੋਈ ਲੋੜਵੰਦ ਕਹਿੰਦਾ ਜੀ ਹੌਸਪੀਟਲ ਮਰੀਜ਼ ਪਹੁੰਚਾਉਣਾ, ਬੰਦਾ ਕਹਿੰਦਾ ਜੀ ਘਰ ਸਾਧਨ ਹੈ ਨਹੀਂ, ਅਤੇ ਇੱਕ ਰਿਕਸ਼ੇ ਵਾਲਾ ਕਹਿੰਦਾ ਜੀ ਮੈਂ ਆਪਣੇ ਰਿਕਸ਼ੇ 'ਤੇ ਲੈ ਚੱਲਦਾ, ਪੈਸਾ ਵੀ ਕੋਈ ਨਹੀਂ ਲੈਂਦਾ। ਅਮੀਰ ਕਿਹੜਾ ਹੋਇਆ ਦੋਵਾਂ 'ਚੋਂ? ਲੋਕਾਂ ਨੇ ਕਹਿਣਾ ਗੱਡੀਆਂ ਵਾਲਾ ਅਮੀਰ ਹੈ, ਪਰ ਜੇ ਤੁਸੀਂ ਨੇਚਰ, ਕੁਦਰਤ ਦੇ ਮੁਤਾਬਕ ਵੇਖੋਗੇ, ਰਿਕਸ਼ੇ ਵਾਲਾ ਸਾਰਿਆਂ ਨੂੰ ਗਰੀਬ ਕਰ ਗਿਆ। ਜੋ ਹੈਗਾ ਸੀ ਉਹਨੇ ਉੱਤੇ ਨਿਸ਼ਾਵਰ ਕਰਤਾ ਵੀ ਆਹ ਹੈ ਮੇਰੇ ਕੋਲ, ਤੇ ਭਾਈ ਮੇਰੇ ਕੋਲ ਤੇ ਆਹ ਹੈ। ਜ਼ਿੰਦਗੀ ਵਿੱਚ ਗੁਰੂ ਸਾਹਿਬ ਜੀ ਨੇ ਅਮੀਰੀ ਦੀ ਜਦੋਂ ਗੱਲ ਕੀਤੀ ਹੈ, ਉਹ ਇਨਸਾਨ ਦੇ ਮਨ ਦੀ ਗੱਲ ਕੀਤੀ ਹੈ। ਜੋ ਤਗੜਾ ਹੋ ਕੇ ਰਾਖ ਲਵੋ ਹਮ ਤੇ ਬਿਗੜੀ, ਰੱਖ ਲਵੋ, ਬਚਾ ਲਓ, ਮੇਰੇ ਕੋਲੋਂ ਵਿਗੜ ਗਈ ਆ ਕੀ? ਮੇਰੀ ਜ਼ਿੰਦਗੀ। ਸੀਲ, ਮੇਰੇ ਕੋਲ ਮਿੱਠਾ ਸੁਭਾਅ ਨਹੀਂ ਹੈਗਾ। ਸੀਲ ਧਰਮ, ਮੇਰੇ ਕੋਲ ਧਰਮ ਨਹੀਂ ਹੈਗਾ। ਧਰਮ ਕੀ ਆ? ਆਪਣੀ ਡਿਊਟੀ, ਆਪਣਾ ਫਰਜ਼। ਜਿਵੇਂ ਆ ਮਾਈਕ ਦਾ ਧਰਮ ਕੀ ਹੈ? ਜੋ ਇੱਥੋਂ ਇਹਨੂੰ, ਜਿਸ ਕੰਮ ਲਈ ਇਹਨੂੰ ਲਾਇਆ ਗਿਆ, ਆਪਣੀ ਡਿਊਟੀ ਨਿਭਾਈ ਜਾਂਦਾ, ਆਪਣੀ ਜਗ੍ਹਾ 'ਤੇ ਲੱਗਾ ਹੋਇਆ। ਜੇ ਹੁਣ ਇਹ 'ਚ ਪ੍ਰੋਬਲਮ ਆ ਗਈ, ਇਹਨੇ ਆਪਣੀ ਡਿਊਟੀ ਨਾ ਨਿਭਾਈ, ਇਹਨੂੰ ਚੁੱਕ ਕੇ ਸਾਈਡ 'ਤੇ ਕਰ ਦੇਣਾ। ਹੁਣ ਇਹ ਕਵੇ ਜੀ ਮੈਂ ਇੱਥੇ ਮੈਨੂੰ ਲਿਆਓ, ਇਹਨੂੰ ਇਹ ਡਿਊਟੀ ਨਿਭਾਉਣੀ ਪੈਣੀ ਹੈ, ਤਾਂ ਇੱਥੇ ਆਏਗਾ। ਟੀਚਰ ਦਾ ਧਰਮ ਕੀ ਹੈ ਸਕੂਲ ਵਿੱਚ ਭਲਾ? ਬੋਲੋ ਜੀ, ਬੋਲੋ ਭਾਈ। ਪੜ੍ਹਾਉਣਾ ਕਿ ਸਵਾਟਰ ਬੁਣਨਾ? ਮੰਨ ਲਓ ਜੇ ਕੋਈ ਲੇਡੀ ਟੀਚਰ ਹੋਵੇ, ਉਹਦਾ ਸਵਾਟਰ ਬੁਣਨਾ ਧਰਮ ਹੈ ਉੱਥੇ। ਜਿਹੜੇ ਟਾਈਮ ਉਹਨੂੰ ਪੜ੍ਹਨ ਦੀ ਸਰਕਾਰ ਤਨਖਾਹ ਦੇ ਰਹੀ ਹੈ, ਉਹ ਕਹੇ ਜੀ ਮੈਂ ਤਾਂ ਆਪਣਾ ਸਵਾਟਰ ਬੁਣ ਰਹੀ ਹਾਂ। ਜੇ ਟੀਚਰ ਹੋ, ਮੈਂ ਆਪਣਾ ਪੇਪਰ ਪੜ੍ਹ ਰਿਹਾ। ਪੇਪਰ ਘਰ ਪੜ੍ਹ ਕੇ ਆ ਸਵੇਰੇ ਸਕੂਲ ਆਉਣ ਤੋਂ ਪਹਿਲਾਂ। ਡਾਕਟਰ ਸਾਹਿਬ, ਤੁਹਾਨੂੰ ਪੇ ਮਿਲਦੀ ਹੈ, ਤੁਹਾਨੂੰ ਤਨਖਾਹ ਮਿਲਦੀ ਹੈ ਮਰੀਜ਼ਾਂ ਦਾ ਇਲਾਜ ਕਰਨ ਲਈ। ਤੁਹਾਡਾ ਫਰਜ਼ ਬਣਦਾ, ਤੁਸੀਂ ਆਪਰੇਸ਼ਨ ਥੀਏਟਰ ਵਿੱਚ ਪਹੁੰਚੋ, ਤੁਸੀਂ ਉੱਥੇ ਇਕੱਲੇ ਮਰੀਜ਼ ਨੂੰ ਚੈੱਕ ਕਰੋ ਹੌਸਪੀਟਲ ਦੇ ਵਿੱਚ। ਤੁਹਾਡਾ ਧਰਮ ਇਹ ਹੈ। ਜਿੱਦਣ ਹਰ ਬੰਦਾ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲੱਗ ਪਿਆ, ਇਹ ਸੰਸਾਰ 'ਤੇ ਐਡਾ ਸੋਹਣਾ ਬੈਕੁੰਠ ਬਣ ਜਾਣਾ, ਇਹ 'ਤੇ ਕਿਸੇ ਦਾ ਗਲ 'ਚ ਰੱਸਾ ਪਾ ਕੇ ਫਾਹ ਲੈਣ ਨੂੰ ਜੀ ਕਰਨਾ ਹੀ ਨਹੀਂ। ਉਹਨੇ ਕਹਿਣਾ ਦੁਨੀਆ ਐਡੀ ਕਮਾਲ ਦੀ ਛੱਡ ਕੇ ਮੈਂ ਕਿਉਂ ਜਾਵਾਂ ਬਾਈ? ਜਿਹੜੇ ਇੱਥੇ ਕਿਹਾ ਜਾ ਰਿਹਾ ਮੇਰਾ ਮਰਨ ਨੂੰ ਜੀ ਕਰਦਾ, ਮੈਂ ਦੁਨੀਆ ਤੋਂ ਅੱਕ ਗਿਆ, ਇਹਦਾ ਅਰਥ ਅਸੀਂ ਵਿਗਾੜਤਾ। ਅਸੀਂ ਦੁਨੀਆ ਨੂੰ ਇੰਨਾ ਗੰਦਾ ਕਰ ਦਿੱਤਾ, ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਕਿਸੇ ਦਾ। ਕਤਲ ਕਰਨਾ, ਸਿੱਧਾ ਕਿਸੇ ਦੇ ਚਾਕੂ ਮਾਰ ਦੇਣਾ, ਕੋਈ ਗਨ ਲੈ ਕੇ ਕੰਨ ਦੇ ਉੱਤੇ ਰੱਖ ਦੇਣੀ, ਇਹੋ ਕਤਲ ਨਹੀਂ ਹੁੰਦਾ। ਸਿਸਟਮ ਐਸਾ ਬਣਾ ਦੇਣਾ ਕਿ ਤੁਹਾਡੇ ਸਿਸਟਮ ਤੋਂ ਤੰਗ ਆ ਕੇ ਕੋਈ ਆਪਣੀ ਜੀਵਨ ਲੀਲਾ ਖਤਮ ਕਰ ਲਵੇ, ਇਹ ਵੀ ਤਾਂ ਮਰਡਰ ਹੀ ਹੈ, ਇਹ ਵੀ ਤਾਂ ਕਤਲ ਹੀ ਹੈ। ਤੁਸੀਂ ਮਾਹੌਲ ਐਸਾ ਬਣਾ ਦਿਓ ਕਿ ਜਿਹੜੇ ਬੰਦੇ ਨੇ 4 ਸਾਲ ਹੋਰ ਕੱਢਣੇ ਸੀ, ਉਹ ਪਹਿਲਾਂ ਹੀ ਆਪਣੀ ਜੀਵਨ ਲੀਲਾ ਖਤਮ ਕਰ ਲਵੇ। ਰਾਖ ਲੇਵੋ ਹਮ ਤੇ ਬਿਗਰੀ, ਸੀਲ ਮਿੱਠਾ ਸੁਭਾਅ, ਧਰਮ, ਜਪ, ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਇਹਦਾ ਮੀਨਿੰਗ ਭਗਤੀ, ਇਬਾਦਤ, ਗੁਣ। ਭਗਤ ਨਾ ਕੀਨੀ ਹਾਂ ਅਭਿਮਾਨ, ਟੇਢ ਪਗੜੀ। ਮੈਂ ਹੰਕਾਰ 'ਚ ਟੇਢਾ ਰਸਤਾ ਫੜ ਲਿਆ। ਕਈ ਵਾਰੀ ਨਾ ਬੰਦਾ ਆਪਣੀ ਈਗੋ ਕਰਕੇ, ਪਤਾ ਹੁੰਦਾ ਵੀ ਜਿਹਨੇ ਆਹ ਰਸਤਾ ਦੱਸਿਆ ਇਹ ਸਹੀ ਆ, ਪਰ ਅਗਲਾ ਕਹਿੰਦਾ ਜੇ ਮੈਂ ਇਹ ਰਸਤੇ ਤੁਰ ਪਿਆ ਇਹ ਸਹੀ ਹੋ ਜਾਣਾ, ਮੈਂ ਗਲਤ ਹੋ ਜਾਣਾ, ਇਸ ਕਰਕੇ ਮੈਂ ਇਹਦੇ ਆਖੇ, ਬੋਲੋ ਸਾਰੇ, ਲੱਗਣਾ ਹੀ ਨਹੀਂ। ਕਿਉਂ? ਮੈਂ ਇਹਨੂੰ ਸਹੀ ਨਹੀਂ ਹੋਣ ਦੇਣਾ। ਇਹ ਕਿੱਦਾਂ ਸਹੀ ਹੋ ਜੂ? ਇਸ ਕਰਕੇ ਮੈਂ ਕੀ ਕਰਨਾ, ਮੈਂ ਟੇਢੇ ਰਸਤੇ ਤੁਰੂ। ਅਤੇ ਬਹੁਤਿਆਂ ਲੋਕਾਂ ਨੇ ਆਪਣੀਆਂ ਘਰ ਤਬਾਹ ਕਰ ਲਏ ਇਹਨਾਂ ਗੱਲਾਂ 'ਤੇ, ਕਿਉਂਕਿ ਈਗੋ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਇਨਸਾਨ ਨੂੰ ਜ਼ਿੰਦਗੀ ਵਿੱਚ, ਜੇ ਜ਼ਿੰਦਗੀ ਵਿੱਚ ਇਨਸਾਨ ਦੇ ਸਭ ਤੋਂ ਵੱਡੀ ਰੁਕਾਵਟ ਹੈ ਨਾ, ਸਭ ਤੋਂ ਵੱਡੀ,
ਸਭ ਤੋਂ ਵੱਡੀ ਜਿਹੜੀ ਇਹਨੂੰ ਕਈ ਵਾਰੀ ਨਾ ਇਹਦੀ ਪ੍ਰਮੋਸ਼ਨ ਹੋ ਰਹੀ ਹੁੰਦੀ ਹੈ, ਇਹਨੇ ਅਹੁਦੇ 'ਤੇ ਪਹੁੰਚਣਾ ਹੁੰਦਾ, ਪਰ ਇਹਦੀ ਈਗੋ ਇਹਨੂੰ ਥੱਲੇ ਲੈ ਆਉਂਦੀ। ਗੁਰੂ ਸਾਹਿਬ ਨੇ ਬਾ ਕਮਾਲ। ਤੇ ਇਹ ਜਿਹੜਾ ਹਉਮੈ ਦਾ ਰੋਗ ਹੈ, ਇਹ ਸਿਰਫ ਇਨਸਾਨ ਦੇ ਹਿੱਸੇ ਆਇਆ, ਇਹ ਕਿਸੇ ਪਸ਼ੂ ਪੰਛੀ 'ਚ ਨਹੀਂ ਹੈਗਾ। ਹਉਮੈ ਰੋਗ ਮਾਨੋ ਕੋ ਦੀਨਾ। ਘਰ ਬੈਕੁੰਠ ਬਣ ਜਾਣਗੇ। ਮੈਂ ਇੱਕ ਸੌਖੀ ਜਿਹੀ ਐਗਜ਼ਾਮਪਲ ਦਿੰਦਾ। ਆਪਾਂ ਆਪਣੇ ਪੁੱਤਰ ਦਾ ਆਨੰਦ ਕਾਰਜ ਕੀਤਾ, ਨੂੰਹ ਵਿਆਹੀ, ਘਰ ਆਈ, ਜੇ ਆਉਂਦਿਆਂ ਸਾਰਾ ਪਰਿਵਾਰ ਜਿੰਨੇ ਵੀ ਬੈਠੇ ਆਪਾਂ ਇੰਨਾ ਕਹਿ ਦੇ, ਸੱਸ ਕਹਿ ਦੇ, ਸਹੁਰਾ ਕਹਿ ਦੇ, ਪੁੱਤਰ ਤੁਸੀਂ ਪੜ੍ਹੇ ਲਿਖੇ ਜੇ, ਅਸੀਂ ਤੁਹਾਡੇ ਜਿੰਨੀ ਐਜੂਕੇਸ਼ਨ ਨਹੀਂ ਹੈਗੀ, ਤੁਸੀਂ ਇੱਕ ਕੰਮ ਕਰਿਓ, ਜੇ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਹੋਏਗਾ ਤੁਸੀਂ ਸਾਨੂੰ ਸੁਝਾਅ ਦੇ ਦਿਓ। ਅਤੇ ਲੜਕੀ ਪੜ੍ਹੀ ਲਿਖੀ ਆਣ ਕੇ ਇਹ ਗੱਲ ਕਹਿ ਦੇ, ਮੰਮੀ ਜੀ ਮੈਂ ਪੜ੍ਹੀ ਹਾਂ, ਮੈਨੂੰ ਕਿਚਨ ਵਿੱਚ ਹੋ ਸਕਦਾ ਤੁਹਾਡੇ ਜਿੰਨਾ ਸਮਾਨ ਨਾ ਬਣਾਉਣਾ ਆਉਂਦਾ ਹੋਵੇ, ਜਿੱਥੇ ਮੈਨੂੰ ਕਿਸੇ ਵਸਤੂ ਦਾ ਨਾ ਪਤਾ ਲੱਗੇ ਤੁਸੀਂ ਮੈਨੂੰ ਦੱਸ ਦਿਓ, ਆਪਾਂ ਰਲ ਕੇ ਘਰ ਨੂੰ ਬੈਕੁੰਠ ਬਣਾਉਣਾ। ਜੇ ਔਰਤ ਮਰਦ ਨੂੰ ਕਹਿ ਦੇ ਜਿੱਥੇ ਮੈਂ ਗਲਤ ਹਾਂ ਮੈਨੂੰ ਸਮਝਾ ਦੀ, ਅਤੇ ਔਰਤ ਕਹਿ ਦੇ ਜਿੱਥੇ ਮੈਂ ਗਲਤ ਹਾਂ ਮੈਨੂੰ ਸਮਝਾ ਦਿਓ, ਦੱਸੋ ਜੀ ਐਸੇ ਘਰ ਨੂੰ ਕੋਈ ਪਾੜ ਸਕਦਾ? ਐਸੇ ਘਰ 'ਚ ਕਦੀ ਕੋਈ ਕੰਧ ਹੋ ਸਕਦੀ ਹੈ? ਬੋਲੋ ਗੁਰੂ ਕੇ ਪਿਆਰਿਓ। ਜਿੱਥੇ ਦਿਮਾਗ 'ਚ ਇਹ ਗੱਲ ਆ ਗਈ ਮੈਂ ਸਹੀ ਹਾਂ ਦੂਜਾ ਗਲਤ ਹੈ, ਸਵਾਲ ਨਹੀਂ ਪੈਦਾ ਹੁੰਦਾ ਤੁਹਾਡਾ ਘਰ ਤਰੱਕੀ ਕਰੇ। ਇਹ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਨੇ। ਨਿਮਣ ਸੋ ਅੱਖਰ, ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ। ਵੇਸ ਕਾਹਦੇ ਲਈ ਕਰੀਦਾ? ਸ਼ਿੰਗਾਰ ਕਾਹਦੇ ਲਈ ਕਰੀਦਾ? ਖੁਸ਼ ਕਰ ਲਈ ਨਾ, ਦੂਜੇ ਨੂੰ ਚੰਗਾ ਲੱਗੇ। ਬੰਦਾ ਆਪਣੇ ਤਨ ਨੂੰ, ਆਪਣੇ ਸ਼ਿੰਗਾਰ ਆਪਣੇ ਲਈ ਨਹੀਂ ਕਰਦਾ। ਜੇ ਆਪਣੇ ਲਈ ਕਰਦਾ ਹੋਵੇ ਬੰਦਾ ਘਰ ਕਿਉਂ ਨਾ ਸ਼ਿੰਗਾਰ ਕਰੇ? ਇਕੱਲਾ ਬੈਠਾ ਹੈ, ਭਾਵੇਂ ਔਰਤ ਹੈ ਭਾਵੇਂ ਮਰਦ ਹੈ, ਬੰਦਾ ਦੂਜੇ ਲਈ ਘਰ ਤੇ ਸਾਡਾ ਉਹੋ ਹੀ ਹੈ। ਘਰ ਅਸੀਂ ਆਪਣੇ ਲਈ ਸ਼ਿੰਗਾਰਦੇ ਨਹੀਂ। ਜਦੋਂ ਵਿਆਹਾਂ ਸ਼ਾਦੀਆਂ ਹੁੰਦੀਆਂ ਨੇ ਕਿੱਦਾਂ ਅਸੀਂ ਪੇਂਟ ਕਰਾਉਂਦੇ ਹਾਂ, ਕਿੱਦਾਂ ਅਸੀਂ ਡੈਕੋਰੇਸ਼ਨ ਕਰਦੇ ਹਾਂ। ਜੇ ਅਸੀਂ ਆਪਣੇ ਲਈ ਕਰਨਾ ਅੱਗੋਂ ਪਿੱਛੋਂ ਕਿਉਂ ਨਹੀਂ ਕਰਦੇ? ਸਾਨੂੰ ਪਤਾ 4 ਗੈਸਟ ਆਉਣੇ ਨੇ, ਕੋਈ ਲੰਘਦਾ ਰਾਹੀ ਰਿਸ਼ਤੇਦਾਰ ਆਏਗਾ, ਸਾਡੇ ਦਰਵਾਜ਼ੇ, ਸਾਡੀਆਂ ਖਿੜਕੀਆਂ, ਸਾਡਾ ਸਭ ਕੁਝ ਵੇਖ ਕੇ ਉਹਦਾ ਮਨ ਪ੍ਰਸੰਨ ਹੋਏਗਾ। ਈਵਨ ਇੱਥੋਂ ਤੱਕ ਅਸੀਂ ਉਹ ਇਨਸਾਨ ਹਾਂ, ਘਰ ਬੈਠੇ ਹੁੰਦੇ ਹਾਂ, ਸਿੰਪਲ ਕੱਪੜੇ ਪਾਏ ਹੁੰਦੇ, ਇੱਕਦਮ ਅਸੀਂ ਘਰੋਂ ਬਾਹਰ ਜਾਣਾ ਹੋਵੇ ਨਾਲ ਹੀ ਅਸੀਂ ਕੱਪੜੇ ਚੇਂਜ ਕਰਦੇ ਹਾਂ। ਜੇ ਮੈਂ ਆਪਣੇ ਲਈ ਕੀਤੇ ਮੈਂ ਘਰ ਕਿਉਂ ਨਹੀਂ ਕੀਤੇ? ਸ਼ਿੰਗਾਰ ਮੈਂ ਦੂਜੇ ਲਈ ਕਰ ਰਿਹਾ, ਮੈਂ ਘਰ ਕਿਉਂ ਨਹੀਂ ਪੱਗ ਬੰਨ੍ਹਦਾ? ਪਤਾ ਮੈਂ ਇਕੱਲਾ ਬੈਠਾ ਹਾਂ, ਜਦੋਂ ਮੈਂ ਬਾਹਰ ਜਾਣਾ ਮੈਂ ਦਸਤਾਰ ਬੱਧੀ ਹੈ, ਮੈਂ ਸੋਹਣਾ ਲੱਗਾ, ਮੈਂ ਸੋਹਣੇ ਕੱਪੜੇ ਪਾਵਾਂ, ਪਤਾ ਲੱਗੇ। ਸੇਮ ਇੱਦਾਂ ਹੀ ਜਿੱਦਣ ਮੈਂ ਜੇ ਬਾਹਰੀ ਤੌਰ 'ਤੇ ਸ਼ਿੰਗਾਰ ਸੰਸਾਰ ਲਈ ਕਰਦਾ, ਜਿੱਦਣ ਮੈਂ ਮਨ ਦਾ ਸ਼ਿੰਗਾਰ ਵੀ ਸੰਸਾਰ ਲਈ ਕਰ ਰਿਹਾ, ਅਤੇ ਸਾਡੇ ਬੋਲਣ ਨਾਲ, ਸਾਡੇ ਤੁਰਨ ਨਾਲ ਸੰਸਾਰ 'ਚ ਵਿਗਾੜ ਨਹੀਂ ਪੈਦਾ ਹੋਏਗਾ। ਬੜੀ ਦੁਨੀਆ ਖੂਬਸੂਰਤ ਬਣ ਜਾਏਗੀ। ਜਿੱਦਣ ਅਸੀਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਇੰਝ ਸਮਝਿਆ ਵੀ ਨਿਮਣ ਸੋ ਅੱਖਰ, ਖਮਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਬਸ ਇਹ ਵੇਸ ਇਕੱਲਾ ਔਰਤ ਨੇ ਨਹੀਂ ਕਰਨਾ, ਸ਼ਿੰਗਾਰ ਇਕੱਲਾ ਔਰਤ ਲਈ ਨਹੀਂ ਮਰਦ ਲਈ ਵੀ ਹੈ। ਔਰਤ ਮਿੱਠਾ ਬੋਲੇ, ਮਰਦ ਵੀ ਮਿੱਠਾ ਬੋਲੇ। ਇਹ ਦੇਸ਼ ਦੀ ਸਭਿਅਤਾ ਐਸੀ ਬਣਾਤਾ ਵੀ ਔਰਤ ਨੂੰ ਬਾਰ-ਬਾਰ ਕਿਹਾ ਗਿਆ ਤੇਰੇ ਲਈ ਪਤੀ ਪਰਮੇਸ਼ਰ ਹੈ, ਭਾਵੇਂ ਅੱਤ ਦਾ ਮਾੜਾ ਹੋਵੇ। ਮਰਦ ਵਾਸਤੇ ਵੀ ਹੈ ਕਿ ਜਿਹਨੇ ਪਰਿਵਾਰ ਛੱਡਿਆ ਤੇਰੇ ਬਦਲੇ 20, 25, 30 ਸਾਲ ਜਿਸ ਪਰਿਵਾਰ 'ਚ ਪਲੀ ਹੈ। ਆਪਾਂ ਸਾਰੇ ਪਰਿਵਾਰਾਂ ਵਾਲੇ ਜਦੋਂ ਧੀ ਘਰੋਂ ਤੋਰੀ ਦੀ ਹੈ, ਪੁੱਛ ਕੇ ਵੇਖੋ ਉਸ ਮਾਂ ਬਾਪ ਨੂੰ, ਕੋਈ ਸੌਖਾ ਕੰਮ ਥੋੜ੍ਹਾ ਹੈ ਕਿਤੇ। ਮਾਵਾਂ ਰੋਂਦੀਆਂ ਨੇ, ਆਪਣੇ ਘਰ ਦਾ ਜੀਅ ਤੋਰਨਾ ਇੰਨਾ ਸੌਖਾ ਕੰਮ ਥੋੜ੍ਹਾ ਹੈ। ਜਿੱਦਣ ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਆ ਗਈ, ਬੜਾ ਸੰਸਾਰ ਸੋਹਣਾ ਬਣੇਗਾ। ਅਜੇ ਤਾਂ ਐਡੇ ਜਦੋਂ ਅਸੀਂ ਪੜ੍ਹਦੇ ਨਾ, 7 ਸੰਤੋਖ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। 7 ਸੰਤੋਖ ਭਾਓ, ਕਿਸੇ ਵੀ ਰਿਸ਼ਤੇ ਦੀਆਂ ਜਿਹੜੀ ਨਹੀਂ ਹੈ ਉਹ 3 ਚੀਜ਼ਾਂ 'ਤੇ ਹੈ। 7 ਕਰੈਕਟਰ, ਸੰਤੋਖ ਅਤੇ ਭਾਓ ਪਿਆਰ। ਫਿਰ ਕੁੜਮਾਂ ਦੀ ਜੱਫੀ ਪਾਉਣ ਦਾ ਨਜ਼ਾਰਾ ਵੱਖਰਾ ਹੋਏਗਾ। ਫਿਰ ਜਦੋਂ ਕੁੜਮ ਜੱਫੀ ਪਾਉਣਗੇ ਨਾ, ਉਹਨੇ ਮੁੰਦਰੀ ਥੋੜ੍ਹਾ ਵੇਖਣੀ ਵੀ ਮੈਨੂੰ ਮੁੰਦਰੀ ਕਿਹੜੀ ਪਾਈ ਹੈ, ਉਹਨੇ ਕਹਿਣਾ ਤੂੰ ਮੇਰਾ ਭਰਾ ਵਾਂ। ਕਈ ਕੁੜਮ ਐਸੇ ਇੱਕੇ ਕਾਰ ਜਾ ਰਹੇ ਆ, ਇੰਝ ਲੱਗਦਾ ਜਿਵੇਂ ਦੋਸਤ ਨੇ, ਫਰੈਂਡ ਨੇ ਭਾਈ, ਇਹ ਲੜਕੀ ਦਾ ਬਾਪ ਹੈ, ਲੜਕੇ ਦਾ ਬਾਪ ਹੈ। ਇੰਨੀ ਸਾਂਝ ਹੈ, ਇੰਨੀ ਆਪਣਤ ਹੈ। ਅਤੇ ਜਿੱਥੇ ਲਾਲਚ ਆ ਜਾਏ ਵੀ ਇੱਥੋਂ ਮੁੰਦਰੀ ਮਿਲੇਗੀ, ਇੱਥੋਂ ਕਾਰ ਮਿਲੇਗੀ, ਇੱਥੋਂ ਇੰਨਾ ਦਹੇਜ ਮਿਲੇਗਾ। ਅੱਜ ਵੀ ਸੰਸਾਰ 'ਤੇ ਦਾਜ ਦੇ ਕਾਰਨ ਕਿੰਨੀਆਂ ਧੀਆਂ ਬਲੀ ਚੜ੍ਹ ਰਹੀਆਂ ਨੇ, ਅੰਦਾਜ਼ਾ ਲਾ ਕੇ ਤਾਂ ਵੇਖੋ ਇੱਕ ਵਾਰ ਤਾਂ ਵੇਖੋ ਸੰਸਾਰ ਕਿੱਥੋਂ ਤੁਰਿਆ। ਅਤੇ ਜੇ ਅੱਜ ਜ਼ਿੰਦਗੀ ਦਾ ਵਿਗਾੜ ਪੈਦਾ ਹੋ, ਜੇ ਅੱਜ ਸਾਡੀ ਵਿਆਹੀ ਹੋਈ ਨੂੰਹ ਸਾਡੇ ਘਰ ਨਹੀਂ ਹੈਗੀ, ਅਤੇ ਕਸੂਰਵਾਰ ਮੰਨੋ ਵੀ ਇਹਦੇ ਵਿੱਚ ਮੈਂ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਮੈਨੂੰ ਨਹੀਂ ਘਰ ਸਾਂਭਣਾ ਆਇਆ, ਭਾਵੇਂ ਉਹ ਪਤੀ ਹੈ, ਭਾਵੇਂ ਸੱਸ ਹੈ, ਭਾਵੇਂ ਸਹੁਰਾ ਹੈ, ਭਾਵੇਂ ਪਰਿਵਾਰਕ ਮੈਂਬਰ ਨੇ, ਅਤੇ ਕਿਤੇ ਨਾ ਕਿਤੇ ਔਰਤ ਵੀ ਮੰਨੇ ਸ਼ਾਇਦ ਮੇਰੇ ਕੋਲੋਂ ਹੀ ਰੱਖਣਾ ਨਹੀਂ ਆਇਆ,
ਮੈਂ ਹੀ ਨਹੀਂ ਆਪਣਾ ਸੁਭਾਅ ਚੇਂਜ ਕਰ ਪਾਈ। ਕਿਸੇ ਨੂੰ ਕਸੂਰਵਾਰ ਨਾ ਠਹਿਰਾਓ ਵੀ ਕੋਈ ਕਰ ਗਿਆ, ਕੋਈ ਨਹੀਂ ਕਰ ਸਕਦਾ। ਤੁਸੀਂ ਸਹੀ ਹੋ, ਤੁਹਾਡੇ ਘਰ 'ਚ ਕੋਈ ਗੁਆਂਢੀ ਆਣ ਕੇ ਦਖਲ ਦੇ ਸਕਦਾ ਜੀ ਜੇ ਆਪਾਂ ਸਹੀ ਹਾਂ ਤੇ। ਬਸ ਇੱਦਾਂ ਸਮਝੋ, ਗੁਰੂ ਸਾਹਿਬ ਜੀ ਨੇ ਜਿਹੜੀ ਇੱਥੇ ਗੱਲ ਕਹੀ ਹੈ, ਬੰਧਨਾ ਹਰ ਬੰਧਨਾ, ਬੰਧਨਾ ਦਾ ਅਰਥ ਹੈ ਨਮਸਕਾਰ ਕਿਹਨੂੰ? ਹਰੀ ਨੂੰ ਨਮਸਕਾਰ। ਗੁਣ ਗਾਵੋ, ਗੁਣ ਗਾਉਣ ਦਾ ਅਰਥ ਕੀ ਹੈ? ਉਹਨਾਂ ਗੁਣਾਂ ਨੂੰ ਜਿਉਣਾ। ਜਿਵੇਂ ਆਪਾਂ ਰਾਤ ਗੱਲ ਕੀਤੀ ਸੀ, ਆਪਣੇ ਜੀਵਨ 'ਚੋਂ ਗੁਣ ਪ੍ਰਗਟ ਕਰਨੇ ਹੀ ਗੁਣਾਂ ਨੂੰ ਗਾਉਣਾ ਹੈ। ਬੰਧਨਾ ਹਰ ਬੰਧਨਾ ਗੁਣ ਗਾਵੋ ਗੋਪਾਲ ਰਾਏ, ਗੋਪਾਲ ਰਾਏ ਦੇ ਗੁਣ ਗਾਓ। ਅੱਛਾ, ਸੰਸਾਰ 'ਤੇ ਕਿਸੇ ਬੰਦੇ ਨੂੰ ਲਾਲਚ ਹੋ ਸਕਦਾ ਕੋਈ ਮੇਰੇ ਗੁਣ ਗਾਵੇ, ਮੇਰੀ ਵਡਿਆਈ ਕਰੇ। ਰੱਬ ਨੂੰ ਵੀ ਲਾਲਚ ਹੈ ਕਿ ਮੇਰੀ ਕੋ ਵਡਿਆਈ ਕਰੇ। ਉਹਦੇ ਬਾਰੇ ਤੇ ਬਾਣੀ 'ਚ ਕਹਿਤਾ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ, ਸਾਰੇ ਬੋਲੋ, ਵੱਡਾ ਦਾਤਾ ਤੇਲ। ਤੇਲ ਕਿੰਨਾ ਕੁ ਹੁੰਦਾ ਭਲਾ? ਇੱਦਾਂ ਚੁਟਕੀ ਭਰੀਏ ਨਾ ਇੱਦਾਂ, ਅਤੇ ਕਈ ਤਿਲਾਂ ਦੇ ਦਾਣੇ ਆਪਣੀ ਚੁਟਕੀ ਜਾ ਜਾਣਗੇ। ਤਿਲ ਜਿੰਨੀ ਵੀ ਤਮਾ ਨਹੀਂ ਹੈ, ਤਮਾ ਕਹਿੰਦੇ ਲਾਲਚ ਨੂੰ, ਤਿਲ ਜਿੰਨਾ ਵੀ ਕਈ ਵਾਰੀ ਬੰਦੇ ਨੂੰ ਹੁੰਦਾ ਨਾ ਲਾਲਚ ਕਿ ਮੇਰੀ ਕੋ ਵਡਿਆਈ ਕਰੇ, 4 ਬੰਦੇ ਖਲੋਤੇ ਹੋਣ ਅਤੇ ਮੇਰੀ ਤਾਰੀਫ ਕਰਨ। ਰੱਬ ਨੂੰ ਵੀ ਇੱਦਾਂ ਹੈਗਾ, ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤੇਲ। ਤੇਲ ਨਾ ਤਮਾਏ, ਤਿਲ ਜਿੰਨੇ ਵੀ ਉਹਨੂੰ ਤਮਾ ਨਹੀਂ ਹੈਗੀ। ਫਿਰ ਜੇ ਤਮਾ ਹੀ ਨਹੀਂ ਹੈਗੀ ਫਿਰ ਮੈਂ ਵਡਿਆਈ ਕਰਦਾ ਕਿਉਂ? ਇਹ ਮੈਂ ਵਡਿਆਈ ਉਹਦੇ ਲਈ ਨਹੀਂ ਕਰਦਾ, ਇਹ ਵਡਿਆਈ ਮੈਂ ਆਪਣੇ ਆਪ ਨੂੰ ਸਵਾਰਨ ਲਈ ਕਰਦਾ ਕਿ ਇਹ ਮੇਰੇ ਮਾਲਕ, ਮੇਰੇ ਵਿੱਚ ਗੁਣ ਆ ਜਾਣ, ਮੈਂ ਤੁਹਾਡੇ ਵਰਗੀ ਚੰਗਿਆਈ ਆਪਣੇ 'ਚ ਪੈਦਾ ਕਰ ਸਕਾਂ। ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਇਬਾਦਤ ਨਹੀਂ, ਗੁਣਾਂ ਨੂੰ ਪੈਦਾ ਕਰਨਾ ਹੀ ਇਬਾਦਤ ਹੈ। ਹੁਣ ਐਗਜ਼ਾਮਪਲ ਦੇਣ ਲੱਗਾ, ਜਿਹੜਾ ਵਿਦਿਆਰਥੀ ਹੈ ਕਲਾਸ ਵਿੱਚ ਜਾ ਕੇ ਆਪਣੇ ਲਈ ਪੜ੍ਹਦਾ ਕਿ ਟੀਚਰ ਲਈ ਪੜ੍ਹਦਾ ਜੀ ਭਲਾ? ਉਹ ਕਦੀ ਟੀਚਰ ਨੂੰ ਕਹਿ ਸਕਦਾ ਜੀ ਮੈਂ ਇੰਨਾ ਪੜ੍ਹ ਕੇ ਆਇਆ? ਉਹ ਕਹੇਗਾ ਕਾਕਾ ਆਪਣੇ ਲਈ ਪੜ੍ਹਿਆ। ਕਈ ਵਾਰੀ ਪੜ੍ਹਾਉਣ ਵਾਲਾ ਟੀਚਰ ਉੱਥੇ ਹੁੰਦਾ, ਉਹਦੇ ਤੋਂ ਪੜ੍ਹਨ ਵਾਲਾ ਉੱਚੇ ਅਹੁਦੇ 'ਤੇ ਬੈਠਾ ਹੁੰਦਾ, ਉੱਚੇ ਅਹੁਦੇ 'ਤੇ ਬੈਠਾ ਹੁੰਦਾ। ਸਰਦਾਰ, ਜੇ ਮੈਂ ਭੁੱਲਦਾ ਨਹੀਂ ਤੇ ਸਤਵੰਤ ਸਿੰਘ ਜੌਹਲ ਸਨ, ਤਰਨ ਤਾਰਨ DC ਲੱਗੇ। ਇਹ ਗੱਲ ਅੱਜ ਤੋਂ 5-6 ਸਾਲ ਪਹਿਲੀ ਪੁਰਾਣੀ ਗੱਲ ਹੈ। ਉਹਨਾਂ ਨੂੰ ਇੱਕ ਵਿਅਕਤੀ ਮਿਲਣ ਆਇਆ ਅਤੇ ਮੈਂ ਵੀ ਕਿਸੇ ਕੰਮ ਵਾਸਤੇ ਉਹਨਾਂ ਨੂੰ ਮਿਲਣ ਗਿਆ। ਉਹਨਾਂ ਦੇ ਆਫਿਸ ਦੀ ਗੱਲ ਹੈ, ਤਰਨ ਤਾਰਨ ਦੀ ਗੱਲ ਹੈ। ਜਿਹੜਾ ਉਹ ਵਿਅਕਤੀ ਮਿਲਣ ਆਇਆ ਉਹ ਕੌਣ ਸੀ? ਜਿਹੜੇ ਕਾਲਜ ਵਿੱਚ ਕਦੀ ਪੜ੍ਹੇ, ਉਸ ਕਾਲਜ ਵਿੱਚ ਉਹਨਾਂ ਦੀ ਕੰਟੀਨ ਸੀ ਉਸ ਬਜ਼ੁਰਗ ਦੀ। DC ਦੇ ਸਾਹਮਣੇ ਉਸੇ ਕੰਟੀਨ 'ਚ ਚਾਹ ਬਣਾਉਣ ਵਾਲਾ ਉਹ ਬਜ਼ੁਰਗ ਉਹਨਾਂ ਦੇ ਸਾਹਮਣੇ ਬੈਠਾ, ਅੱਖਾਂ 'ਚ ਉਹਦੇ ਹੰਝੂ ਨੇ, ਕਿਉਂਕਿ ਅੱਜ ਉਸ ਅਫਸਰ ਦੇ ਸਾਹਮਣੇ ਬੈਠਾ ਜਿਹਨੂੰ ਮਿਲਣ ਵਾਸਤੇ ਲੋਕ ਤਰਸਦੇ ਨੇ। ਸਰਦਾਰ ਸਾਹਿਬ ਇੱਦਾਂ ਆਪਣੀ ਕੁਰਸੀ 'ਤੇ ਬੈਠੇ ਨੇ। ਸਾਰੇ ਅਫਸਰ ਕਰਪਟ ਨਹੀਂ ਹੁੰਦੇ, ਇਮਾਨਦਾਰ ਵੀ ਬਹੁਤ ਅਫਸਰ ਹੈਗੇ ਨੇ ਜਿਨ੍ਹਾਂ ਦੇ ਤਬਾਦਲੇ ਬੜੀ ਛੇਤੀ ਹੁੰਦੇ ਨੇ। ਸਮਝ ਲਓ ਵੀ ਉਹ ਕਿਸੇ MLA MP ਦੀ ਉਹਨੇ ਪਰਵਾਹ ਨਹੀਂ ਕੀਤੀ, ਰਹਿਣਾ ਤਾਂ ਉਹਨੇ ਆਪਣੇ ਅਹੁਦੇ 'ਤੇ ਸੀ। ਅਹੁਦਾ ਬਦਲ ਸਕਦਾ, ਜ਼ਿਲ੍ਹਾ ਬਦਲ ਸਕਦਾ। ਉਹਨੂੰ ਪੁੱਛ ਰਹੇ ਨੇ ਬਜ਼ੁਰਗ ਨੂੰ, ਉਹ ਹਿੰਦੂ ਸੀ ਬਜ਼ੁਰਗ, ਉਹਨੂੰ ਕਹਿੰਦੇ ਤੁਹਾਡੇ ਅੱਖਾਂ 'ਚ ਹੰਝੂ ਨੇ, ਦੱਸੋ ਕੀ ਕੰਮ ਹੈ? ਉਹ ਆਪਣੇ ਬੱਚੇ ਦੀ ਕਿਸੇ ਨੌਕਰੀ ਵਾਸਤੇ ਆਇਆ ਸੀ। ਅਤੇ ਸਰਦਾਰ ਸਾਹਿਬ ਆਪਣੀ ਕੁਰਸੀ ਤੋਂ ਉੱਠ ਕੇ ਆਣ ਕੇ ਉਹਨਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਆਂਦੇ, ਬਜ਼ੁਰਗੋ ਰੋ ਨਾ, ਤੁਹਾਡੀ ਤਾਂ ਚਾਹ 'ਚ ਕਰਾਮਾਤ ਐਡੀ ਵੱਡੀ ਹੈ, ਤੁਸੀਂ ਚਾਹ ਪਿਆਉਂਦੇ ਰਹੇ, ਵੇਖ ਲਓ ਮੈਂ DC ਬਣ ਗਿਆ ਜੇ। ਇਹ ਮਾਣ ਦੇਣ ਵਾਲੀ ਗੱਲ ਹੁੰਦੀ ਹੈ। ਅਤੇ ਉਹਦੇ ਅੱਖਾਂ 'ਚੋਂ ਹੰਝੂ ਨਾ ਰੁਕਣ। ਉਹ ਕਹਿੰਦਾ ਜੀ ਮੇਰੀ ਚਾਹ ਨੇ ਥੋੜ੍ਹਾ DC ਬਣਾਇਆ, ਮੇਰੀ ਚਾਹ ਤੇ ਕਾਲਜ ਦੇ ਕਈ ਵਿਦਿਆਰਥੀ ਪੀਂਦੇ ਰਹੇ। ਆਂਦਾ ਨਹੀਂ ਪਤਾ ਨਹੀਂ ਤੂੰ ਕਿਹੜੀ ਭਾਵਨਾ ਨਾਲ ਪਿਆਈ। ਇਹ ਕਹਿੰਦੇ ਨੇ ਕਿਸੇ ਨੂੰ ਅਦਬ ਦੇਣਾ। ਪੜ੍ਹਿਆ ਉਹ ਆਪ ਸੀ, ਸਟੱਡੀ ਉਹਨੇ ਆਪ ਕੀਤੀ, ਰਾਤ ਦਿਨ ਮਿਹਨਤ ਉਹਨੇ ਆਪ ਕੀਤੀ, ਪਰ ਇੱਕ ਦਰਮਿਆਨੇ ਇੱਕ ਉਸ ਕੰਟੀਨ 'ਚ ਚਾਹ ਬਣਾਉਣ ਵਾਲੇ ਦਾ ਵੀ ਉਹਨੇ ਚਿਹਰਾ ਚੇਤਾ ਰੱਖਿਆ। ਇਹਦਾ ਮਤਲਬ ਉਹ ਬੰਦਾ ਕਿੰਨਾ ਅੰਦਰੋਂ ਅਮੀਰ ਹੋਏਗਾ। ਉਹਨੇ ਉਹ ਸੀੜੀ ਚੇਤੇ ਰੱਖੀ ਜਿਹੜੀ ਸੀੜੀ ਉੱਤੇ ਪੈਰ ਰੱਖ ਕੇ ਕਦੀ ਅੱਗੇ ਲੰਘਿਆ ਸੀ। ਉਹਨੇ ਉਹ ਕੰਟੀਨ ਚੇਤੇ ਰੱਖੀ। ਅਤੇ ਮੈਨੂੰ ਉਹ ਗੱਲ ਵੇਖ ਕੇ ਮੈਂ ਖੁਦ ਹੈਰਾਨ ਹੋ ਗਿਆ। ਮੈਂ ਕਿਹਾ ਵਾਹ, ਜੇ ਸਮਾਜ ਵਿੱਚ ਸਾਰੇ ਅਫਸਰ ਇੱਦਾਂ ਦੇ ਹੋ ਜਾਣ, ਇੱਦਾਂ ਦੀ ਵਿਚਾਰਧਾਰਾ ਸਾਰਿਆਂ ਵਿੱਚ ਫੈਲ ਜਾਏ ਅਤੇ ਸੰਸਾਰ ਸਾਡਾ ਕਿੱਡਾ ਸੋਹਣਾ ਬਣ ਜਾਏ। ਅਜੇ ਇੱਥੇ ਸਿਸਟਮ ਲਾਗੂ ਹੋਣ ਨੂੰ ਟਾਈਮ ਲੱਗਣਾ। ਬਾਹਰਲੀਆਂ ਕੰਟਰੀਆਂ, ਤੁਸੀਂ ਕਿਸੇ ਬੈਂਕ ਚਲੇ ਜਾਓ ਨਾ, ਅਮਰੀਕਾ ਕੈਨੇਡਾ ਦੀ ਗੱਲ ਹੈ, ਕਿਸੇ ਬੈਂਕ ਚਲੇ ਜਾਓ, ਜੇ ਤੁਹਾਨੂੰ 10-15 ਮਿੰਟ ਉਹਨਾਂ ਦੇ ਕਹਿਣ ਮੁਤਾਬਕ ਵੇਟ ਕਰਨਾ ਪਿਆ ਅਤੇ ਮੈਨੇਜਰ ਉੱਠ ਕੇ ਆਣ ਕੇ ਤੁਹਾਨੂੰ ਸੌਰੀ ਕਹੇਗਾ, ਸਰ ਤੁਹਾਡਾ ਟਾਈਮ ਅਸੀਂ ਖਰਾਬ ਕੀਤਾ, ਸੌਰੀ। ਹੈ ਇੱਥੇ ਇੱਦਾਂ ਦਾ ਸਿਸਟਮ? ਉੱਥੇ ਬੰਦਾ ਕਹਿੰਦਾ ਤੂੰ ਧੱਕੇ ਖਾਂਦਾ, ਫਿਰ ਮੈਂ ਤੇਰੇ ਤੋਂ ਕੀ ਲੈਣਾ? ਭਾਵੇਂ ਮੰਦਰ ਜਾ ਕੇ ਮੱਥੇ ਟੇਕੀ ਜਾ, ਭਾਵੇਂ ਗੁਰਦੁਆਰੇ ਮੱਥੇ ਟੇਕੀ ਜਾ, ਭਾਵੇਂ ਚਰਚ ਤੁਰਿਆ ਫਿਰ, ਤੈਨੂੰ ਇਨਸਾਨ ਦੀ ਕਦਰ ਹੈ ਨਹੀਂ ਬੰਦਿਆ।
ਇੱਥੇ ਕਨੈਕਟਰ ਸਵਾਰੀਆਂ ਦੇ ਗਲ ਪਈ ਜਾਂਦਾ, ਤੈਨੂੰ ਇਹ ਨਹੀਂ ਪਤਾ ਇਹਨਾਂ ਸਵਾਰੀਆਂ ਕਰਕੇ ਤੇਰੀ ਟਰਾਂਸਪੋਰਟ ਚੱਲਦੀ ਹੈ, ਤੇ ਟਰਾਂਸਪੋਰਟ ਹੈਗੀ ਹੈ ਤੇ ਤੂੰ ਟਿਕਟਾਂ ਕੱਟ ਰਿਹਾ ਤੇ ਤੇਰੇ ਘਰ ਰਾਤ ਨੂੰ ਚੁੱਲ੍ਹੇ 'ਚ ਅੱਗ ਬਲਦੀ ਹੈ। ਜਿੱਦਣ ਕਸਟਮਰ ਨੂੰ, ਜਿੱਦਣ ਗਾਹਕ ਨੂੰ, ਸਿਆਣੇ ਬਜ਼ੁਰਗ ਆਂਦੇ ਹੁੰਦੇ ਸੀ ਨਾ, ਪੁੱਤ ਗਾਹਕ ਨਾਲ ਕਦੀ ਲੜੀ ਨਾ, ਉਹ ਗੁੱਸੇ 'ਚ ਆ ਜਾਏ, ਤੂੰ ਗੁੱਸੇ ਨਾ ਹੋਈ, ਕਿਉਂਕਿ ਗਾਹਕ ਸਿਰ 'ਤੇ ਤੂੰ ਬੈਠਾ ਹੈ। ਉਹ ਜਿੰਨਾ ਮਰਜ਼ੀ ਕਰੋ ਚ ਆ ਜਾਏ, ਤੂੰ ਤਾਂ ਹੀ ਜਪਜੀ ਸਾਹਿਬ ਦੀ 38 ਨੰਬਰ ਪੌੜੀ ਪੜ੍ਹੋ, ਜਤ ਪਹਾਰਾ। ਧੀਰਜ ਤਾਂ ਵੈਸੇ ਹਰ ਦੁਕਾਨਦਾਰ ਨੂੰ ਰੱਖਣਾ ਪੈਣਾ ਹੈ, ਪਰ ਜਿੰਨਾ ਧੀਰਜ ਸੁਨਿਆਰੇ 'ਚ ਹੁੰਦਾ ਹੈ ਨਾ, ਮਿਸਾਲ ਨਹੀਂ ਮਿਲੇਗੀ ਤੁਹਾਨੂੰ ਦੂਜੀ ਉਹਦੀ। ਕਿਤੇ ਗਹਿਣਾ ਗਲਤ ਬਣ ਜਾਏ ਨਾ, ਉੱਧਰੋਂ ਵਿਆਹ ਹੋਵੇ ਆਪਣਾ ਤੇ ਗਹਿਣਾ ਗਲਤ ਬਣ ਜਾਏ, ਕੜਾ ਮੁੰਦਰੀ ਕੋਈ ਹਾਰ ਸਹੀ ਨਾ ਬਣੇ, ਤੇ ਆਪਾਂ ਦਵਾ ਦਵ ਜਾ ਕੇ ਸੁਨਿਆਰੇ ਦੇ ਗਲ ਪੈਨੇ, ਜਾ ਕੇ ਵੀ ਸਵੇਰੇ ਬਰਾਤ ਆ ਕੀ ਕਰਤਾ, ਉਹ ਜਾਂਦੇ ਨੂੰ ਸੋਨਾ ਘੜ ਰਿਹਾ ਵਾ, ਤੁਸੀਂ ਗੁੱਸੇ 'ਚ ਉਹਦੇ ਗਲ ਪੈ ਰਹੇ ਜੀ। ਉਹਨੇ ਚਸ਼ਮਾ ਇੱਥੇ ਲਾਇਆ, ਇੱਦਾਂ ਨਾਲ ਗੱਲਾਂ ਕਰ ਰਿਹਾ ਤੁਹਾਡੇ ਨਾਲ, ਤੁਸੀਂ ਪੂਰੇ ਕਰੋਧ 'ਚ ਆ। ਹੁਣ ਜੇ ਉਹ ਵੀ ਗੁੱਸੇ 'ਚ ਆ ਗਿਆ ਅੱਗਿਓਂ, ਇੱਕ ਤਾਂ ਉਹਨੇ ਆਪਣਾ ਗਾਹਕ ਤੋੜ ਪੈਣਾ, ਦੂਜਾ ਉਹਨੇ ਜਿਹੜਾ ਦੂਜਾ ਗਹਿਣਾ ਬਣਾ ਰਿਹਾ ਉਹ 'ਚ ਵੀ ਨੁਕਸ ਪੈਣਾ। ਕੋਈ ਗੁੱਸੇ 'ਚ ਕੀਤਾ ਹੋਇਆ ਕੰਮ ਕਦੀ ਸਹੀ, ਉਹ ਇੱਦਾਂ ਕਹਿੰਦਾ, ਭੈਣ ਜੀ ਭਾਅ ਜੀ ਤੁਸੀਂ ਇੱਦਾਂ ਕਰੋ, ਗਹਿਣਾ ਰੱਖ ਜਾਓ, ਸਵੇਰੇ ਬਰਾਤ ਕਿੰਨੇ ਵਜੇ ਆ, ਆਪਾਂ ਟਾਈਮ ਦਿੰਦੇ ਹਾਂ, ਤੁਹਾਡੇ ਘਰ ਸਵੇਰੇ 7 ਵਜੇ ਇਹ ਡਿਜ਼ਾਈਨ ਪਹੁੰਚ ਜਾਏਗਾ। ਅਗਲਾ ਰਾਤ ਜਾ ਕੇ ਕੰਮ ਕਰਦਾ, ਪਰ ਆਪਣਾ ਗਾਹਕ ਟੁੱਟਣ। ਬੋਲੋ ਜੀ। ਇਹ ਜਪਜੀ ਸਾਹਿਬ ਦੀ 38 ਨੰਬਰ ਪੌੜੀ ਹੈ। ਜਪਜੀ ਸਾਹਿਬ ਦਾ ਨਿਚੋੜ ਦਿੱਤਾ ਕਿ ਜਤ ਪਹਾਰਾ, ਧੀਰਜ ਨੂੰ ਸੁਨਿਆਰਾ ਬਣਾ ਲਾ, ਯਾਨੀ ਕਿ ਸੁਨਿਆਰੇ ਵਰਗਾ ਧੀਰਜ ਬਣਾ ਲਾ। ਤੇਰਾ ਧੀਰਜ ਇੱਦਾਂ ਦਾ ਹੋਵੇ। ਜਤ ਨੂੰ ਸੁਨਿਆਰੇ ਦੀ ਦੁਕਾਨ ਬਣਾ ਲਾ, ਧੀਰਜ ਨੂੰ ਸੁਨਿਆਰਾ ਬਣਾ ਲਾ। ਐਰਨ ਮੱਤ, ਆਪਣੀ ਮੱਤ ਨੂੰ ਉਹ ਐਰਨ ਬਣਾ ਲਾ ਜਿੱਤੇ ਰੱਖ ਕੇ ਉਹ ਗਹਿਣਾ ਘਟਦਾ ਵਾ। ਤੇ ਵੇਦ ਦੇ ਦੱਦੇ ਨੂੰ ਉੱਥੇ ਔਂਕੜਾ, ਜਿਹਦਾ ਅਰਥ ਗਿਆਨ ਆ, ਵੇਦ ਨੂੰ ਹਥੌੜਾ ਬਣਾ ਲਾ, ਗਿਆਨ ਨੂੰ ਹਥੌੜਾ ਬਣਾ ਲਾ। ਵੇਦ ਹਥਿਆਰ, ਭਉ ਖਲਾ, ਪਰਮੇਸ਼ਰ ਦੇ ਨਿਰਮਲ ਭਉ ਨੂੰ ਉਹ ਪਾਈਪ ਬਣਾ ਲਾ ਜਿਹਦੇ ਨਾਲ ਫੂਕ ਮਾਰ ਕੇ ਉਹ ਅੱਗ ਬਾਲਦਾ। ਅਗਨ ਤਪ ਤਾਓ, 10 ਨੌਵਾਂ ਦੀ ਕੀਤੀ ਕਮਾਈ ਨੂੰ ਅੱਗ ਬਣਾ ਲਾ, ਤੇ ਭਾਂਡਾ ਭਾਓ, ਪਿਆਰ ਨੂੰ ਉਹ ਭਾਂਡਾ ਬਣਾ ਲਾ। ਅੰਮ੍ਰਿਤ ਤੇ ਤਟਾਲ ਘੜੀਏ, ਸ਼ਬਦ ਸੱਚੀ ਟਕਸਾਲ। ਟਕਸਾਲ 'ਚ ਕਰੰਸੀ ਘੜੀ ਜਾਂਦੀ ਹੈ, ਇਹ ਸ਼ਬਦ ਦੀ ਟਕਸਾਲ 'ਚ ਇਨਸਾਨ ਘੜਿਆ ਜਾਏਗਾ। ਤਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ। ਜੀਵਨ ਕਮਾਲ ਹੋਏਗਾ ਜਿੱਦਣ ਇਨਸਾਨ ਨੂੰ ਜ਼ਿੰਦਗੀ 'ਚ ਇਹ ਗੱਲ ਸਿੱਖਣੀ ਆ ਗਈ, ਮੈਂ ਕਿੱਦਾਂ ਜ਼ਿੰਦਗੀ ਨੂੰ ਜਿਉਣਾ ਹੈ। ਤਾਂ ਪਾਤਸ਼ਾਹ ਜੀ ਇਹੋ ਗੁਣਾਂ ਦੀ ਗੱਲ ਦੱਸਦੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਸ ਗੋਪਾਲ ਦੇ ਗੁਣ ਗਾਉਣ ਦਾ ਅਰਥ ਕੀ ਹੈ? ਆਪਣੇ ਵਿੱਚੋਂ ਉਹ ਰੱਬੀ ਗੁਣਾਂ ਨੂੰ ਪ੍ਰਗਟ ਕਰਨਾ। ਵੱਡੇ ਭਾਗ, ਸਾਰੇ ਬੋਲੋ ਨਾਲ, ਵੱਡੇ ਭਾਗ ਭੇਟੇ ਗੁਰਦੇਵਾ। ਸਾਡੇ ਇੱਦਾਂ ਨਹੀਂ ਕਹਿਣਗੇ, ਕਿਸੇ ਨੂੰ ਕਹੇ ਚੱਲ ਗੁਰਦੁਆਰੇ ਤੂੰ ਵੀ ਬਾਣੀ ਪੜ੍ਹਿਆ ਕਰ, ਉਹ ਕੀ ਕਹਿੰਦਾ? ਤੁਹਾਡੇ ਵੱਡੇ ਭਾਗ ਆ ਭਾਈ। ਜਦੋਂ ਸਾਡੇ ਵੀ ਭਾਗ ਵੱਡੇ ਹੋਣਗੇ ਅਸੀਂ ਵੀ ਗੁਰਦੁਆਰੇ ਚੱਲ ਜਾਵਾਂਗੇ। ਭਾਈ ਨਸ਼ਾ ਛੱਡ ਦੇ, ਕਹਿੰਦਾ ਤੁਹਾਡੇ ਵੱਡੇ ਭਾਗ ਆ, ਸਾਡੇ ਅਜੇ ਵੱਡੇ ਭਾਗ ਹੈ ਨਹੀਂ। ਇਹਦਾ ਮਤਲਬ ਹੈ ਜਦੋਂ ਵੱਡੇ ਭਾਗ ਹੋ ਗਏ ਫੇਰ ਮੈਂ ਗੁਰਦੁਆਰੇ ਆਉਣਾ। ਇਹਦਾ ਮਤਲਬ ਜਦੋਂ ਮੇਰੇ ਭਾਗ ਵੱਡੇ ਹੋ ਗਏ ਮੈਂ ਫੇਰ ਨਸ਼ਾ ਛੱਡਣਾ। ਇਹਦਾ ਮਤਲਬ ਪਹਿਲਾਂ ਵੱਡੇ ਭਾਗ ਹੋਣਗੇ ਫਿਰ ਮੈਂ ਗੁਰਦੁਆਰੇ ਆਵਾਂਗਾ। ਅੱਛਾ, ਇਹ ਤਾਂ ਇੱਦਾਂ ਹੋ ਗਿਆ। ਕਿਸੇ ਨੂੰ ਕਹੀਏ ਚੱਲ ਸਕੂਲੇ ਜਾਇਆ ਕਰ ਪੁੱਤ, ਪੜ੍ਹ ਕੇ ਤੂੰ ਪੜ੍ਹ ਲਿਖ ਕੇ ਅਫਸਰ ਬਣ ਜਾਏਗਾ, ਤੇ ਬੱਚਾ ਕਿਉਂ ਕਹੇ ਜਦੋਂ ਮੈਂ ਪੜ੍ਹ ਲਿਖ ਕੇ ਅਫਸਰ ਬਣ ਗਿਆ ਫਿਰ ਸਕੂਲੇ ਜਾਇਆ ਕਰੂੰ। ਆਪਾਂ ਕਿਸੇ ਮਰੀਜ਼ ਨੂੰ ਕਹੀਏ ਤੂੰ ਡਾਕਟਰ ਕੋਲ ਜਾ, ਮੈਡੀਸਨ ਲੈ, ਠੀਕ ਹੋ ਜਾਏਗਾ, ਤੇ ਮਰੀਜ਼ ਕਿਉਂ ਕਹੇ ਪਹਿਲਾਂ ਮੈਨੂੰ ਠੀਕ ਹੋ ਲੈਣ ਦਿਓ। ਬੋਲੋ ਜੀ, ਫਿਰ ਡਾਕਟਰ ਦੀ ਲੋੜ ਹੈ ਉਹਨੂੰ। ਤੰਦਰੁਸਤ ਬੰਦਾ ਹੌਸਪੀਟਲ ਜਾਂਦਾ ਵੇਖਿਆ ਤੁਸੀਂ ਕਦੀ? ਬਿਮਾਰ ਬੰਦੇ ਨੂੰ ਤੁਸੀਂ ਵੀਲ ਚੇਅਰ 'ਤੇ ਪਾ ਕੇ ਲੈ ਕੇ ਜਾਓਗੇ ਨਾ। ਇੱਥੇ ਕੀ ਹੈ? ਵੱਡੇ ਭਾਗ। ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਹੋਣਗੇ ਤੇ ਮੈਂ ਗੁਰਦੇਵ ਨੂੰ ਮਿਲਾਂਗਾ ਜਾ ਕੇ। ਨਹੀਂ ਨਹੀਂ, ਭੇਟੇ ਗੁਰਦੇਵਾ, ਵੱਡੇ ਭਾਗ। ਜਦੋਂ ਮੈਂ ਗੁਰਦੇਵ ਨੂੰ ਮਿਲ ਪਿਆ, ਦੁਨੀਆ ਦੇ ਲੋਕੋਂ ਮੇਰੇ ਭਾਗ ਵੱਡੇ ਹੋ ਗਏ। ਜਦੋਂ ਮੈਂ ਸਕੂਲ 'ਚ ਐਡਮਿਸ਼ਨ ਲੈ ਲਈ, ਮੈਂ ਪੜ੍ਹਨਾ ਸ਼ੁਰੂ ਕੀਤਾ, ਮੈਂ ਆਪਣੇ ਉੱਚੇ ਅਹੁਦੇ ਤੱਕ ਪਹੁੰਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਜਿਹੜਾ ਬੰਦਾ ਅੱਜ ਤੱਕ ਇਹ ਹੀ ਕਹਿ ਰਿਹਾ ਨਾ, ਸਾਡੀ ਵੀ ਜਦੋਂ ਭਾਗ ਜਾਗਣਗੇ, ਸਾਡੀ ਵੀ ਜਦੋਂ ਕਿਸਮਤ ਖੁੱਲ੍ਹੇਗੀ, ਜਦੋਂ ਅਸੀਂ ਵੀ, ਹੁਣ ਕਿਸਾਨ ਇੱਦਾਂ ਕਹੀ ਜਾਵੇ, ਕਿਸਾਨ ਨੂੰ ਕਹੀਏ ਤੂੰ ਵੀ ਫਸਲ ਬੀਜ ਲਾ, ਉਹ ਕਹੇ ਜਦੋਂ ਵੱਡੇ ਭਾਗ ਹੋ ਗਏ ਫਸਲ ਬੀਜ ਲਵਾਂਗਾ। ਤੂੰ ਫਸਲ ਬੀਜ, ਮੰਡੀ ਜਾਏਗੀ, 4 ਮਣ ਦਾਣੇ ਆਉਣਗੇ, ਤੇਰੇ ਘਰ ਰੌਣਕ ਲੱਗ ਜਾਏਗੀ। ਵੱਡੇ ਭਾਗ
ਭੇਟਿਆ ਗੁਰਦੇਵਾ। ਜਦੋਂ ਮੈਂ ਗੁਰਦੇਵ ਨੂੰ ਮਿਲ ਪਿਆ, ਗੁਰੂ ਦੀ ਗੱਲ ਮੰਨ ਲਈ, ਮੇਰੇ ਵੱਡੇ ਭਾਗ ਹੋ ਗਏ। ਮੈਂ ਆਪਣੇ ਭਾਗ 'ਚ ਗੱਲ ਹੈ, ਜੇ ਭਾਗ ਪਹਿਲਾਂ ਹੀ ਵੱਡੇ ਹੋ ਗਏ ਫਿਰ ਗੁਰੂ ਦੀ ਤਾਂ ਲੋੜ ਹੀ ਨਾ ਹੋਈ। ਫਿਰ ਲੋੜ ਹੈਗੀ ਗੁਰੂ ਦੀ? ਹੁਣ ਕਿਸੇ ਜਿੰਮ ਜਾਣ ਵਾਲੇ ਨੌਜਵਾਨ ਨੂੰ ਕਹੋ ਤੂੰ ਜਿੰਮ ਜਾਇਆ ਕਰ, ਉਹ ਕਹਿੰਦਾ ਮੈਨੂੰ ਪਹਿਲਾਂ ਬੋਡੀ ਵਧੀਆ ਬਣਾ ਲਓ ਫਿਰ ਜਿੰਮ ਜਾਇਆ ਕਰੂੰ। ਉਹ ਜਿੰਮ ਜਾਏਗਾ ਤਾਂ ਬੋਡੀ ਬਣਨੀ ਹੈ। ਸੇਮ ਇੱਦਾਂ ਹੀ ਆ। ਕਿਸੇ ਨੂੰ ਕਹੋ ਭਾਈ ਤੂੰ ਵੀ ਗੁਰਬਾਣੀ ਪੜ੍ਹਿਆ ਕਰ, ਨਹੀਂ ਨਹੀਂ ਮੇਰੇ ਵੱਡੇ, ਜਦੋਂ ਸਾਡੇ ਵੀ ਵੱਡੇ ਭਾਗ ਹੋ ਅਸੀਂ ਵੀ ਬਾਣੀ ਪੜ੍ਹ ਲਿਆ ਕਰਾਂਗੇ। ਨਾ ਨਾ, ਬਾਣੀ ਪੜ੍ਹਿਆ, ਚੰਗੇ ਕੰਮ ਕੀਤਿਆਂ ਭਾਗ ਵੱਡੇ ਹੋਣੇ ਨੇ। ਜੇ ਪਹਿਲਾਂ ਹੀ ਵੱਡੇ ਭਾਗ ਹੋ ਗਏ ਫਿਰ ਗੁਰੂ ਦੀ ਤਾਂ ਲੋੜ ਹੀ ਨਾ ਰਹੀ। ਮੈਨੂੰ ਗੁਰੂ ਦੀ ਲੋੜ ਹੈ ਹੀ ਤਾਂ ਵਾ, ਗੁਰੂ ਨੂੰ ਮਿਲ ਕੇ ਹੀ ਮੇਰੇ ਭਾਗ ਵੱਡੇ। ਹੁਣ ਇੱਦਾਂ ਹੀ ਅੰਮ੍ਰਿਤ ਵੇਲਾ ਹੈ। ਵੇਲਾ ਆਪਣੇ ਆਪ 'ਚ ਅੰਮ੍ਰਿਤ ਥੋੜ੍ਹਾ ਹੈ। ਹੁਣ ਇੱਕ ਬੰਦਾ 4 ਵਜੇ ਉੱਠ ਕੇ ਕਿਸੇ ਘਰ ਚੋਰੀ ਕਰਨ ਜਾ ਰਿਹਾ, ਉਹ ਵੇਲੇ ਨੂੰ ਜ਼ਹਿਰ ਬਣਾ ਰਿਹਾ। ਇੱਕ ਬੰਦਾ ਸਵੇਰੇ ਉੱਠ ਕੇ ਗੁਰੂ ਦੀ ਵਿਚਾਰ ਕਰਦਾ, ਉਹਦੇ ਵਾਸਤੇ ਵੇਲਾ ਅੰਮ੍ਰਿਤ ਬਣ ਰਿਹਾ। ਵੇਲਾ ਆਪਣੇ ਆਪ 'ਚ ਅੰਮ੍ਰਿਤ ਨਹੀਂ, ਵੇਲੇ ਨੂੰ ਅੰਮ੍ਰਿਤ ਤੂੰ ਬਣਾਉਣਾ ਹੈ। ਹੁਣ ਆਹ ਦਿਨ ਦਾ ਟਾਈਮ ਹੈ, 9 ਵੱਜਣ ਵਾਲੇ ਆ, ਆਪਾਂ ਇਸ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾ ਰਹੇ ਹਾਂ। ਕੋਈ ਦਿਨੇ ਦੁਕਾਨ 'ਤੇ 12 ਵਜੇ ਆਪਣੇ ਕਸਟਮਰ ਨਾਲ ਕੋਈ ਚੰਗੀ ਗੱਲ ਕਰੇ, ਉਹ ਦੁਪਹਿਰ ਦੇ 12 ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾ ਰਿਹਾ। ਇੱਕ ਸ਼ਾਮਾਂ ਨੂੰ ਆਪਣੇ ਘਰ ਜਦੋਂ ਪਰਿਵਾਰ ਨਾਲ ਬਹਿ ਕੇ ਸੋਦਰ ਦਾ ਪਾਠ ਕਰਦਾ, ਉਹ ਸ਼ਾਮਾਂ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਬਣਾ ਰਿਹਾ। ਭਲਿਆ ਤੂੰ ਤੇ ਆਪਣੀ ਜ਼ਿੰਦਗੀ ਦੇ ਸਾਰੇ ਵੇਲੇ ਨੂੰ ਹੀ ਅੰਮ੍ਰਿਤ ਵੇਲਾ ਬਣਾਉਣਾ ਸੀ। ਜੇ ਵੇਲਾ ਆਪਣੇ ਆਪ 'ਚ ਹੀ ਅੰਮ੍ਰਿਤ ਹੈ ਤੇ ਫਿਰ ਚੋਰ ਚੋਰੀ ਕਰਨ ਕਿਉਂ ਜਾਂਦਾ? ਨਾ, ਵੇਲਾ ਅੰਮ੍ਰਿਤ ਤੂੰ ਬਣਾਉਣਾ ਹੈ। ਕਿੱਦਾਂ? ਗੁਰੂ ਦੀ ਬਾਣੀ ਨੂੰ ਪੜ੍ਹ ਕੇ, ਗੁਰੂ ਦੀ ਬਾਣੀ ਨੂੰ ਸਮਝ ਕੇ, ਗੁਰੂ ਦੇ ਉਪਦੇਸ਼ ਨੂੰ ਜਾਣ ਕੇ। ਅੰਮ੍ਰਿਤ ਵੇਲਾ, ਸਾਰੇ ਬੋਲੋ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸੱਚੇ ਨਾਮ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰ ਕਰਕੇ ਮੈਂ ਵੀ ਆਪਣੀ ਜ਼ਿੰਦਗੀ ਦੇ ਇਸ ਵੇਲੇ ਨੂੰ ਅੰਮ੍ਰਿਤ ਬਣਾ ਲੈਣਾ ਹੈ। ਇਹ ਸ਼ੁਰੂਆਤ ਹੈ ਸਾਡੇ ਦਿਨ ਦੀ। ਤੋ ਪਾਤਸ਼ਾਹ ਜੀ ਕਹਿੰਦੇ ਨੇ ਵੱਡੇ ਭਾਗ ਭੇਟੇ ਗੁਰਦੇਵਾ। ਵੱਡੇ ਭਾਗ ਬਣ ਗਿਆ ਜਦੋਂ ਮੈਂ ਆਪਣੇ ਗੁਰਦੇਵ ਨੂੰ ਮਿਲਿਆ। ਅਤੇ ਇਹਦਾ ਮੈਨੂੰ ਨਤੀਜਾ ਕੀ ਨਿਕਲਿਆ? ਰਿਜ਼ਲਟ ਕੀ ਨਿਕਲਿਆ? ਕੋਟ ਅਪਰਾਧ, ਸਾਰੇ ਬੋਲੋ, ਕੋਟ ਅਪਰਾਧ ਮਿਟੇ ਹਰ ਸੇਵਾ। ਕਰੋੜਾਂ ਅਪਰਾਧ ਮਿਟ ਗਏ, ਕਰੋੜਾਂ ਐਬ ਮੇਰੀ ਜ਼ਿੰਦਗੀ 'ਚੋਂ ਬਾਹਰ ਨਿਕਲ ਗਏ। ਕਦੋਂ? ਜਦੋਂ ਮੈਂ ਗੁਰੂ ਨੂੰ ਮਿਲ ਪਿਆ ਆਣ ਕੇ। ਕੋਟ ਅਪਰਾਧ ਮਿਟੇ ਹਰ ਸੇਵਾ ਨਾਲ ਮੇਰੇ ਕਰੋੜਾਂ ਅਪਰਾਧ ਮਿਟ ਗਏ। ਚਰਨ ਕਮਲ ਜਾ ਕਾ ਮਨ ਰਾਪੈ। ਚਰਨ ਕਮਲ, ਹੁਣ ਗੁਰੂ ਦੇ ਚਰਨ ਕਿਹੜੇ ਆ? ਗੁਰੂ ਦਾ ਸ਼ਬਦ। ਜਦੋਂ ਮੇਰਾ ਮਨ ਗੁਰੂ ਦੇ ਚਰਨਾਂ ਨਾਲ ਆਣ ਕੇ ਲੱਗ ਗਿਆ, ਸਿੱਖ ਰਹਿਤ ਮਰਿਆਦਾ 'ਚ ਲਿਖਿਆ, ਪੜ੍ਹ ਲਿਓ ਭਾਵੇਂ ਜਾ ਕੇ ਜਿਨ੍ਹਾਂ ਕੋਲ ਮਰਿਆਦਾ ਹੈ, ਕਿ ਕਈਆਂ ਗੁਰਦੁਆਰੇ ਤੁਸੀਂ ਵੇਖਿਆ ਜਦੋਂ ਸੰਗਤ ਮੱਥਾ ਟੇਕਦੀ, ਜਿਹੜੇ ਪੀੜੇ 'ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ, ਉਹਦੇ ਪੀੜੇ ਨੂੰ ਇੱਦਾਂ ਮੁੱਠੀਆਂ ਭਰਨਗੇ ਕਈਆਂ ਗੁਰਦੁਆਰਿਆਂ 'ਚ। ਜਿਨ੍ਹਾਂ ਦੇ ਪੀੜੇ ਬਿਲਕੁਲ ਨਾਲ ਹੁੰਦੇ, ਉਹ ਇੱਦਾਂ ਆਣ ਕੇ ਜਿਸ ਪੀੜੇ 'ਤੇ ਪ੍ਰਕਾਸ਼ ਕੀਤਾ ਉਹਦੀਆਂ ਇੱਦਾਂ ਮੁੱਠੀਆਂ ਭਰਨੀਆਂ ਉਹਨਾਂ ਨੇ। ਇਹਨੂੰ ਸਿੱਖ ਰਹਿਤ ਮਰਿਆਦਾ 'ਚ ਲਿਖਿਆ, ਮੁੱਠੀਆਂ ਭਰਨੀਆਂ ਮਨ ਮਤ ਨੇ। ਕਿਉਂ? ਕਿਉਂਕਿ ਉਹਨਾਂ ਦੇ ਜਿਹਨ 'ਚ ਇਹ ਬੈਠਾ, ਜਿਸ ਪੀੜੇ 'ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਇਹ ਪੀੜੇ ਦੇ ਪਾਵੇ ਗੁਰੂ ਸਾਹਿਬ ਦੇ ਚਰਨ ਨੇ। ਉਹ ਇੱਦਾਂ ਆਣ ਕੇ ਪੀੜੇ ਨੂੰ ਇੱਦਾਂ ਨੱਪਦੇ ਆ। ਅਤੇ ਫਿਰ ਹਾਰ ਕੇ ਗ੍ਰੰਥੀ ਸਿੰਘ ਉਹਨਾਂ ਨੂੰ ਕਹਿੰਦਾ, ਭਾਈ ਸਾਹਿਬ ਇਹ ਕੰਮ, ਬੋਲੋ ਜੀ, ਅੱਛਾ ਜੇ ਭਾਈ ਸਾਹਿਬ ਅੱਗੇ ਇਹ ਕਹਿ ਦੇਣ ਕਿ ਤੁਸੀਂ ਇੱਥੇ ਮਹਾਰਾਜ ਦੇ ਚਰਨ ਘੁੱਟਣ ਦੀ ਬਜਾਏ, ਜੇ ਘਰ 'ਚ ਕੋਈ ਘਰ ਦਾ ਜੀਅ ਬਿਮਾਰ ਹੈ, ਸੱਸ ਬਿਮਾਰ ਹੈ, ਸਹੁਰਾ ਬਿਮਾਰ ਹੈ, ਘਰ ਦੇ ਵਿੱਚ ਕੋਈ ਦਰਾਣੀ ਜਠਾਣੀ ਬਿਮਾਰ ਹੈ, ਜੇ ਪਤਨੀ ਬਿਮਾਰ ਹੈ, ਕੋਈ ਪਰਿਵਾਰ ਦਾ ਮੈਂਬਰ ਬਿਮਾਰ ਹੈ, ਉਹਦਾ 10 ਮਿੰਟ ਮੱਥਾ ਦਬਾ ਦਿਓ। ਜੇ ਸੱਚੀ ਸਾਨੂੰ ਕੋਈ ਲੱਗਦਾ 10 ਮਿੰਟ ਆਪਣੀਆਂ ਮਾਤਾ ਦੇ ਚਰਨ ਘੁੱਟ ਦੇ। ਬਾਪੂ ਠੀਕ ਨਹੀਂ ਹੈ, ਤੰਦਰੁਸਤ ਨਹੀਂ ਹੈ, 10 ਹੁਣ ਟਾਈਫਾਈਡ ਹੋਇਆ ਹੋਵੇ, ਬਦਨ ਦਰਦ ਕਰਦਾ, ਚਾਹੁੰਦਾ ਹੈ ਨਾ ਬੰਦਾ ਕੋਈ ਵੀ 10 ਮਿੰਟ ਮੇਰੀਆਂ ਕੋਈ ਮੁੱਠੀ ਚਾਪੀ ਕਰ ਦੇ, ਮੈਨੂੰ ਨੀਂਦ ਆ ਜਾਏ। ਉਹਨੂੰ ਲੋੜ ਵਾ, ਉੱਥੇ ਨਹੀਂ ਹੱਥ ਲਾਉਣਾ, ਉਹਦੇ ਕੋਲ ਨਹੀਂ ਜਾਣਾ। ਇੱਥੇ ਆਣ ਕੇ ਲੱਕੜ ਦੇ ਪੀੜੇ ਦੇ ਪਾਵੇ, ਬੋਲੋ ਸਾਰੇ ਜੀ, ਘੁੱਟੀ ਜਾਣੇ। ਕਈ ਵਾਰੀ ਵੇਖਦੇ ਨਾ ਆਪਾਂ, ਬੰਦਾ ਕੋਈ ਬੁਖਾਰ ਚੜ੍ਹਿਆ ਹੁੰਦਾ, ਉਹਦਾ ਬਿਲਕੁਲ ਸਰੀਰ ਟੁੱਟ ਭੱਜ ਰਿਹਾ ਹੁੰਦਾ, ਉਹ ਚਾਹੁੰਦਾ, ਮੂੰਹੋਂ ਨਹੀਂ ਬੋਲਦਾ ਉਹ, ਪਰ ਉਹ ਚਾਹੁੰਦਾ ਵਾ ਕਿ ਮੇਰਾ ਪੋਤਰਾ, ਮੇਰੀ ਕੋਈ ਪੋਤਰੀ ਆਣ ਕੇ ਦਾਦੀ ਦੇ 10 ਮਿੰਟ ਪੈਰਾਂ ਵਾਲੇ ਬੰਨੇ ਬਹਿ ਕੇ ਉਹਦੀਆਂ ਲੱਤਾਂ ਦਬਾ ਦੇਵੇ, ਉਹਨੂੰ ਨੀਂਦ ਸੌਖੀ ਆ ਜੂ। ਜਦੋਂ ਅਸੀਂ ਇੱਕ ਦੂਜੇ ਦੇ ਰਿਸ਼ਤਿਆਂ ਦੀ ਇੱਦਾਂ ਕਦਰ ਕਰਨ ਲੱਗ ਪਏ, ਕਈਆਂ ਪਰਿਵਾਰਾਂ 'ਚ ਮੈਂ ਵੇਖਿਆ, ਮਾਂ ਧੀ ਨਾਲੋਂ ਵੱਧ ਆਪਣੀ ਨੂੰਹ ਨੂੰ ਪਿਆਰ ਕਰਦੀ ਹੈ। ਕਹਿੰਦੀ ਇੰਨਾ ਪਿਆਰ ਮੈਂ ਆਪਣੀ ਧੀ ਕੋਲੋਂ ਨਹੀਂ ਲਿਆ ਜਿੰਨਾ ਸਤਿਕਾਰ ਮੇਰੀ ਨੂੰਹ ਨੇ ਮੇਰਾ ਕੀਤਾ। ਸਾਰਿਆਂ ਘਰਾਂ 'ਚ ਇੱਕੋ ਜਿਹੀ ਗੱਲ ਥੋੜ੍ਹਾ ਹੈਗੀ ਹੈ, ਹੈਗੇ ਨੇ ਪਰ ਟਾਵੇਂ ਘਰ ਨੇ। ਐਸੇ ਪਰਿਵਾਰ ਵੇਖੇ ਮੈਂ ਆਪਣੇ ਜ਼ਿੰਦਗੀ ਵਿੱਚ, ਜਿੱਥੇ ਸੱਸ
ਆਪਣੇ ਪੁੱਤਰ ਨੂੰ ਤੇ ਕਹਿ ਦਿੰਦੀ ਹੈ ਤੂੰ ਇੱਥੇ ਗਲਤ ਹੈ, ਪਰ ਨੂੰਹ ਦਾ ਪੱਖ ਪੂਰਦੀ ਹੈ ਵੀ ਮੇਰੀ ਇਹ ਧੀ ਸਹੀ ਹੈ, ਕਿਉਂਕਿ ਉਹਨੂੰ ਪਤਾ ਹੈ ਅਸੀਂ ਘਰ 'ਚ ਇਕੱਠੀਆਂ ਰਹਿਣਾ ਹੈ। ਅਤੇ ਐਸੀਆਂ ਵੀ ਹੈਗੀਆਂ ਜਿਹੜੀਆਂ ਪੁੱਤਰ ਦਾ ਪੱਖ ਪੂਰਦੀਆਂ ਨੇ, ਬਗਾਨੀ ਧੀ ਨੂੰ ਉਹਨੂੰ ਬਗਾਨੀ ਕਹਿ ਕੇ ਦੁਰਕਾਰਨਾ। ਅਤੇ ਕਿੱਥੋਂ ਸੁੱਖ ਆ ਜਾਏਗਾ ਜੀ ਸਾਡੇ ਘਰਾਂ 'ਚ? ਜੇ ਅਸੀਂ ਨੂੰਹ ਨੂੰ ਆਪਣੀ ਧੀ ਨਹੀਂ ਅਜੇ ਤੱਕ ਮੰਨਿਆ, ਤੇ ਤੁਸੀਂ ਕਿੱਦਾਂ ਇਹ ਸੋਚ ਰੱਖਦੇ ਵੀ ਤੁਹਾਡੀ ਧੀ ਨੂੰ ਤੁਹਾਡੀ ਕੁੜਮਣੀ ਆਪਣੀ ਧੀ ਮੰਨ ਲਵੇ? ਫਿਰ ਖੂਹ ਜਿੱਦਾਂ ਦੀ ਆਵਾਜ਼ ਮਾਰੋਗੇ ਬੈਕ ਉੱਦਾਂ ਦੀ ਆਉਣੀ ਹੈ, ਫਿਰ ਤਾਂ ਬਰਾਬਰ ਆਉਣੀ ਹੈ ਨਾ ਸਾਡੇ ਸਮਾਜ। ਇਹ ਮੈਂ ਸੈਂਕੜੇ ਵਾਰ ਐਗਜ਼ਾਮਪਲ ਦਿੱਤੀ ਹੈ ਵੀ ਪੁੱਤਰ ਧੀ ਰੋਟੀ ਖਾਂਦੀ ਹੋਵੇ ਅਤੇ ਜਵਾਈ ਪਾਣੀ ਦਾ ਗਲਾਸ ਫੜਾ ਦੇਵੇ ਨਾ, ਅਤੇ ਸੱਸ ਕਿਤੇ ਆਪਣੇ ਗਈ ਹੋਵੇ, ਆਪਣੀ ਧੀ ਨੂੰ ਮਿਲਣ ਗਈ ਹੋਵੇ ਮਾਂ, ਉਹ ਇੱਦਾਂ ਕਹਿੰਦੀ ਭੈਣੇ ਮੋਤੀ ਪੁੰਨ ਕੀਤੇ ਜਦੋਂ ਨਾਲ ਜਵਾਈ ਮਿਲਿਆ ਸਾਨੂੰ, ਮੋਤੀ ਪੁੰਨ ਕੀਤੇ ਆ ਵੀ ਜਿਹਦੇ ਕਿਤੇ ਮਤਲਬ ਰੋਟੀ ਖਾਂਦੀ ਹੈ ਮੇਰੀ ਧੀ, ਪਾਣੀ ਵੀ ਫੜਾ ਦਿੰਦਾ, ਖਾਣਾ ਖਵਾਉਣੀ ਬਾਹਰ ਲੈ ਕੇ ਜਾਂਦਾ। ਅੱਛਾ, ਅਤੇ ਜੇ ਕਿਤੇ ਪੁੱਤ ਨੂੰਹ ਨੂੰ ਪਾਣੀ ਦਾ ਗਲਾਸ ਫੜਾ ਦੇ ਰੋਟੀ ਖਾਂਦੀ ਨੂੰ, ਫਿਰ ਬੀਬੀ ਦੀ ਕੀ ਸੋਚ ਹੋ ਜਾਂਦੀ? ਪਤਾ ਭਾਈ ਜੋਰੂ ਦਾ ਗੁਲਾਮ ਆ, ਪਤਾ ਨਹੀਂ ਕੀ ਉਹਨੇ ਸਿਰ 'ਤੇ ਧੂੜਿਆ, ਉਹਦੇ ਪਿੱਛੇ ਪਿੱਛੇ ਤੁਰਿਆ ਫਿਰਦਾ। ਅੱਛਾ, ਜਵਾਈ ਕੰਮ ਕਰੇ ਅਤੇ ਫਿਰ ਮੋਤੀ ਪੁੰਨ ਕੀਤੇ ਆ। ਅੱਛਾ, ਜੇ ਮੋਤੀ ਪੁੰਨ ਤੁਸੀਂ ਕੀਤੇ ਆ ਤਾਂ ਤੁਹਾਡੀ ਵੀ ਕੁੜਮਣੀ ਨੇ ਉੱਦਾਂ ਮੋਤੀ ਪੁੰਨ ਕੀਤੇ ਹੋਣ। ਸਾਡੀ ਨੂੰਹ ਦੀ ਜਿਹੜੀ ਮਾਂ ਵਾ ਉਹ ਮੋਤੀ ਪੁੰਨ ਨਹੀਂ ਕਰ ਸਕਦੇ। ਸਾਡੀ ਸੋਚ ਇੱਥੇ ਆ, ਅਤੇ ਅਸੀਂ ਕਹਾਂਗੇ ਮੈਂ ਤਾਂ ਸਵੇਰੇ ਉੱਠ ਕੇ ਇੰਨੀ ਬਾਣੀ ਪੜ੍ਹਦਾ ਜੀ। ਕਾਹਦੀ ਬਾਣੀ ਪੜ੍ਹਦਾ ਹੈ ਤੂੰ? ਤਾਂ ਅਜੇ ਤੱਕ ਇੱਕ ਹੋਇਆ ਹੀ ਨਹੀਂ। ਜੇ ਤੂੰ ਆਪਣੇ ਧੀ ਜਵਾਈ ਪ੍ਰਤੀ ਤੇਰੀ ਸੋਚ ਇਹ ਹੈ, ਅਤੇ ਨੂੰਹ ਪੁੱਤ ਪ੍ਰਤੀ ਵੀ ਤੇਰੀ ਸੋਚ ਇਹੋ ਹੋਣੀ ਚਾਹੀਦੀ। ਸਾਡੇ ਘਰਾਂ ਨੂੰ ਕੁਝ ਨਹੀਂ ਹੋਇਆ, ਬਸ ਅਸੀਂ ਆਪਣੇ ਘਰਾਂ ਦੇ ਸਿਸਟਮ ਢਾਂਚੇ ਨੂੰ ਠੀਕ ਕਰਨ ਨੂੰ ਤਿਆਰ ਨਹੀਂ ਹਾਂ। ਕੁਝ ਨਹੀਂ ਹੋਇਆ ਸਾਡੇ ਘਰਾਂ ਨੂੰ ਨਾ। ਕਹਿਣਗੇ ਘਰ ਬਦਲ ਦਿਓ ਜੀ, ਇਹ ਘਰ ਸਹੀ ਨਹੀਂ ਹੈਗਾ। ਘਰਾਂ 'ਚ ਕੁਝ ਨਹੀਂ ਹੈਗਾ, ਘਰ ਉਹੀ ਹੁੰਦੇ ਨੇ। ਘਰਾਂ 'ਚ ਰਹਿਣ ਵਾਲੇ ਬੰਦਿਆਂ ਨੂੰ ਬਦਲਣ ਦੀ ਲੋੜ ਆ, ਸੋਚ ਬਦਲਣ ਦੀ ਲੋੜ ਆ। ਇੱਥੇ ਸ਼ਬਦ ਹੈ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ। ਤੁਸੀਂ ਹੁਣ ਨੋਟ ਕੀਤਾ ਹੋਣਾ, ਇਸੇ ਕਰਕੇ ਕਥਾ ਸੁਣਨੀ ਔਖੀ ਹੈ, ਕੀਰਤਨ ਸੁਣਨਾ। ਉੱਚੀ ਬੋਲੋ ਜੀ। ਉਹ 'ਚ ਕੋਈ ਸੇਰੀ ਮਾਰਨਾ, ਆਨੰਦ ਆ ਗਿਆ ਜੀ। ਆਹ ਹਾ ਹਾ, ਇੱਥੇ ਪਸੀਨਾ ਸੁੱਟਦਾ ਵੀ ਇੱਥੇ ਮੈਂ ਗਲਤ ਹਾਂ। ਉੱਥੇ ਕਹਿਣਗੇ ਭਾਈ ਸਾਹਿਬ ਨੇ ਕਮਾਲ ਹੀ ਕਰਤੀ। ਦੂਜਾ ਪੁੱਛੇ ਸਿੱਖਿਆ ਕੀ? ਗੁੱਸਾ ਨਾ ਮਨਾਇਓ, ਮੈਂ ਸੱਚ ਗੱਲ ਕਹਿਣਾ। ਕੀਰਤਨ ਦੇ 4-4 5-5 ਅਸੀਂ ਘੰਟੇ ਵੀ ਸੁਣ ਲਵਾਂਗੇ, ਅਤੇ ਜਾਣ ਲੱਗਿਆ ਪੁੱਛੋ ਜੀ ਘਰ ਜਾ ਕੇ ਸਿੱਖਿਆ ਕੁਝ ਇਹਦੇ ਵਿੱਚੋਂ? ਅਤੇ ਵਿਚਾਰ ਸੁਣਨ ਲੱਗੇ ਹਾਂ, ਤੁਸੀਂ ਕਦੀ ਵੀ ਨੋਟ ਕਰਿਓ ਵਿਚਾਰਾਂ ਵੇਲੇ ਸੰਗਤ ਦੀ ਗਿਣਤੀ ਘੱਟ ਕਿਉਂ ਹੋਏਗੀ? ਕਿਉਂਕਿ ਇੱਥੇ ਉਹ ਹੀ ਸੁਣੇਗਾ ਜਿਹਨੂੰ ਅਣਿਆਲਾ ਤੀਰ ਸਹਿਣ ਦੀ ਆਦਤ ਹੈ। ਜਿਹੜਾ ਕਹਿੰਦਾ ਮੈਂ ਬਦਲਣਾ ਚਾਹੁੰਦਾ, ਬਾਪੂ ਮਾਰ ਤੀਰ, ਮੈਂ ਬਦਲਣਾ ਚਾਹੁੰਦਾ, ਮੈਂ ਸੁਧਰਨਾ ਚਾਹੁੰਦਾ, ਆਪਣੇ ਆਪ ਨੂੰ ਮੈਂ ਸੁਧਾਰਨਾ ਚਾਹੁੰਦਾ। ਜੇ ਰਾਗੀ ਸਿੰਘ ਵੀ ਕੀਰਤਨ ਕਰਦਾ ਕਰਦਾ ਕਿਤੇ ਸ਼ਬਦ ਦੀ ਵਿਚਾਰ ਸੁਣਾਉਣ ਲੱਗ ਪਏ ਨਾ, ਵਿੱਚੇ ਕਹਿਣ ਲੱਗ ਪੈਣਾ ਨਾ ਜੀ ਨਾ, ਇਹ ਸਾਨੂੰ ਪਸੰਦ ਨਹੀਂ। ਕਿਉਂਕਿ ਵਿਚਾਰਾਂ ਸੁਣਨੀਆਂ ਹਾਰੀ ਸਾਰੀ ਬੰਦੇ ਦੇ ਵੱਸ ਦੀ। ਕਬੀਰ ਕਸੌਟੀ ਰਾਮ ਕੀ ਝੂਠਾ। ਬੰਦਾ ਡਰੱਗ ਦਾ ਕੰਮ ਕਰਦਾ ਹੋਵੇ, ਸਮੈਕ ਵੇਚਦਾ ਹੋਵੇ, ਆਪਣੇ ਘਰ ਉਹਨੇ 2 ਘੰਟੇ ਕੀਰਤਨ ਕਰਾਉਣਾ ਹੋਵੇ, ਉਹਨੂੰ ਕੋਈ ਮੁਸ਼ਕਿਲ ਆਊ? ਵੱਡਾ ਲਿਫਾਫਾ ਭਰ ਕੇ ਪੈਸਿਆਂ ਦਾ ਦਊ ਉਹਨੂੰ, ਅਤੇ ਸਵਾਦ ਵੀ ਬੜਾ ਆਉਣਾ ਸਾਰੇ ਟੱਬਰ ਨੂੰ। ਅਤੇ ਜੇ ਕਿਤੇ ਅੱਧਾ ਘੰਟਾ ਉੱਥੇ ਕਥਾ ਹੋਵੇ ਅਤੇ ਉਹ ਕਵੇ ਨਸ਼ਾ ਵੇਚਣਾ ਗਲਤ ਹੈ, ਨਸ਼ੇ ਨਾਲ ਲੋਕਾਂ ਦੇ ਘਰ ਤਬਾਹ ਹੁੰਦੇ ਨੇ, ਹੋ ਸਕਦਾ ਦਬਦਾ ਜਾ ਕੇ ਮੈਕ ਬੰਦ ਕਰ ਦੇ ਵੀ ਇਹ ਕੰਮ ਬੰਦ ਕਰੋ, ਵੀ ਇਹ ਤਾਂ ਕੰਮ ਉਲਟਾ ਚੱਲ ਪਿਆ। ਅਸੀਂ ਚਾਹੁੰਦੇ ਹਾਂ ਜੋ ਮੈਂ ਹਾਂ ਮੈਨੂੰ ਉਹ ਸੁਣਾਇਆ ਜਾਵੇ। ਇਸੇ ਕਰਕੇ ਅੱਜ ਸੰਸਾਰ ਪਿਛਾਂਹ ਨੂੰ ਜਾ ਰਿਹਾ ਹੈ। ਮਰੀਜ਼ ਡਾਕਟਰ ਕੋਲ ਆਉਂਦਾ ਹੈ, ਡਾਕਟਰ ਮਰੀਜ਼ ਵੱਲ ਵੇਖ ਕੇ ਦਵਾਈ ਨਹੀਂ ਦਿੰਦਾ। ਉਹ ਕਹਿੰਦਾ ਮੈਂ ਤੈਨੂੰ ਠੀਕ ਕਰਨਾ ਚਾਹੁੰਦਾ, ਜੋ ਤੈਨੂੰ ਹੋ ਸਕਦਾ ਸਭ ਤੋਂ ਵੱਧ ਪਸੰਦ ਹੋਵੇ ਤੈਨੂੰ ਮੈਂ ਛੱਡਣ ਲਈ ਉਹ ਕਹਾਂ, ਪਰਹੇਜ਼ ਹੀ ਉਸ ਗੱਲ ਦਾ ਤੈਨੂੰ ਕਰਨ ਲਈ ਕਹਾਂ। ਅਤੇ ਜਿਹੜੀ ਚੀਜ਼ ਤੈਨੂੰ ਨਹੀਂ ਪਸੰਦ ਹੋ ਸਕਦਾ ਤੈਨੂੰ ਮੈਂ ਖਾਣ ਲਈ ਉਹ ਕਹਾਂ। ਫਿਰ ਤੂੰ ਜੇ ਤੂੰ ਠੀਕ ਹੋਣਾ ਚਾਹੁੰਦਾ ਫਿਰ ਤਾਂ ਇੱਦਾਂ ਹੀ ਹੈ ਨਾ, ਫਿਰ ਤਾਂ ਇੱਦਾਂ ਸਵਾਰਨਾ ਪਵੇਗਾ। ਤਾਂ ਪਾਤਸ਼ਾਹ ਜੀ ਕਹਿੰਦੇ ਨੇ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ, ਕਰੋੜਾਂ ਅਪਰਾਧ ਮਿਟੇ ਹਰ ਸੇਵਾ ਚਰਨ ਕਮਲ। ਚਰਨ ਕੌਣ ਹੈ? ਗੁਰੂ ਦਾ ਸ਼ਬਦ। ਹਿਰਦੈ ਚਰਨ ਸ਼ਬਦ ਸਤਿਗੁਰੂ ਕੋ। ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ। ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ। ਗੁਰੂ ਦਾ ਸ਼ਬਦ, ਗੁਰੂ ਦੇ ਚਰਨ। ਆਹ ਹੁਣ ਆਪਾਂ ਕੀ ਕਰ ਰਹੇ ਹਾਂ? ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਉਣ ਵਾਸਤੇ ਕੰਨਾਂ ਰਾਹੀਂ ਸੁਣ ਰਹੇ ਹਾਂ। ਅਤੇ ਜੇ ਕਿਤੇ ਗੁਰੂ ਦਾ ਚਰਨ ਸ਼ਬਦ ਮੇਰੇ ਅੰਦਰ ਵਸ ਗਿਆ, ਇੱਕ ਅੱਧੀ ਗੱਲ ਮੈਨੂੰ ਸਮਝ ਆ ਗਈ ਅਤੇ ਮੈਂ ਮਾੜੀ ਗੱਲ ਛੱਡ ਦਿੱਤੀ, ਸਮਝ ਲਓ ਮੈਂ ਗੁਰੂ ਦੇ ਚਰਨਾਂ ਨੂੰ ਧੋ ਕੇ ਪੀਣਾ ਸ਼ੁਰੂ ਕਰ। ਚਰਨ ਸਾਧ ਕੇ, ਸਾਰੇ ਬੋਲੋ, ਚਰਨ ਸਾਧ ਕੇ ਧੋਏ ਧੋਏ ਪੀਓ।
ਹੁਣ ਸਾਧ ਕੌਣ ਹੈ? ਗੁਰੂ। ਤੇ ਗੁਰੂ ਦੇ ਚਰਨ ਕੀ ਆ? ਗੁਰੂ ਦਾ ਸ਼ਬਦ ਸਿੱਖਿਆ। ਤੇ ਧੋ ਕੇ ਪੀਣ ਦਾ ਅਰਥ ਕੀ ਆ? ਭਾਵ ਮੈਂ ਗੁਰੂ ਦੇ ਸ਼ਬਦ ਨੂੰ ਵਿਚਾਰ ਰਿਹਾ ਵਾਂ, ਮੈਂ ਆਪਣੇ ਗੁਰੂ ਸਾਧ ਦੇ ਚਰਨ ਧੋ ਕੇ ਪੀ ਰਿਹਾ ਹਾਂ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਚਰਨ ਕਮਲ ਜਾ ਕਾ ਮਨ ਰਾਪੈ, ਜਿਹਦਾ ਵੀ ਮਨ ਚਰਨ ਕਮਲਾਂ ਨਾਲ ਰੰਗਿਆ ਗਿਆ। ਅਸੀਂ ਆ ਕੱਚੇ ਪੱਲੇ ਰੰਗ ਨਹੀਂ ਪਾਉਣੇ ਆਪਣੇ ਉੱਤੇ। ਲੋਕ ਖੇਡਣ 100 ਵਾਰ ਖੇਡਣ। ਸਾਡੀ ਹੋਲੀ ਕਿਹੜੀ ਸੀ? ਹੋਲੀ ਕੀਨੀ, ਸਾਰੇ ਬੋਲੋ, ਹੋਲੀ ਕੀਨੀ ਰੰਗ ਲੱਗਾ ਅੱਤ ਲਾਲ ਦੇ। ਅੱਛਾ, ਇਹ ਰੰਗ ਲੈ ਜਾਣੇ ਆ। ਇਹ ਰੰਗ ਲੜਾਈ ਦਾ ਕਾਰਨ ਵੀ ਬਣ ਜਾਂਦੇ ਆ, ਇਹ ਰੰਗ ਐਕਸੀਡੈਂਟ ਦਾ ਕਾਰਨ ਵੀ ਬਣ ਜਾਂਦੇ, ਕਿਸੇ ਅੱਖ 'ਚ ਪੈ ਜਾਣ। ਤੇ ਇਹ ਰੰਗ ਐਡਾ ਕਮਾਲ ਦੇ ਨੇ। ਇਸ ਰੰਗ ਨਾਲ ਜ਼ਿੰਦਗੀ ਖੂਬਸੂਰਤ ਬਣਦੀ ਹੈ। ਹੋਲੀ ਕੀਨੀ ਸੰਤ ਸੇ ਰੰਗ ਲੱਗਾ ਅੱਤ ਅੱਤ ਲਾਲ ਦੇਵ। ਲਾਲ ਦੇਵ ਨਾਲ ਪਿਆਰ ਬਣ ਗਿਆ, ਸਾਂਝ ਬਣ ਗਈ। ਪਾਤਸ਼ਾਹ ਜੀ ਕਹਿੰਦੇ ਨੇ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ। ਜਿਹਦਾ ਮਨ ਚਰਨ ਕਮਲਾਂ ਨਾਲ ਰਤਿਆ ਗਿਆ, ਸੋਗ, ਉਹਦੀ ਜ਼ਿੰਦਗੀ 'ਚੋਂ ਸੋਗ ਨਿਕਲ ਗਿਆ। ਅਗਨ, ਸੋਗ ਅਗਨ, ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ। ਸੋਗ ਅਗਨ ਤਿਸ ਜਨ ਨਾ ਵਿਆਪੈ, ਉਸ ਜਨ ਨੂੰ ਸੋਗ ਤੇ ਤ੍ਰਿਸ਼ਨਾ ਦੀ ਅੱਗ ਨਹੀਂ ਵਿਆਪੇਗੀ। ਮਹਾਰਾਜ ਕਿਹਨੂੰ? ਕਹਿੰਦੇ ਜਿਹਦਾ ਮਨ ਚਰਨ ਕਮਲਾਂ ਨਾਲ ਰਤਿਆ ਗਿਆ, ਇਕਮਿਕ ਹੋ ਗਿਆ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ, ਸਾਗਰ ਆ ਸੰਸਾਰਿਕ ਸਾਗਰ ਆ, ਜਿਹਦੇ ਵਿੱਚ ਦੁਨੀਆ ਰੁੜਦੀ ਜਾ ਰਹੀ ਬੁਰਿਆਂ ਕੰਮਾਂ 'ਚ। ਸਾਗਰ ਤਰਿਆ ਕਿਹਦੇ ਸੰਗੇ? ਸਾਰੇ ਬੋਲੋ, ਕਿਹਦੇ ਸੰਗੇ? ਸਾਧੂ ਸੰਗੇ। ਸਾਧੂ ਕੌਣ ਆ? ਮੇਰਾ ਗੁਰੂ, ਮੇਰਾ ਸ਼ਬਦ ਗਿਆਨ, ਜਿਹਦੇ ਸੰਗ ਨਾਲ ਲੱਗ ਕੇ ਮੈਂ ਬੁਰਿਆਂ ਕੰਮਾਂ ਵਾਲੇ ਇਸ ਸਾਗਰ ਤੋਂ ਤਰ ਗਿਆ, ਪਾਰ ਹੋ ਗਿਆ। ਸਾਗਰ ਤਰਿਆ ਸਾਧੂ ਸੰਗੇ। ਇਹ ਤੇ ਸਾਧੂ ਦਾ ਅਰਥ ਹੈ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ। ਜਦੋਂ ਇਹਨਾਂ ਸ਼ਬਦਾਂ ਦੀ ਵਿਆਖਿਆ ਡੇਰਿਆਂ 'ਚ ਹੁੰਦੀ ਹੈ ਨਾ, ਤੇ ਜਿਹੜੇ ਡੇਰਿਆਂ ਜਾਣ ਵਾਲੇ ਸੋਚਦੇ ਆ ਸ਼ਾਇਦ ਗੁਰੂ ਅਰਜਨ ਸਾਹਿਬ ਨੇ ਸਾਡੇ ਬਾਬਾ ਜੀ ਬਾਰੇ ਇਹ ਸ਼ਬਦ ਉਚਾਰਨ ਕੀਤਾ, ਅਸੀਂ ਸਾਧੂ ਬਾਬਾ ਜੀ ਦੇ ਕੋਲ ਆ ਗਏ। ਇਸੇ ਕਰਕੇ ਤੁਸੀਂ ਵੇਖਿਓ ਬਹੁਤੇ ਲੋਕ ਡੇਰਿਆਂ 'ਚ ਤਾਂ ਜਾਂਦੇ ਨੇ, ਕੋਈ ਸ਼ਬਦਾਂ ਦੀ ਵਿਆਖਿਆ ਗਲਤ ਕੀਤੀ ਜਾ ਰਹੀ। ਇੱਥੇ ਸਾਧੂ ਦਾ ਅਰਥ ਹੈ ਸ਼ਬਦ। ਉਹ ਸਾਧੂ ਤੁਹਾਡੇ ਕੋਲ ਦੁਕਾਨ 'ਤੇ ਵੀ ਹੈਗਾ ਵਾ। ਜਦੋਂ ਤੁਸੀਂ ਆਪਣੀ ਦੁਕਾਨ 'ਤੇ ਬੈਠਦੇ ਜੇ ਨਾ, ਉਹ ਸਾਧੂ ਤੁਹਾਡੇ ਕੋਲ ਹੈ, ਕਿਉਂਕਿ ਗੁਰੂ ਦੀ ਬਾਣੀ ਤੁਹਾਡੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਦਾ ਸ਼ਬਦ ਸਾਡੇ ਨਾਲ ਹੈ, ਤੇ ਸਾਧੂ ਵੀ ਮੇਰੇ ਨਾਲ ਹੈ, ਹਰ ਵਕਤ ਮੇਰੇ ਨਾਲ ਹੈ। ਇਸ ਨੂੰ ਆਖਿਆ ਸੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਨਿਰਭਉ ਪਰਮੇਸ਼ਰ ਦਾ ਨਾਮ ਜਪੋ ਹਰ ਰੰਗੇ, ਤੇ ਇਹਦੇ ਨਾਲ ਤੁਸੀਂ ਹਰੀ ਦੇ ਰੰਗ ਵਿੱਚ ਰੰਗੇ ਜਾਓਗੇ। ਇਹਦਾ ਮਹਾਰਾਜ ਮੈਨੂੰ ਫਾਇਦਾ ਕਿਉਂ ਆ? ਕਿਤੇ ਪਰ ਧਨ, ਫਿਰ ਤੂੰ ਪਰਾਏ ਧਨ ਵੱਲ ਨਹੀਂ ਵੇਖੇਂਗਾ। ਜਿੰਨੀ ਤੇਰੀ ਸੈਲਰੀ ਹੈ ਤੂੰ ਉਹ 'ਤੇ ਗੁਜ਼ਾਰਾ ਕਰੇਂਗਾ। ਤੇਰੇ ਕੋਲ ਕੋਈ ਬੰਦਾ 5-7% ਵਿਆਜੀ ਪੈਸਾ ਚੁੱਕ ਕੇ ਤੈਨੂੰ ਰਿਸ਼ਵਤ ਦੇਣ ਆਏ ਆਪਣਾ ਕੰਮ ਕਰਾਉਣ ਲਈ, ਤੂੰ ਕਹੇਗਾ ਜਾ ਲੈ ਜਾ ਕੇ ਆਪਣੇ ਬੱਚਿਆਂ ਲਈ ਆਟੇ ਦਾਲ ਦਾ ਪ੍ਰਬੰਧ ਕਰ, ਮੇਰੇ ਕੋਲ ਮੇਰੀ ਤਨਖਾਹ ਦਾ ਪ੍ਰਬੰਧ ਹੈ। ਪਰਾਏ ਧਨ ਵੱਲ ਨਹੀਂ ਵੇਖੇਂਗਾ। ਫਿਰ ਤੂੰ ਪੁੱਤਰ ਵਿਆਹੁਣ ਜਾਏਗਾ ਇੱਦਾਂ ਕਿ ਮੈਨੂੰ ਸਿਰਫ ਧੀ ਚਾਹੀਦੀ ਆ, ਮੈਂ ਆਪਣੀ ਨੂੰਹ ਦੇ ਪੇਕਿਆਂ ਤੋਂ ਇੱਕ ਵੀ ਚੀਜ਼ ਨਹੀਂ ਲੈਣੀ, ਕਿਉਂਕਿ ਮੈਂ ਆਪਣੇ ਪੁੱਤਰ ਨੂੰ ਪਾਲਿਆ ਹੀ ਇੱਦਾਂ ਕਿ ਉਹ ਆਪਣੇ ਘਰ ਹਰ ਚੀਜ਼ ਕਮਾ ਕੇ ਪੈਦਾ ਕਰ ਸਕੇ। ਤੁਸੀਂ ਆਪਣੇ ਬੱਚਿਆਂ ਲਈ ਇਸ ਧਨ ਦਾ ਪ੍ਰਬੰਧ ਕਰੋ। ਮੈਂ ਐਸੇ ਪਰਿਵਾਰ ਵੇਖੇ ਜਿੱਥੇ ਪਰਿਵਾਰ ਕੋਲ ਪਿੱਛੇ ਐਡੀ ਵਧੀਆ ਕਾਰ ਨਹੀਂ ਸੀ, ਪਰ ਜਵਾਈ ਨੂੰ ਵਧੀਆ ਕਾਰ ਲੈ ਕੇ ਦਿੱਤੀ। ਤੇ ਉੱਥੇ ਜਵਾਈ ਕਹਿ ਸਕਦਾ ਸੀ, ਪਾਪਾ ਜੀ ਤੁਸੀਂ ਆਪਣੇ ਲਈ ਵਧੀਆ ਕਾਰ ਲਓ, ਮੈਂ ਆਪਣੀ ਕਮਾਈ ਕਰਕੇ ਵਧੀਆ ਪ੍ਰਬੰਧ ਕੀਤਾ ਹੋਇਆ। ਘਰਾਂ 'ਚ 2-2 ਗੱਡੀਆਂ ਪਹਿਲਾਂ ਖਲੋਤੀਆਂ, ਫਿਰ ਵੀ ਮੂੰਹ ਮੰਗ ਕੇ ਦਾਜ ਲੈਣਾ, ਤੇ ਗੁਰਦੁਆਰੇ ਆਣ ਕੇ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨੁਕਸਾਨ ਇੱਥੇ ਹੋਇਆ ਸਾਡਾ, ਨੁਕਸਾਨ ਇੱਥੇ ਹੋਇਆ। ਆ 4-5 ਦਿਨ ਪਹਿਲਾਂ ਦੀ ਗੱਲ, ਇੱਕ ਇੰਟਰਨੈਟ 'ਤੇ ਵੀਡੀਓ ਸੀ, ਉਹ ਕਿਸੇ ਹੋਰ ਸਟੇਟ ਦੀ ਹੈ। ਉੱਥੇ ਲਾੜਾ ਪੱਤਰਕਾਰ ਉਹਨੂੰ ਕਹਿੰਦਾ ਵੀ ਤੁਸੀਂ ਵਿਆਹ ਤੋਂ ਮੁਨਕਰ ਕਿਉਂ ਹੋ ਰਹੇ ਜੀ? ਕਹਿੰਦੇ ਜੀ ਲੜਕੀ ਵਾਲਿਆਂ ਨੇ ਕੈਸ਼ ਕਿਹਾ ਸੀ ਦੇਣ ਲਈ, ਉਹ ਕੈਸ਼ ਨਹੀਂ ਦੇ ਰਹੇ ਸਾਨੂੰ ਜਿੰਨਾ ਅਸੀਂ ਮੰਗਿਆ ਸੀ। ਤਾਂ ਪੱਤਰਕਾਰ ਉਹਨੂੰ ਪੁੱਛ ਰਿਹਾ ਅੱਗੇ ਇੱਦਾਂ, ਤੁਸੀਂ ਕੀ ਕੰਮ ਕਰਦੇ ਹੋ? ਕਹਿੰਦਾ ਮੈਂ ਟੀਚਰ ਹਾਂ ਸਰਕਾਰੀ। ਤੁਹਾਡੇ ਪਿਤਾ ਜੀ? ਕਹਿੰਦਾ ਉਹ ਵੀ ਸਰਕਾਰੀ ਟੀਚਰ ਨੇ।
ਦੋਨੋਂ ਸਰਕਾਰੀ ਟੀਚਰ ਨੇ ਤੇ ਉੱਥੇ ਵਿਆਹ ਇਸ ਕਰਕੇ ਨਹੀਂ ਕਰ ਰਿਹਾ ਕਿ ਦਾਜ ਚਾਹੀਦਾ। ਲੜਕੀ ਲਾਗੇ ਉਦਾਸ ਚਿਹਰੇ ਦੇ ਨਾਲ ਬੈਠੀ ਹੋਈ ਹੈ। ਸੋਚੋ, ਜੇ ਉਹ ਵਿਆਹੀ ਉਸ ਘਰ ਚਲੀ ਵੀ ਗਈ, ਇੱਜ਼ਤ ਕਰੇਗੀ ਜੀ ਉਸ ਪਰਿਵਾਰ ਦੀ? ਬੋਲੋ ਗੁਰੂ ਕੇ ਪਿਆਰਿਓ, ਰਿਸਪੈਕਟ ਰਵੇਗੀ ਉਹਦੇ ਦਿਮਾਗ 'ਚ, ਉਹਦੇ ਜਿਹਨ 'ਚ ਸਾਰੀ ਜ਼ਿੰਦਗੀ? ਉਹ ਕਦੀ ਪਤੀ ਨੂੰ, ਤੇ ਫਿਰ ਐਸੇ ਪਤੀ ਨੂੰ ਕੋਈ ਕਵੇ ਪਰਮੇਸ਼ਰ ਕਰਕੇ ਜਾਣ, ਇਹ ਕੈਸਾ ਪਰਮੇਸ਼ਰ ਹੈ ਬਈ, ਜਿਹੜਾ ਆਪਣੀ ਔਰਤ ਦੇ ਸਾਹਮਣੇ ਇਹ ਕਹਿੰਦਾ ਵੀ ਕੈਸ਼ ਨਹੀਂ ਦਿੱਤਾ ਤੁਸੀਂ, ਦਿਓਗੇ ਤੇ ਮੈਂ ਲੈ ਕੇ ਜਾਣਾ। ਹੁਣ ਇਹੋ ਜਿਹੇ ਦਾਜ ਦੇ ਲੋਭੀਆਂ ਨੂੰ ਚੁਰਾਹੇ 'ਚ ਖੜਾ ਕਰਕੇ ਸਜ਼ਾ ਦੇਣੀ ਚਾਹੀਦੀ ਹੈ, ਤਾਂ ਕਿ ਦੁਬਾਰਾ ਕੋਈ ਯੁਰਤ ਨਾ ਕਰ ਸਕੇ ਕਿਸੇ ਦੀ ਧੀ ਦੀ ਬੇਇੱਜ਼ਤੀ ਕਰਨ ਵਾਸਤੇ। ਮਾਫ਼ ਕਰਨਾ, ਕਈ ਵਾਰੀ ਮੇਰੇ ਦਿਮਾਗ 'ਚ ਗੱਲ ਹੁੰਦਾ ਵੀ ਐਸਾ ਕਾਨੂੰਨ ਬਣਨਾ ਚਾਹੀਦਾ। ਹੋਣਾ ਤੇ ਇਹ ਚਾਹੀਦਾ ਸੀ, ਲੜਕੀ ਪਰਿਵਾਰ ਦੇ ਸਾਹਮਣੇ ਲੜਕਾ ਪਰਿਵਾਰ ਜਾ ਕੇ ਕਹਿੰਦਾ ਧੀ ਸਾਡੀ ਹੈ, ਪੈਦਾ ਤੁਹਾਡੇ ਘਰ ਹੋਈ ਹੈ, ਸਾਡਾ ਜੀ ਕਰਦਾ ਤੁਹਾਡਾ ਸਨਮਾਨ ਕਰਨ ਨੂੰ, ਕਿਉਂਕਿ ਅਸੀਂ ਤੁਹਾਡੇ ਘਰੋਂ ਧੀ ਲੈ ਕੇ ਜਾ ਰਹੇ ਹਾਂ। ਕੰਮ ਉਲਟਾ ਹੋ ਰਿਹਾ। ਪਹਿਲਾਂ ਉਦੋਂ ਮਿਹਣੇ ਮਾਰਦੇ ਆ, ਹਾਏ ਤੁਹਾਡੇ ਘਰ ਧੀਆਂ ਹੀ ਨੇ, ਪੁੱਤ ਹੈ ਨਹੀਂ। ਫਿਰ ਜਦੋਂ ਵਿਆਹੁਣ ਆਉਂਦੇ ਆ ਫਿਰ ਮਿਹਣੇ ਮਾਰਦੇ ਅਸੀਂ, ਫਿਰ ਚਾਹੀਦਾ ਦਾਜ ਅਸੀਂ। ਮਾਫ਼ ਕਰਨਾ, ਐਸੇ ਪੀੜਤ ਪਰਿਵਾਰ ਮੈਂ ਵੇਖਿਆ ਜਿੱਥੇ ਔਰਤ ਨੂੰ ਇਹ ਕਿਹਾ ਜਾਂਦਾ ਤੇ ਬੇਗਾਨੀ ਹੈ। ਪਹਿਲਾਂ ਪੇਕੇ ਪਲੀ ਵਿਚਾਰੀ, ਉੱਥੇ ਉਹਨੂੰ ਇਹ ਕਹਿ ਛੱਡਿਆ ਇਹਨੇ ਤੇ ਅਗਲੇ ਘਰ ਜਾਣਾ, ਇਹ ਘਰ ਇਹਦਾ ਥੋੜ੍ਹਾ। ਪੇਕੇ ਵਾਲਿਆਂ ਕਹਿ ਛੱਡਿਆ ਇਹਦਾ ਅੱਗੇ ਘਰ ਹੈ, ਅਗਲਿਆਂ ਕਹਿਤਾ ਇਹ ਤੇ ਬੇਗਾਨੀ ਹੈ। ਦੱਸੋ ਔਰਤ ਦਾ ਘਰ ਕਿਹੜਾ? ਪਰ ਸੱਚਾਈ ਇਹ ਆ, ਲੋਕ ਕਹਿੰਦੇ ਨਾ ਔਰਤ ਦਾ ਘਰ ਕੋਈ ਨਹੀਂ, ਪਰ ਸੱਚਾਈ ਇਹ ਆ ਔਰਤ ਤੋਂ ਬਿਨਾਂ ਘਰ ਹੀ ਕੋਈ ਨਹੀਂ ਹੁੰਦਾ। ਹੁੰਦਾ ਹੈ ਜੀ? ਬੋਲੋ ਭਾਈ। ਬਦਲ ਦਿਓ ਰਸਮਾਂ, ਇਹ ਤੌਰ ਤਰੀਕੇ ਬਦਲ ਦਿਓ। ਅਜੇ ਵੀ ਸਮਾਜ ਵਿੱਚ ਇੱਦਾਂ ਦੀਆਂ ਰੀਤਾਂ ਵਾ, ਜਦੋਂ ਪਤਨੀ ਚੜ੍ਹਾਈ ਕਰਦੀ ਹੈ ਉਹਦਾ ਖਫਣ ਕਿੱਥੋਂ ਆਉਂਦਾ ਭਲਾ, ਜਿਹੜਾ ਉੱਤੇ ਪਾਇਆ ਜਾਂਦਾ? ਪੇਕਿਆਂ ਤੋਂ। ਸਾਰੀ ਜ਼ਿੰਦਗੀ ਭਾਂਡੇ ਇਹਨਾਂ ਦੇ ਮਾਂਜੇ, ਸਾਰੀ ਜ਼ਿੰਦਗੀ ਕੰਮ ਇਹਨਾਂ ਦਾ ਕੀਤਾ, ਤੇ ਖਫਣ ਕਿੱਥੋਂ ਆਉਣਾ? ਬੋਲੋ ਭੈਣੋ, ਪੇਕਿਆਂ ਤੋਂ। ਇਹ ਰਸਮਾਂ ਕੌਣ ਤੋੜੂ? ਉੱਥੇ ਪੁੱਤਰ ਕਹਿਣ ਮੇਰੀ ਮਾਂ ਦੇ ਹੱਥ ਘਸ ਗਿਆ ਇਸ ਘਰ 'ਚ ਕੰਮ ਕਰਦੀ ਦੇ। ਸਾਡੇ ਕੋਲ 2 ਗਜ ਕੱਪੜਾ ਹੈ ਨਹੀਂ ਆਪਣੀ ਮਾਂ ਦੇ ਉੱਤੇ ਪਾਉਣ ਲਈ। ਇਹ ਰੀਤਾਂ ਤੋੜੋ, ਰਸਮਾਂ ਤੋੜੋ। ਐਸੇ ਪਰਿਵਾਰ ਵੇਖੇ ਜਿੱਥੇ ਲੜਕੇ ਨੇ ਫੈਸਲਾ ਕੀਤਾ ਮੈਂ ਸਿਰਫ ਆਪਣੀ ਪਤਨੀ ਨਾਲ ਵਿਆਹ ਕੀਤਾ, ਮੈਂ ਦਾਜ ਨਹੀਂ ਲੈਣਾ। ਉੱਥੇ ਮਾਂ ਬਾਪ ਕਹਿੰਦੇ ਸਾਨੂੰ ਦਾਜ ਚਾਹੀਦਾ। ਅੱਛਾ, ਜਿਹੜੇ ਮਾਂ ਬਾਪ ਜਿੱਦ ਕਰਦੇ ਸਾਨੂੰ ਦਾਜ ਚਾਹੀਦਾ, ਮੰਨ ਲਓ ਲੜਕੀ ਕਾਰ ਲੈ ਆਵੇ ਤੇ ਉਹ ਕਾਰ 'ਚ ਬਹਿਣ ਨਾ ਦੇਵੇ, ਬੋਲੋ ਜੀ, ਮੰਮੀ ਜੀ ਨੂੰ ਕਹੇ ਮੰਮੀ ਜੀ ਪਿਛਲੀ ਸੀਟ 'ਤੇ ਜਾ ਕੇ ਬਹੁਤ, ਅਗਲੀ ਸੀਟ 'ਤੇ ਮੈਂ ਬਹਿਣਾ ਕਿਉਂਕਿ ਆਰਸੀ ਮੇਰੇ ਨਾਮ 'ਤੇ ਆ। ਬੋਲੋ ਭਾਈ। ਸੁਣੀਆਂ ਉਹ ਕਥਾ ਬਹੁਤ ਔਖੀਆਂ ਨੇ। ਜਾਣ ਲੱਗਿਆ ਨਾ ਪ੍ਰਬੰਧਕ ਕਮੇਟੀ ਨੂੰ ਕਹਿ ਦਿਓ ਵੀ ਇਹ ਬੰਦੇ ਨੂੰ ਦੁਬਾਰਾ ਨਾ ਸੱਦਿਆ ਕਰੋ, ਇਹ ਗੱਲਾਂ ਬੜੀਆਂ ਖਤਰਨਾਕ ਕਰਦਾ। ਇਹ ਕੰਮ ਕਰਿਓ, ਜਾਣ ਲੱਗਿਆ ਪ੍ਰਬੰਧਕ ਕਮੇਟੀ ਨੂੰ ਪੱਕਾ ਕਹਿ ਕੇ ਜਾਇਓ, ਸੀੜੀਆਂ ਉਤਰਨ ਤੋਂ ਪਹਿਲਾਂ, ਕਿਉਂਕਿ ਸੱਚ ਹੈ। ਅੱਜ ਹੋ ਕੀ ਰਿਹਾ ਸਾਡੇ ਸਮਾਜ, ਕਦੀ ਸੋਚ ਕੇ ਵੇਖਿਆ? ਜਿੱਦਣ ਅਸੀਂ ਇਹ ਗੱਲ, ਹੁਣ ਮੰਨ ਲਓ ਕਈਆਂ ਘਰਾਂ 'ਚ ਨਨਾਣ ਆਣ ਕੇ ਪੇਕੇ ਦਖਲ ਦੇ ਰਹੀ ਹੈ ਵੀ ਭਲੀਏ ਤੂੰ ਆਪਣਾ ਘਰ ਸਾਂਭ ਜਾ, ਤੂੰ ਦੂਜੇ ਦਾ ਘਰ ਕੋ ਤਬਾਹ ਕਰਦੀ ਹੈ। ਉੱਥੇ ਪਰਿਵਾਰ ਨੂੰ ਚਾਹੀਦਾ, ਮਾਂ, 2 ਗੱਲਾਂ ਨੇ, ਮੈਂ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ ਇਹ ਗੱਲ ਕਹਿੰਦਾ, ਜਿੱਥੇ ਲੜਕੀ ਦੀ ਮਾਂ ਜਾ ਕੇ ਲੜਕੀ ਦੇ ਸਹੁਰੇ ਪਰਿਵਾਰ 'ਚ ਦਖਲ ਦੇਵੇਗੀ, ਘਰ ਸੁਖੀ ਨਹੀਂ ਵਸੇਗਾ। ਜਿੱਥੇ ਨਨਾਣ ਆਣ ਕੇ ਪੇਕੇ ਦਖਲ ਦੇਵੇਗੀ ਤਾਂ ਵੀ ਘਰ ਸੁਖੀ ਨਹੀਂ ਵਸੇਗਾ। ਪੁਰਾਣੀਆਂ ਮਾਵਾਂ ਦੇ ਕੋਲੋਂ ਇਹ ਗੱਲਾਂ ਸਿੱਖੀਆਂ ਨੇ। ਮਾਵਾਂ ਆਂਦੀਆਂ ਹੁੰਦੀਆਂ ਸੀ, ਧੀਏ ਤੈਨੂੰ ਤੇਰੀ ਸੱਸ ਨੇ ਕੋਈ ਕੌੜਾ ਕਸੜਾ ਸ਼ਬਦ ਬੋਲਿਆ ਮੈਨੂੰ ਨਾ ਦੱਸੀ। ਉਹਨੇ ਕਹਿਣਾ ਕਿਉਂ? ਕਹਿਣਾ ਜਦੋਂ ਮੈਂ ਕੱਲ੍ਹ ਨੂੰ ਕੁੜਮਣੀ ਨੂੰ ਮਿਲਾਂਗੀ ਮੇਰੇ ਜਿਹਨ 'ਚ ਉਹਦੇ ਪ੍ਰਤੀ ਇਹ ਸ਼ਬਦ ਰਹਿਣਾ, ਤੂੰ ਤੇ ਫੇਰ ਉੱਥੇ ਰਹਿਣਾ, ਮੈਂ ਉਹਨੂੰ ਭੈਣਾਂ ਦੀ ਤਰ੍ਹਾਂ ਮਿਲਣਾ ਚਾਹੁੰਦੀ ਹਾਂ। ਮੇਰੀ ਬੇਨਤੀ ਹੱਥ ਜੋੜ ਕੇ, ਘਰ ਸਵਰਗ ਬਣ ਜਾਣਗੇ। ਆਪਣੇ ਬੱਚਿਆਂ ਨੂੰ ਇੱਦਾਂ ਪਾਲੋ ਕਿ ਪੁੱਤ ਦੁੱਖ ਤਕਲੀਫ ਝੱਲਣੀ, ਮੇਰਾ ਪਿਆਰ ਨਾ ਘਟੇ, ਮੈਂ ਸਨੇਹ ਰੱਖਣਾ ਚਾਹੁੰਦਾ। ਜਿਵੇਂ ਭਰਾ ਦੀਆਂ ਜੱਫੀਆਂ ਬਿਨਾਂ ਲਾਲਚ ਤੋਂ ਪੈਂਦੀਆਂ, ਇੱਦਾਂ ਰਿਸ਼ਤੇਦਾਰਾਂ ਦੀਆਂ ਜੱਫੀਆਂ ਪੈਣ, ਸੰਸਾਰ ਸੋਹਣਾ ਬਣ ਜਾਏਗਾ। ਪਰ ਧਨ ਦੋ ਕਿਛ ਪਾਪ ਨਾ ਫੇੜੇ, ਪਰਾਇਆ ਧਨ ਦੋਖ ਐਬ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ। ਜਮ ਕਿੱਦਾਂ ਨੇੜੇ ਆ ਜਾਊਗਾ ਵੀ? ਜਦੋਂ ਮੈਂ ਗੁਰੂ ਦੀ ਸਿੱਖਿਆ 'ਤੇ ਤੁਰਾਂਗਾ, ਜਮ ਮੇਰੇ ਨੇੜੇ ਕਿੱਦਾਂ ਆ ਜੂ? ਜਮ ਕਿਹੜਾ ਸੀ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਅਖੀਰਲੀਆਂ ਤੁਕਾਂ ਵੱਲ ਧਿਆਨ ਦਿਓ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨ ਆਵੈ ਨੇੜੇ। ਤ੍ਰਿਸ਼ਨਾ ਅਗਨ, ਕਿਹੜੀ ਅੱਗ? ਤ੍ਰਿਸ਼ਨਾ ਦੀ ਅੱਗ। ਘਰ ਪਹਿਲਾਂ ਗੱਡੀ ਖਲੋਤੀ ਹੈ ਪਰ ਬੰਦਾ ਕਹਿੰਦਾ ਹੋਰ ਆ ਜੇ ਦਾਜ। ਇਹ ਕੀ ਹੈ ਜੀ ਭਲਾ? ਬੋਲੋ ਗੁਰੂ ਕੇ ਪਿਆਰਿਓ। ਤ੍ਰਿਸ਼ਨਾ ਦੀ। ਤੇ ਮੈਂ ਕਹਾਂ ਜੀ ਮੈਂ ਤਾਂ ਉੱਥੇ ਲੰਗਰ ਲਾ ਕੇ ਬੈਠਾ,
मैं तो इन्ने लाख का लंगर पानी खवाता ना। ये तृष्णा की अग है। तृष्णा अगना प्रभ आप बुझाई। तृष्णा की अग प्रभु ने मेरी बुझा दी। होना नानक उधरे प्रभ शरण आई। हे नानक आख उधर गए, बच गए किदां? प्रभु की शरण में पै के। आओ गुरु बख्शिश करे असी भी मालिक की इस इबादत को अपनी जिंदगी का आधार बनाइए। बंदना हर बंदना गुण गावो गोपाल राय। जिदन असी रब्बी गुण जीवन चो प्रगट कर ले, समझ लेना साडा गुरु को बैठना सफल हो गया। अखीर ते ये तुकां पढ़ के समाप्ति है। सारी संगत हाजरी लवाओ जी। बंदना हर बंदना, बंदना हर बंदना, गुण गावो गोपाल राय, गुण गावो गोपाल राय। बंदना हर बंदना, बंदना हर बंदना, कोटान कोट शुकराना है अकाल पुरख वाहगुरू जी का, जिन्हों ने सानू उद्यम चाओ प्रेरणा बख्शिश की। दो दीवाना की हाज़री आपां भरी है। इत्थों की समुची प्रबंधक कमेटी, सत्कारयोग ग्रंथी साहबान, रागी साहबान, जिन्हें भी तुसी दूरां नेड़ियां तो चल के इन्हां समागमां विच हाज़री भरी है, सारियां दा तहे दिलों धन्नवाद। विचारां करदिआं जो भुल्लां होईआं ने वो मेरियां ने। जे कोई बचन चंगा लगा होवे वो मेरा नहीं, सतगुर दा जान के हिरदे विच वसाउण दा यतन करियो। आओ अपने घरां विच सहज पाठ आप आरंभ करिए, गुरबाणी खुद पढ़िए, भावें एक शब्द रोज़ पढ़िए, रोज़ शुरुआत करिए अपने परिवारां विच सतगुर दी बाणी पढ़न दी। सारियां दा तहे दिलों धन्नवाद। अदब सत्कार नाल फतेह बुलाओ तो बुलंद आवाज़ विच गज के आखो साध संगत जी, वाहिगुरू जी का खालसा, वाहिगुरू जी की फतेह।